ਕੀ ਸਾਡੀ ਗੱਲ ਅੰਤਰਰਾਸ਼ਟਰੀ ਪੱਧਰ ਤੇ ਕਹਿਣ ਜੋਗੇ ਹੋਏ ਅਸੀਂ? ਬੰਦੇ ਨੂੰ ਤਬਾਹ ਤਾਂ ਕੀਤਾ ਜਾ ਸਕਦਾ, ਹਰਾਇਆ ਨਹੀਂ ਜਾ ਸਕਦਾ। ਕੂੜ ਨਖੁੱਟਾ ਨਾਨਕਾ ਊੜਕ ਸੱਚ ਰਹੀ। ਨਿਆਂ ਹੋਇਆ ਤੇ ਇਹ ਗੱਲ ਹੋਣੀ ਚਾਹੀਦੀ ਹੈ, ਹਰ ਹਾਲ 'ਚ ਹੋਣੀ ਚਾਹੀਦੀ ਆ। ਉਹ ਰਿਸਕੀ ਹੋਵੇ ਭਾਵੇਂ ਨਾ ਹੋਵੇ। ਉਹ ਰਿਸਕ ਤੇ ਸਾਰੇ ਚੀਜ਼ਾਂ ਦਾ ਹੁੰਦਾ ਕਿ ਤੁਹਾਨੂੰ ਕੁਝ ਨਵਾਂ ਕਰਨ ਲਈ ਰਿਸਕ ਲੈਣਾ ਚਾਹੀਦਾ। ਅਸਲ ਵਿੱਚ ਨਾ ਕਹਾਣੀ ਲੋਕਾਂ 'ਚ ਹੀ ਵੱਸਦੀ ਹੁੰਦੀ ਆ। ਉੱਥੇ ਦਿਨ ਰਾਤ ਅਸੀਂ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਔਰ ਕਈ ਵਾਰ ਤਾਂ ਡਰ ਕੇ ਨੀਂਦ ਵੀ ਨਹੀਂ ਸੀ ਆਉਂਦੀ। ਮੈਂ ਨਵਾਂ ਪੰਜਾਬ ਦੇਖਿਆ, ਉਹ ਪੰਜਾਬੀ ਨੂੰ ਬੜਾ ਪਿਆਰ ਕਰਦੇ ਆ, ਉਹ ਸਿੱਖੀ ਨੂੰ ਬੜਾ ਪਿਆਰ ਕਰਦੇ ਆ। ਮੈਨੂੰ ਲੱਗਦਾ ਹੁੰਦਾ ਕਈ ਵਾਰ ਉਹ ਸਾਡੇ ਨਾਲੋਂ ਅੱਛੇ ਸਿੱਖ ਹੈ, ਸਾਡੇ ਨਾਲੋਂ ਅੱਛੇ ਪੰਜਾਬੀ ਆ, ਔਰ ਸਾਡੇ ਨਾਲੋਂ ਜ਼ਿਆਦਾ ਉਹ ਆਪਣੇ ਸੂਰਵੀਰਾਂ ਬਾਰੇ ਜਿਹੜੇ ਆ ਉਹ ਫਿਕਰਮੰਦ ਨੇ। ਉਹੀ ਗੱਲ ਕਿ ਐਜ ਏ ਮੇਕਰ ਨਾ ਮਤਲਬ ਤੁਹਾਨੂੰ ਨਾ ਸੂਈ ਧਾਗੇ ਦਾ ਵੀ ਖਿਆਲ ਰੱਖਣਾ ਪੈਂਦਾ। ਸਾਡੀ ਸਕਰੀਨ ਦੀ ਸ਼ੁਰੂਆਤ 'ਚ ਹੀ ਆਉਂਦਾ ਕਿ ਹਰ ਫੈਕਟ ਲਈ ਫਿਲਮ ਮੇਕਰ ਦੀ ਸੋਲ ਰਿਸਪੌਂਸੀਬਿਲਿਟੀ ਆ। ਬ੍ਰਿਗੇਡੀਅਰ ਸਾਹਿਬ ਨਾਲ ਵੀ ਜੋ ਹੋਇਆ ਉਹ ਅਲਟੀਮੇਟਲੀ ਜਿਹੜੀ ਮਨੁੱਖੀ ਈਰਖਾ ਦਾ ਨਤੀਜਾ ਸੀ। ਦੋਸਤੋ, ਤੁਸੀਂ ਦੇਖ ਰਹੇ ਹੋ ਜ਼ੋਰਦਾਰ ਟਾਈਮਸ ਤੇ ਇਸ ਵੇਲੇ ਮੇਰੇ ਨਾਲ ਨੇ ਨੈਸ਼ਨਲ ਅਵਾਰਡ ਵਿਨਰ ਫਿਲਮ ਮੇਕਰ ਪਰਮਜੀਤ ਕੱਟੂ। ਆਓ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ। ਸੋ ਬਹੁਤ ਬਹੁਤ ਮੁਬਾਰਕਾਂ ਪਰਮਜੀਤ ਜੀ, ਨੈਸ਼ਨਲ ਅਵਾਰਡ ਜੀ। ਤੇ ਜ਼ੋਰਦਾਰ ਟਾਈਮਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਤੇ ਜੇ ਗੱਲ ਕਰੀਏ ਮਤਲਬ ਫਿਲਮ ਦੇ ਬਾਰੇ ਤਾਂ ਆਪਾਂ ਬਹੁਤ ਡਿਟੇਲ 'ਚ ਗੱਲਾਂ ਕਰਨੀਆਂ ਹੀ ਨੇ ਜੀ। ਜਿੱਥੇ ਤੱਕ ਮੈਂ ਪਰਮਜੀਤ ਕੱਟੂ ਨੂੰ ਜਾਣਦਾ ਇੱਕ ਰਿਸਰਚ ਸਕਾਲਰ ਦੇ ਟਾਈਮ 'ਤੇ ਹੈ ਨਾ, ਅਤੇ ਉਦੋਂ ਥੋੜ੍ਹਾ ਇੱਕ ਸ਼ਾਰਟ ਫਿਲਮਸ ਵੱਲ ਇੱਕ ਰੁਝਾਨ ਪੈਦਾ ਹੋਇਆ ਹੈ ਨਾ। ਇਹ ਕਿਸ ਤਰ੍ਹਾਂ ਮਤਲਬ ਇਹ ਸਾਰਾ ਸਿਲਸਿਲਾ ਜਿਹੜਾ ਚੱਲਿਆ, ਕਿੱਥੇ ਕਿਸ ਤਰ੍ਹਾਂ ਇੱਕ ਛੋਟੇ ਜਿਹੇ ਪਿੰਡ ਤੋਂ ਇੱਕ ਨੈਸ਼ਨਲ ਅਵਾਰਡ ਵਿਨਰ ਡਾਇਰੈਕਟਰ ਬਣਨ ਦਾ ਸਫ਼ਰ ਕਿਵੇਂ ਹੋਇਆ ਇਹ? ਦੇਖੋ ਜੀ, ਜਿਹੜੀ ਸਾਡੀ ਪੀੜ੍ਹੀ ਹੈ ਨਾ, ਮੈਨੂੰ ਇਹ ਲੱਗਦਾ ਹੁੰਦਾ ਕਿ ਇਹ ਕੁਦਰਤੀ ਮੌਕਿਆਂ 'ਤੇ ਜ਼ਿਆਦਾ ਨਿਰਭਰ ਰਹੀ ਹੈ ਜੀ, ਕਿਉਂਕਿ ਆ ਬੱਚਿਆਂ ਦੀਆਂ ਪਲੈਨਿੰਗ ਇਹ ਸਾਰਾ ਕੁਝ ਤੇ ਹੁਣ ਹੋਇਆ। ਸਾਹਿਤ ਨਾਲ ਬਹੁਤ ਪਹਿਲਾਂ ਤੋਂ ਸਕੂਲ ਟਾਈਮ ਤੋਂ ਹੀ ਲਗਾ ਸੀ ਅਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਸਾਹਿਤ ਬਾਕੀ ਕਲਾਵਾਂ ਦੀ ਜਿਹੜੀਆਂ ਮਾਡਰਨ ਆ ਕਲਾਵਾਂ ਨੇ ਮਾਂ ਜੀ। ਤਾਂ ਸਾਹਿਤ ਦੀ MA ਕਰੀ, PhD ਕਰੀ, ਪਰ MA ਕਰਦੇ ਦੌਰਾਨ ਕੁਛ ਜਿਹੜੇ ਉਸ ਵੇਲੇ ਸ਼ਾਰਟ ਫਿਲਮਾਂ ਬਣਾਉਂਦੇ ਸੀ ਨਾ ਦੋਸਤ, ਉਹਨਾਂ ਨਾਲ ਕੁਛ ਸੰਪਰਕ ਬਣਿਆ। ਸਭ ਤੋਂ ਜਿਹੜਾ ਮਹੱਤਵਪੂਰਨ ਸਵਾਬੇ ਹੋਇਆ ਕਿ ਪੰਜਾਬੀ ਯੂਨੀਵਰਸਿਟੀ 'ਚ 2011 ਦੇ ਵਿੱਚ ਅਮਰੀਕ ਗਿੱਲ ਜਿਹੜੇ ਬਹੁਤ ਵੱਡੇ ਫਿਲਮ ਰਾਈਟਰ ਨੇ ਇੰਡੀਆ ਦੇ, ਉਹਨਾਂ ਦੇ ਕ੍ਰੈਡਿਟ ਥੱਲੇ 30 ਦੇ ਨੇੜੇ ਫਿਲਮਾਂ ਨੇ ਜੀ। ਤਜਾਦੇ ਨਿਸ਼ਬਦ, ਦਿਲ ਦੇ ਚੁੱਕੇ ਸਨਮ ਵਰਗੀਆਂ ਫਿਲਮਾਂ, ਕੁਝ ਦੇ ਉਹ ਰਾਈਟਰ ਨੇ, ਕੁਝ ਦੇ ਡਾਇਲੋਗ ਰਾਈਟਰ ਨੇ। ਤਾਂ ਉਹ ਸਾਨੂੰ ਆਏ UGC ਵੱਲੋਂ ਪੜ੍ਹਾਉਣ, ਸਕ੍ਰਿਪਟ ਰਾਈਟਿੰਗ ਸਿਖਾਉਣ। ਤਦ ਤੱਕ ਮੈਂ ਕਹਿ ਲਓ ਕਿ ਚੇਟਕ ਲੱਗ ਚੁੱਕੀ ਸੀ ਕਿ ਦ੍ਰਿਸ਼ ਮਾਧਿਅਮ 'ਚ ਕੁਝ ਕਰਾਂਗੇ। ਤਾਂ ਮੇਰੇ ਕੋਲ ਇੱਕ ਸਕ੍ਰਿਪਟ ਜਾਂ ਆਈਡੀਆ ਤਿਆਰ ਸੀ, ਤਾਂ ਉਹਨਾਂ ਨੇ ਗਾਈਡ ਕਰਿਆ। ਅਤੇ ਫਿਰ ਪਹਿਲੀ ਵਾਰ 2012 ਦੇ ਵਿੱਚ ਅੱਡਾ ਖੱਡਾ ਦੇ ਰੂਪ ਦੇ ਵਿੱਚ ਕਹਿ ਲਓ ਕਿ ਜਰਨੀ ਸ਼ੁਰੂ ਹੁੰਦੀ ਆ। ਅਤੇ ਫਿਰ ਇੱਕ ਹੋਰ ਨਿੱਜੀ ਘਟਨਾ ਇਹ ਲੱਗੀ ਮੈਨੂੰ ਕਿ ਉਸੇ ਵੇਲੇ ਮੇਰੀ ਕਿਤਾਬ ਆਉਂਦੀ ਆ, ਭਾਵੇਂ ਆਲੋਚਨਾ ਦੀ ਕਿਤਾਬ ਸੀ, ਉਸੇ ਵੇਲੇ ਫਿਲਮ ਆਉਂਦੀ ਆ। ਕਿਤਾਬ ਆ ਜਿਹੜੀ ਉਹ ਭਾਵੇਂ 2 ਐਡੀਸ਼ਨ ਛਪੇ ਤੁਰੰਤ, ਉਹ ਮੇਰਾ ਖਿਆਲ ਆ ਵੀ 2000 ਲੋਕਾਂ ਤੱਕ ਵੀ ਨਹੀਂ ਪਹੁੰਚੀ। ਉਹਨਾਂ ਵੇਲਿਆਂ 'ਚ ਜਦੋਂ ਮਹੀਨੇ ਦਾ 1 GB ਡਾਟਾ ਮਸਾਂ ਹੁੰਦਾ ਸੀ ਅਤੇ ਫਿਲਮ ਮਤਲਬ ਲੱਖ ਦੇ ਨੇੜੇ ਚਲੀ ਗਈ, ਤਾਂ ਮੈਨੂੰ ਲੱਗਿਆ ਕਿ ਹੁਣ ਕਿਹੜਾ ਮਾਧਿਅਮ ਚੁਣਨ ਦਾ ਮੌਕਾ ਸੀਗਾ। ਅਤੇ ਉਸ ਵੇਲੇ ਮੈਂ ਫਿਰ ਦ੍ਰਿਸ਼ ਮਾਧਿਅਮ ਨੂੰ ਚੁਣਿਆ। ਕਿਉਂਕਿ ਉਹ ਮੇਰੇ ਖਿਆਲ 'ਚ ਇੱਕ ਪੀਰੀਅਡ ਵੀ ਸੀ ਡਿਵੈਲਪਮੈਂਟ ਦਾ, ਜਦੋਂ ਪੂਰੀ ਦੁਨੀਆ ਹੀ ਸ਼ਬਦ ਤੋਂ ਦ੍ਰਿਸ਼ ਵੱਲ ਜਿਹੜੀ ਆ ਤਬਦੀਲ ਹੋ ਰਹੀ। ਬਿਲਕੁਲ, YouTube ਦਾ ਉਦੋਂ ਬੜਾ ਦੌਰ, ਸ਼ੁਰੂਆਤੀ ਦੌਰ ਸੀਗਾ। ਤਾਂ ਉਹ ਬਸ ਉਸ ਤੋਂ ਬਾਅਦ ਫਿਰ ਲਗਾਤਾਰ ਇਹ ਰਿਹਾ ਕਿ ਜੋ ਕੰਮ ਕਰਨਾ ਦ੍ਰਿਸ਼ ਮਾਧਿਅਮ ਵਿੱਚ ਕਰਨਾ ਚਾਹੀਦਾ, ਤਾਂ ਫਿਰ ਲਗਾਤਾਰ ਜੁਟੇ ਰਹੇ। ਪਰ ਇਹ ਉਦੋਂ ਵੀ ਸੀਗਾ ਪਰਮਜੀਤ ਕਿ PhD ਕਰਨ ਦਾ ਮਤਲਬ ਹੁੰਦਾ ਸੀ ਸੈਟਲ ਹੋ ਜਾਵਾਂਗੇ ਹੈ ਨਾ, ਅਤੇ ਸੈਟਲ ਹੋ ਵੀ ਜਾਂਦੇ ਸੀ ਲੋਕ। PhD ਕਰ ਲਈ, ਸ਼ੁਰੂਆਤ 'ਚ ਥੋੜ੍ਹੀ ਜਿਹੀ ਸਟਰਗਲ ਹੁੰਦੀ ਆ ਹੈ ਨਾ, ਕੱਚੀਆਂ ਜੋਬਸ ਮਿਲ ਜਾਂਦੀਆਂ ਨੇ, ਲੇਕਿਨ ਫਿਰ ਵੀ ਇੱਕ ਸੈਟਲਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ। ਲੋਕ ਆਲਮੋਸਟ ਐਡ ਹੋਕ 'ਤੇ ਲਾ ਕੇ ਵਿਆਹ ਵੂਹ ਕਰਾ ਲੈਂਦੇ ਨੇ ਹੈ ਨਾ, ਸੈੱਟ ਹੋ ਜਾਂਦੇ ਨੇ। ਅਤੇ ਤੁਸੀਂ ਕਾਲਜ ਵਧੀਆ ਆਪਣੇ SGPC ਦੀ ਸੰਸਥਾ 'ਚ ਵੀ ਪੜ੍ਹਾਇਆ, ਮਤਲਬ ਇੱਕ ਤਰ੍ਹਾਂ ਆਮ ਲੋਕਾਂ ਦੀ ਨਜ਼ਰ 'ਚ ਤਾਂ ਸ਼ਾਇਦ ਤੁਸੀਂ ਅੰਦਰੋਂ ਸੈਟਲ ਨਾ ਫੀਲ ਕਰਦੇ ਹੋ, ਲੇਕਿਨ ਆਮ ਲੋਕਾਂ ਦੀ ਨਜ਼ਰ 'ਚ ਸਮਾਜਿਕ ਤੌਰ 'ਤੇ ਤੁਸੀਂ ਸੈਟਲ ਹੋਣ ਵਾਲੀ ਸਥਿਤੀ 'ਚ ਸੀਗੇ, ਮਤਲਬ ਹੈ ਨਾ, ਜਿੱਦਾਂ ਇੱਕ ਆਮ ਸੋਚ ਹੁੰਦੀ ਆ। ਫਿਰ ਕੀ ਉਹ ਮੈਨੂੰ ਪਤਾ ਨਹੀਂ ਉਹ ਸ਼ਬਦ ਵਰਤਣਾ ਜਿਹਦਾ ਕੀੜਾ ਜਾਂ ਕੀ ਉਹ ਜਿਹੜੀ ਚੀਜ਼ ਜਿਹੜੀ ਤੁਹਾਨੂੰ ਤੰਗ ਕਰਦੀ ਰਹਿੰਦੀ ਸੀ ਵੀ ਨਹੀਂ ਯਾਰ ਪ੍ਰੋਫੈਸਰ ਤਾਂ ਬਣ ਗਏ ਜਾਂ ਆਹ ਤਾਂ ਹੋ ਗਿਆ, ਵੀ ਨਹੀਂ ਹੁਣ ਇਹ ਛੱਡ ਛਡਾ ਕੇ ਜਾਂ ਇਹਦੇ ਨਾਲ ਆਹ ਕਰਨਾ ਜਾਂ ਫਿਲਮ ਬਣਾਉਣੀ ਆ ਜਾਂ ਇੱਦਾਂ ਦਾ ਕੁਛ ਕਰਨਾ, ਉਹ ਕੀ ਸੀਗਾ?
ਦੇਖੋ ਜਦੋਂ 2012 ਦੇ ਵਿੱਚ ਨਾ ਫਿਲਮ ਆਈ ਤਾਂ ਉਸ ਵੇਲੇ ਜਿਹੜੀ ਸਭ ਤੋਂ ਵੱਡੀ ਹੌਸਲਾ ਅਫਜ਼ਾਈ ਹੋਈ ਉਹ ਉਸ ਵੇਲੇ ਇੰਗਲਿਸ਼ ਟ੍ਰਿਬਿਊਨ ਦੇ ਐਡੀਟਰ ਇਨ ਚੀਫ ਹੁੰਦੇ ਸੀ ਹਰੀਸ਼ ਖਰੇ ਜੀ ਜੀ। ਤਾਂ ਹਰੀਸ਼ ਖਰੇ ਜੀ ਦਾ ਸਭ ਤੋਂ ਪਪੂਲਰ ਕਾਲਮ ਸੀਗਾ ਕਾਫੀ ਕਲੈਸ਼। ਤਾਂ ਜਦੋਂ ਮੈਂ ਕਾਫੀ ਕਲੈਸ਼ ਲਈ ਉਹਨਾਂ ਨੂੰ ਇੱਕ ਮੇਲ ਪਾਈ ਕਿ ਜੀ ਪੰਜਾਬੀ ਗੁਰਮੁਖੀ 'ਚ ਮੇਲ ਪਾਈ ਕਿ ਜੀ ਮੇਰੀ ਫਿਲਮ ਆ, ਜੇ ਤੁਹਾਡੇ ਕੋਲੇ ਸਮਾਂ ਹੋਵੇ ਜ਼ਰੂਰ ਦੇਖਿਓ, ਤਾਂ ਅਗਲੇ ਹਫਤੇ ਹੀ ਉਹਨਾਂ ਨੇ ਉਸ ਕਾਲਮ ਦੇ ਵਿੱਚ ਵੱਡੀ ਸਪੇਸ ਦਿੱਤੀ। ਇੱਕ 3 ਘਟਨਾਵਾਂ ਸੀ, ਇੱਕ ਘਟਨਾ ਆਪਣੀ ਫਿਲਮ ਸੀ। ਤਾਂ ਮੈਨੂੰ ਲੱਗਿਆ ਕਿ ਤੁਸੀਂ ਦ੍ਰਿਸ਼ ਮਾਧਿਅਮ ਰਾਹੀਂ ਹੋਰ ਸਟੇਟ ਦੇ ਵੀ ਵਿਅਕਤੀਆਂ ਤੱਕ ਆਪਣੀ ਗੱਲ ਕਹਿ ਸਕਦੇ, ਪਰ ਮੈਂ ਕਿਤਾਬ ਲਿਖ ਕੇ ਨਹੀਂ ਸੀ ਕਹਿ ਸਕਦਾ ਹਨਾ। ਮੈਂ ਸਾਹਿਤ ਨੂੰ ਮਾਂ ਕਹਿ ਰਿਹਾ, ਮੈਂ ਮਾਧਿਅਮਾਂ ਦੀ ਕੋਈ ਤੁਲਨਾ 'ਚ ਨਹੀਂ ਜਾ ਰਿਹਾ। ਸਾਊਥ ਇੰਡੀਅਨ ਸੀ, ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਉਹਨਾਂ ਨੂੰ ਗੁਰਮੁਖੀ ਵੀ ਨਹੀਂ ਸੀ ਪੜ੍ਹਨੀ ਆਉਂਦੀ। ਜਿਹੜੀ ਮੈਂ ਈਮੇਲ ਕਰੀ ਸ਼ਾਇਦ ਉਹਨਾਂ ਨੇ ਆਪਣੇ ਅਖਬਾਰ ਦੇ ਟਰਾਂਸਲੇਟਰ ਤੋਂ ਉਹ ਪੜ੍ਹਾਈ ਹੋਣੀ ਹੈ। ਤਾਂ ਉਸ ਵੇਲੇ ਮੈਨੂੰ ਲੱਗਿਆ ਕਿ ਤੁਸੀਂ ਆਪਣੀ ਗੱਲ ਜਿਹੜੀ ਉਹ ਦ੍ਰਿਸ਼ ਮਾਧਿਅਮ ਰਾਹੀਂ ਜ਼ਿਆਦਾ ਕਹਿ ਸਕਦੇ ਹੋ, ਕਿਉਂਕਿ ਮੈਂ ਕਵਿਤਾਵਾਂ ਵੀ ਲਿਖਦਾ, ਹੁਣ ਵੀ ਲਿਖਦਾ ਆ। ਜੇ ਐਵੇਂ ਸੋਚੋ ਕਿ ਸਾਹਿਤ ਦੀਆਂ ਮੈਂ 4-5 ਕਿਤਾਬਾਂ ਛਪਾ ਸਕਦਾ ਸੀ ਅੱਜ ਤੱਕ, ਪਰ ਫਿਰ ਮੈਨੂੰ ਲੱਗਿਆ ਕਿ ਨਹੀਂ, ਮੈਂ ਆਪਣੀ ਗੱਲ ਆ ਜਿਹੜੀ ਉਹ ਦ੍ਰਿਸ਼ ਮਾਧਿਅਮ ਰਾਹੀਂ ਕਹਾਂਗਾ। ਤੇ ਇਹ ਹੁੰਦਾ ਕਿ ਤੁਹਾਨੂੰ ਨਾ ਜਦੋਂ ਤੁਸੀਂ ਇੱਕ ਸਫ਼ਰ ਤੇ ਜਾਂਦੇ ਹੋ, ਜਦੋਂ ਤੁਹਾਨੂੰ ਸਹੀ ਜੇ ਸਟੈਪ ਮਿਲ ਜਾਣ ਤਾਂ ਉਸ ਵੇਲੇ ਤੁਸੀਂ ਫਿਰ ਉਹ ਤੇ ਤੁਰਨਾ ਤੁਹਾਡਾ ਫਰਜ਼ ਹੁੰਦਾ ਅਸਲ ਵਿੱਚ। ਜੇ ਤੁਹਾਨੂੰ ਰਸਤਾ ਮਿਲ ਰਿਹਾ ਤੇ ਤੁਸੀਂ ਨਹੀਂ ਤੁਰਦੇ ਤਾਂ ਫਿਰ ਜੀ ਮੈਨੂੰ ਲੱਗਿਆ ਕਿ ਰਸਤਾ ਮਿਲ ਰਿਹਾ ਤੇ ਮੈਨੂੰ ਤੁਰਨਾ ਚਾਹੀਦਾ। ਵੈਸੇ ਹੈ ਬੜਾ ਇੱਕ ਬੱਚਿਆਂ ਵਾਲਾ ਸਵਾਲ ਆ, ਪਰ ਆਪਾਂ ਗੱਲਾਂ ਵੀ ਉਵੇਂ ਦੀਆਂ ਚਾਹੁੰਦਾ ਮੈਂ ਕਰਾਂ, ਕਿਉਂਕਿ ਦੇਖਣ ਵਾਲੇ ਬਹੁਤ ਉਹ ਹੋਣਗੇ ਯੰਗਸਟਰ ਜਿਹੜੇ ਹਨਾ ਬਹੁਤ ਸਕੂਲ ਪੜ੍ਹ ਕੇ ਜਾਂ ਹੁਣ ਕਾਲਜਾਂ ਦੇ ਟਾਈਮ 'ਚ ਆਉਣਗੇ ਤੇ ਜਿਹੜੇ ਉਹ ਇਸ ਤਰ੍ਹਾਂ ਇਸ ਫੀਲਡ 'ਚ ਕੁਛ ਨਾ ਕੁਛ ਕਰਨਾ ਚਾਹੁੰਦੇ ਆ ਹਨਾ। ਜਦੋਂ ਪਹਿਲੀ ਫਿਲਮ ਬਣਾਉਣੀ ਸੀਗੀ, ਅੱਜ ਕੱਲ੍ਹ ਹਰੇਕ ਨੂੰ ਇਹ ਬੜੀ ਚਿੰਤਾ ਹੁੰਦੀ ਆ ਵੀ ਜੇ ਫੋਨ ਤੇ ਵੀ ਬਣਾਉਣੀ ਤਾਂ ਮੇਰੇ ਕੋਲ ਆਈਫੋਨ ਹੋਵੇ ਹਨਾ, ਜਾਂ ਇਸ ਤਰ੍ਹਾਂ ਦਾ ਕੋਈ ਵਧੀਆ ਫੋਨ ਹੋਵੇ, ਜਾਂ ਫਿਰ ਕੈਮਰਾ ਬੜਾ ਹਾਈ-ਫਾਈ ਹੋਵੇ ਜਾਂ ਇਸ ਤਰ੍ਹਾਂ। ਉਦੋਂ ਕੀ ਸੀ ਆਪਣਾ ਸੈਟਅਪ, ਜਾਂ ਕਿਸ ਤਰ੍ਹਾਂ ਕੀ ਸੋਚਿਆ, ਜਾਂ ਬਜਟ ਦਾ ਕਿਵੇਂ ਸੀ ਜਦੋਂ ਪਹਿਲੀ ਫਿਲਮ ਬਣਾਈ? ਦੇਖੋ ਪਹਿਲੀ ਫਿਲਮ ਦਾ ਕਿੱਸਾ ਬੜਾ ਇੰਟਰਸਟਿੰਗ ਕਿੱਸਾ ਆ। ਪਹਿਲਾਂ ਤਾਂ ਮੈਂ ਇੱਕ ਗੱਲ ਇਹ ਕਲੀਅਰ ਕਰ ਦਿਆਂ ਕਿ ਕਿਸੇ ਵੀ ਖੇਤਰ ਦੀ ਕਲਾ ਦੇ ਵਿੱਚ ਆਈਡੀਆ ਸਭ ਤੋਂ ਮਹੱਤਵਪੂਰਨ। ਤੁਹਾਡਾ ਵਿਚਾਰ ਕੀ ਆ, ਤੁਸੀਂ ਕਹਿਣਾ ਕੀ ਚਾਹੁੰਦੇ, ਵਿਸ਼ਾ ਕੀ ਆ ਹਨਾ, ਕਿਉਂਕਿ ਉਹ ਸਟੋਰੀਜ਼ ਦਾ ਹੀਰੋ ਨਾਂ ਦੀਆਂ ਬਹੁਤ ਸਾਰੀਆਂ ਕੋਟਸ ਨੇ। ਤਾਂ ਉਦੋਂ ਫਿਰ ਇਹ ਮਹੱਤਵਪੂਰਨ ਨਹੀਂ ਰਹਿੰਦਾ ਕਿ ਤੁਸੀਂ ਕਿੰਨੇ ਵਧੀਆ ਕੈਮਰੇ ਵਰਤਦੇ ਹੋ। ਕੈਮਰਿਆਂ ਦਾ ਇੱਕ ਜਿਹੜਾ ਸਟੈਂਡਰਡ ਤਾਂ ਰੱਖਣਾ ਹੀ ਪੈਂਦਾ ਕਿ ਤੁਸੀਂ ਕਿਤੇ ਗੱਲ ਲੈ ਕੇ ਜਾਣੀ ਆ, ਤਾਂ ਪਰ ਤੁਹਾਡਾ ਵਿਸ਼ਾ ਤੇ ਉਹਦੀ ਵਿਚਾਰ ਬਹੁਤ ਮਹੱਤਵਪੂਰਨ ਨੇ। ਪਹਿਲੀ ਫਿਲਮ ਦੇ ਸਵਾਬੇ ਬਣਿਆ ਕਿ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਇੰਟਰਵਿਊ ਦੇਣ ਗਿਆ ਸੀਗਾ ਉੱਥੇ ਨੌਕਰੀ ਵਾਸਤੇ। ਤਾਂ ਮੈਂ ਉਹ ਨੌਕਰੀ ਵਾਲੀ ਇੰਟਰਵਿਊ 'ਚ ਉਸ ਵੇਲੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਸੀਗੇ, ਤੇ ਮੈਂ ਉਹਨਾਂ ਨੂੰ ਕਿਹਾ ਜੀ ਆਗਿਆ ਲੈ ਕੇ ਕਿ ਮੈਂ ਇੱਕ ਫਿਲਮ ਦੀ ਸਕ੍ਰਿਪਟ ਲਿਖੀ ਹੈ, ਜੇ ਤੁਸੀਂ ਸੁਣੋ। ਉਹ ਕਹਿੰਦੇ ਵੀ ਠੀਕ ਹੈ ਬੇਟਾ ਸੁਣਾ ਦਿਓ। ਤੇ ਜਦੋਂ ਸੁਣਾਈ ਉਹ ਕਹਿੰਦੇ ਬੇਟਾ ਵੀ ਬਾਕੀ ਗੱਲਾਂ ਤਾਂ ਦੇਖਾਂਗੇ, ਪਰ ਉਹਨਾਂ ਨੇ ਉਸੇ ਵੇਲੇ ਇੱਕ ਅੱਧੇ ਦਿਨ 'ਚ ਹੀ ਆਰਡਰ ਕੱਢਤਾ ਉੱਥੋਂ ਦੇ ਫਿਲਮ ਮੇਕਿੰਗ ਡਿਪਾਰਟਮੈਂਟ ਨੂੰ ਕਿ ਇਸ ਬੱਚੇ ਨੂੰ ਉਹ ਸਾਰੀਆਂ ਸਹੂਲਤਾਂ ਦੇ ਦਿਓ ਜਿਹੜੀਆਂ ਇਹਨੂੰ ਫਿਲਮ ਲਈ ਚਾਹੀਦੀਆਂ ਨੇ। ਕੀ ਬਾਤ ਹੈ। ਤਾਂ ਉਸ ਤੋਂ ਬਾਅਦ ਫਿਰ ਮਮਰੀਗਿਲ ਜੀ ਸੀਗੇ, ਉਹਨਾਂ ਨੇ ਮੇਰੀ ਅਗਵਾਈ ਕੀਤੀ। ਅਸੀਂ ਵਿਦਿਆਰਥੀ ਨਹੀਂ ਬਣ, ਸਾਡੇ ਵਿਭਾਗ ਦੇ ਵਿਦਿਆਰਥੀ ਪਹਿਲੀ ਵਾਰ ਸਕਰੀਨ ਤੇ ਆਏ, ਅਧਿਆਪਕ ਵੀ ਸੀਗੇ, ਇੱਥੋਂ ਤੱਕ ਕਿ ਜਿਹੜੇ ਸਾਡੇ ਕਰਮਚਾਰੀ ਸੇਵਾਦਾਰ ਕਰਮਚਾਰੀ ਵੀ ਉਹ ਪਹਿਲੀ ਫਿਲਮ 'ਚ ਸਕਰੀਨ ਤੇ ਆਏ। ਔਰ ਉਹਦੇ ਵਿੱਚ ਇੰਨੀ ਵਧੀਆ ਸਾਡੀ ਇੱਕ ਪਰਿਵਾਰਕ ਸਾਂਝ ਵੀ ਬਣੀ। ਉਸ ਫਿਲਮ ਤੋਂ ਬਾਅਦ ਕੁਝ ਲੋਕਾਂ ਨੂੰ ਵੱਡੇ ਮੌਕੇ ਮਿਲੇ ਵੀ ਨੇ ਕਿ ਉਹਦੇ ਵਿੱਚ ਹਰਸ਼ਜੋਤ ਕੌਰ ਨੇ ਲੀਡ ਰੋਲ ਕੀਤਾ। ਤਾਂ ਇਹ ਇੱਕ ਜਰਨੀ ਸੀ ਕਿ ਉਦੋਂ ਫਿਰ ਉਹ ਸਬੱਬ ਬਣਦੇ ਗਏ, ਕੁਝ ਚੰਗੇ ਲੋਕਾਂ ਦਾ ਸਾਥ ਮਿਲਿਆ। ਸੋ ਇਹ ਵੀ ਇੱਕ ਇੰਪੋਰਟੈਂਟ ਗੱਲ ਹੈਗੀ ਕਿ ਜਦੋਂ ਰੂਟਸ ਨਾਲ ਜੁੜਿਆ ਹੋਇਆ ਕੋਈ ਬੰਦਾ ਕਲਾ 'ਚ ਆਉਂਦਾ ਤਾਂ ਉਹ ਫਿਰ ਉਹ ਆਪਣੀਆਂ ਜੜ੍ਹਾਂ ਦੇ ਨਾਲ ਆਪਣੀਆਂ ਜਿਹੜੀਆਂ ਸ਼ਾਖਾਵਾਂ ਆ, ਆਪਣੀਆਂ ਜਿਹੜੀਆਂ ਟਾਹਣੀਆਂ ਆ ਨਾ, ਉਹ ਵੀ ਖੋਲ੍ਹਦਾ ਆ। ਯਾਨੀ ਕਿ ਆਪਣੇ ਆਲੇ ਦੁਆਲੇ ਜਿਹੜੇ ਲੋਕ ਹੁੰਦੇ ਆ, ਜਿਹੜੇ ਦੋਸਤ ਹੁੰਦੇ ਆ, ਜਿਹੜੇ ਕੋਈ ਚੰਗੇ ਕਲਾਕਾਰ ਹੁੰਦੇ ਆ, ਉਹਨਾਂ ਨੂੰ ਆਪਣੀਆਂ ਟਾਹਣੀਆਂ ਬਣਾ ਲੈਂਦਾ ਜਾਂ ਉਹਨਾਂ ਨਾਲ ਜੁੜ ਜਾਂਦਾ ਜਾਂ ਆਪ ਟਾਹਣੀ ਬਣ ਜਾਂਦਾ ਜੇ ਉਹਨਾਂ 'ਚ ਕੋਈ ਤਣਾ ਬਣਨ ਦੇ ਕਾਬਲ ਹੋਵੇ। ਇਹ ਵੀ ਇੱਕ ਵੱਡੀ ਗੱਲ ਹੁੰਦੀ ਆ। ਸੋ ਕਈ ਵਾਰੀ ਮੌਕੇ ਹੁੰਦੇ ਆ, ਰਿਸੋਰਸਿਸ ਨੂੰ ਕਿਵੇਂ ਹੈ ਨਾ ਮੈਨੇਜ ਕਰ ਲੈਣਾ ਆ, ਇਹ ਵੀ ਇੱਕ ਵੱਡੀ ਗੱਲ ਹੁੰਦੀ ਆ। ਬਹੁਤ ਸਾਰੇ ਸਟੂਡੈਂਟਸ ਦੀ ਇਹ ਵੀ ਤਰਾਸਦੀ ਹੁੰਦੀ ਆ, ਜਾਂ ਕਹਿ ਲਓ ਨੌਜਵਾਨਾਂ ਦੀ, ਜਿਹੜੇ ਉੱਥੇ ਤੱਕ ਪਹੁੰਚ ਹੀ ਨਹੀਂ ਪਾਉਂਦੇ, ਯੂਨੀਵਰਸਿਟੀਆਂ ਤੱਕ ਨਹੀਂ ਪਹੁੰਚ ਪਾਉਂਦੇ, ਉਹਨਾਂ ਦੀਆਂ ਆਪਣੀਆਂ ਸਥਿਤੀਆਂ ਨੇ। ਸੋ ਇਹ ਵੀ ਇੱਕ ਵੱਡਾ ਮਸਲਾ ਹੈਗਾ। ਲੇਕਿਨ ਇੱਕ ਚੰਗੀ ਗੱਲ ਆ, ਹਜੇ ਤੱਕ ਵੀ ਸਾਡੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਪਲੇਟਫਾਰਮ ਨੇ ਜਿੱਥੋਂ ਕਿ ਪਰਮਜੀਤ ਕੱਟੂ ਵਰਗੇ ਨੌਜਵਾਨ ਹੈਗੇ ਜਿਹੜੇ ਉਹ ਆਪਣੀਆਂ ਜੜ੍ਹਾਂ ਫੜਦੇ ਨੇ। ਸੋ ਇਹ ਇੱਕ ਬੜਾ ਇੰਪੋਰਟੈਂਟ ਆਸਪੈਕਟ ਸੀਗਾ। ਤੁਹਾਨੂੰ ਯੂਨੀਵਰਸਿਟੀ ਤੋਂ ਇੱਕ ਰਸਤਾ ਨਿਕਲਦਾ ਹੈਗਾ ਹੈ ਨਾ, ਤੇ ਉਹ ਹੋਰ ਕਈਆਂ ਲਈ ਰਸਤੇ ਖੋਲ੍ਹ ਦਿੰਦਾ। ਤੇ ਉਸ ਤੋਂ ਅੱਗੇ ਫਿਰ ਜੇ ਮੈਂ ਵਿਸ਼ਿਆਂ ਦੀ ਗੱਲ ਕਰਾਂ, ਜਿਸ ਤਰ੍ਹਾਂ ਹੈ ਨਾ ਵੀ ਤੁਸੀਂ ਕਿਹਾ ਆਈਡੀਆ ਇਜ਼ ਸੁਪਰੀਮ, ਸਟੋਰੀ ਇਜ਼ ਕਿੰਗ, ਇਹ ਸਾਡੇ ਫਿਲਮ ਇੰਡਸਟਰੀ ਦੇ ਪੁਰਾਣੇ ਮੰਤਰ ਨੇ, ਵੱਡੇ ਤੋਂ ਵੱਡੇ ਰਾਈਟਰਸ ਨੇ ਕਿਹਾ ਆ। ਤੇ ਤੁਹਾਡੇ ਜਿਹੜੇ ਵਿਸ਼ੇ ਆ, ਜੇ ਮਨ ਜਾਂ ਇਕੱਲੇ ਟਾਈਟਲਸ ਦੀ ਹੀ ਗੱਲ ਕਰ ਲਈ ਹੈ ਨਾ, ਅੱਡਾ ਖੱਡਾ ਆ, ਬੜੀ ਬੱਚਿਆਂ ਦੀ
ਸਿੰਪਲ ਜੀ ਇੱਕ ਖੇਡ ਆ ਜਿਹੜੀ ਜਿਹਦੇ ਹੁਣ ਦੀ ਜਨਰੇਸ਼ਨ ਨੂੰ ਸ਼ਾਇਦ ਬਹੁਤ ਸਾਰੇ ਬੱਚਿਆਂ ਨੂੰ ਪਤਾ ਵੀ ਨਾ ਹੋਵੇ, ਉਹਨੂੰ ਬੇਸ ਬਣਾ ਕੇ ਇੱਕ ਕਹਾਣੀ, ਇੱਕ ਨੌਜਵਾਨ ਮਨ ਦੀ ਗੱਲ ਜਿਹੜੀ ਆ ਉਹ ਕਰਨੀ, ਤੇ ਅਗਲੀ ਵੀ ਤੁਹਾਡੀਆਂ ਕਹਾਣੀਆਂ ਦੇ ਵਿਸ਼ੇ ਇਸ ਤਰ੍ਹਾਂ ਦੇ ਨੇ। ਤੇ ਜਿਹੜੀ ਹੁਣ ਆਪਾਂ ਫਿਲਮ ਦੀ ਗੱਲ ਕਰਨ ਲਈ ਅੱਜ ਬੈਠੇ ਸੀਗੇ, ਉਹ ਤਾਂ ਇੱਕ ਪੰਜਾਬ ਦੀ ਜ਼ਮੀਨ ਨਾਲ ਜੁੜਿਆ ਹੋਇਆ ਇੱਕ ਨਾਇਕ ਹਨਾ। ਸੋ ਇਹ ਵਿਸ਼ਿਆਂ ਦੀ ਚੋਣ ਤੁਸੀਂ ਕਿਵੇਂ ਕਰਦੇ ਹੋ, ਤੇ ਜਿਹੜੀ ਬਾਕੀ ਵੀ ਤੁਹਾਡੇ ਵਿਸ਼ੇ ਨੇ ਜੇ ਉਹਨਾਂ ਬਾਰੇ ਥੋੜੀ ਜਿਹੀ ਗੱਲ ਕਰਦੇ ਹੋਏ ਤੁਸੀਂ ਗੱਲ ਕਰੋ। ਦੇਖੋ, ਜਦੋਂ ਪਹਿਲੀ ਵਾਰ ਮੈਨੂੰ ਹਮੇਸ਼ਾ ਹੀ ਮਨੁੱਖੀ ਕੰਸਟਰਕਸ਼ਨ ਨਾ, ਮਨੁੱਖ ਦੀ ਉਸਾਰੀ ਕਿਵੇਂ ਹੁੰਦੀ ਹੈ, ਇਹ ਗੱਲ ਮੈਨੂੰ ਬਹੁਤ ਪ੍ਰਭਾਵਿਤ ਕਰਦੀ ਰਹਿੰਦੀ ਆ ਕਿ ਉਹ ਕਿਹੜੇ ਤੱਤ ਨੇ ਜਿਹੜੇ ਮਨੁੱਖ ਨੂੰ ਉਸਾਰਦੇ ਨੇ ਹੈ ਨਾ। ਜਿਵੇਂ ਤੁਸੀਂ ਜੜ੍ਹਾਂ ਦੀ ਗੱਲ ਕਰੀ, ਉਹ ਜੜ੍ਹਾਂ ਤੁਹਾਡੀਆਂ ਕਿੱਥੇ ਹੋ ਸਕਦੀਆਂ ਨੇ। ਤਾਂ ਮੈਂ ਇੱਕ ਖੇਡ ਬਾਰੇ ਸੋਚ ਰਿਹਾ ਸੀ ਕਿ ਜੇ ਇਹ ਗੱਲ ਆ ਕਿ ਮਨੁੱਖ ਨੂੰ ਹਰ ਕੁਝ ਪ੍ਰਭਾਵਿਤ ਕਰਦਾ, ਤੇ ਖੇਡ ਕਿਵੇਂ ਪ੍ਰਭਾਵਿਤ ਕਰਦੀ ਹੋਊਗੀ, ਇਹ ਮੇਰੇ ਮਨ 'ਚ ਇੱਕ ਸਵਾਲ ਸੀਗਾ। ਤਾਂ PhD ਦੀ ਖੋਜ ਦੌਰਾਨ ਮੈਨੂੰ ਲੱਗਿਆ ਕਿ ਇਹਦਾ ਮੈਂ ਖੋਜ ਕਰੀ ਕਿ ਜਿਹੜੀ ਬੱਚਿਆਂ ਦੀ ਗੇਮ ਆ, ਜਿਹਨੂੰ ਸਟਾਪੂ ਵੀ ਕਹਿੰਦੇ ਆ, ਪੀਚੋ ਵੀ ਕਹਿੰਦੇ ਆ, ਅੰਗਰੇਜ਼ੀ 'ਚ ਹੌਪਸਕੌਚ ਕਹਿੰਦੇ ਆ, ਇਹ ਦੁਨੀਆ ਭਰ 'ਚ ਖੇਡੀ ਜਾਂਦੀ ਆ। ਫਿਲਮ ਬਣਾਉਣ ਤੋਂ ਪਹਿਲਾਂ ਮੈਂ ਦੇਖ ਲਿਆ ਕਿ ਹਰ ਮੁਲਕ 'ਚ ਖੇਡੀ ਜਾਂਦੀ ਆ, ਹਰ ਸਟੇਟ 'ਚ ਖੇਡੀ ਜਾਂਦੀ ਆ, ਕਿਤੇ ਦਾ ਨਾ ਸਕੂਲ ਆ, ਕਿਤੇ ਦਾ ਨਾ ਹੋਮ ਆ। ਇਹ ਤਾਂ ਫਿਰ ਮੈਂ ਉਹਦੇ ਸਿੱਟੇ 'ਤੇ ਪਹੁੰਚਿਆ ਕਿ ਇਹ ਛੋਟੀਆਂ ਬੱਚੀਆਂ ਦੇ ਮਨ ਨੂੰ ਬਣਾਉਂਦੀ ਆ, ਕਿ ਉਹਨੇ ਕਿਵੇਂ ਇੱਕ ਸੱਭਿਆਚਾਰਕ ਦਾਇਰਿਆਂ 'ਚ ਵਿਚਰਨਾ ਆ। ਜੇ ਉਹ ਦਾਇਰਾ ਤੋੜੇਗੀ ਤਾਂ ਉਹਦੀ ਬਾਰੀ ਘਟ ਜਾਵੇਗੀ, ਇਜ਼ ਆਊਟ, ਉਹਦੀ ਗੀਟੀ ਆਊਟ ਹੋ ਜਾਏਗੀ। ਤਾਂ ਉਹ ਆਧਾਰ ਬਣਾ ਕੇ ਫਿਰ ਇੱਕ ਕਹਾਣੀ ਬੁਣੀ ਹੈ ਨਾ। ਇਹ ਆਪਣੇ ਆਪ ਦੇ ਵਿੱਚ ਮੇਰੇ ਲਈ ਵੀ ਇੱਕ ਨਵੀਂ ਗੱਲ ਸੀਗੀ ਹੈ ਨਾ। ਦੂਸਰੀ ਕਹਾਣੀ ਫਿਰ ਮੈਨੂੰ ਹਮੇਸ਼ਾ ਪੰਜਾਬ ਦਾ ਪ੍ਰਵਾਸ ਆ ਜਿਹੜਾ, ਉਹ ਮਤਲਬ ਮੈਨੂੰ ਬਹੁਤ ਪ੍ਰਭਾਵਿਤ ਕਰਦਾ ਕਈ ਪੱਖਾਂ ਤੋਂ। ਕਿਉਂ ਹੋ ਰਿਹਾ, ਹੋਣਾ ਚਾਹੀਦਾ, ਨਹੀਂ ਹੋਣਾ, ਡਿਬੇਟ ਹੈ, ਪੂਰੇ ਪੰਜਾਬ ਦੀ ਡਿਬੇਟ ਹੈ। ਮੈਂ ਵੀ ਉਸ ਡਿਬੇਟ ਦੇ ਵਿੱਚ ਸੋਚਦਾ ਰਹਿੰਦਾ। ਤਾਂ ਫਿਰ ਉਸ ਵੇਲੇ ਮੈਨੂੰ ਲੱਗਿਆ ਕਿ ਪੰਜਾਬ ਦੇ ਪ੍ਰਵਾਸ ਬਾਰੇ ਮੈਨੂੰ ਇੱਕ ਵਿਜ਼ੂਅਲ ਮਾਧਿਅਮ 'ਚ ਗੱਲ ਕਹਿਣੀ ਚਾਹੀਦੀ ਹੈ। ਫਿਰ ਉਹ ਮੈਂ ਮੈਨੂੰ ਨਾਂ ਦਾ ਆ ਗਿਆ ਕਿ ਨਾਮ ਕੀ ਰੱਖੀਏ। ਤਾਂ ਨਾਮ ਰੱਖਿਆ ਕਿ ਐਸਾ ਪੰਜਾਬ ਇੱਕ ਤਾਰਾ ਆ, ਬਹੁਤ ਚਮਕਦਾ ਤਾਰਾ ਆ, ਮਹਾਨ ਆ। ਪਰ ਮੈਂ ਫਿਰ ਜਦੋਂ ਨਾਂ ਬਣਾਉਣ ਲੱਗਿਆ ਤਾਂ ਮੈਨੂੰ ਇੱਕ ਸਟ੍ਰੇਟ ਸਟਾਰ ਸ਼ਬਦ ਲੱਭਿਆ ਕਿ ਐਸਾ ਤਾਰਾ ਜਿਹੜਾ ਆਪਣੇ ਮੂਲ ਨਾਲੋਂ ਏਮਲੈਸਲੀ ਭੱਜਣ ਲੱਗ ਗਿਆ ਹੈ ਨਾ। ਤੇ ਸਾਡੇ ਬੱਚੇ ਜਿਹੜੇ ਆਈਲੈਟਸ ਕਰਦੇ ਉਹਨੂੰ ਸੱਚੀ ਨਹੀਂ ਪਤਾ ਉਹ ਕਿਉਂ ਕਰਦੇ ਆ, ਦਿਸ਼ਾਹੀਨ ਹੋ ਗਿਆ, ਭਟਕ ਗਿਆ, ਆਵਾਰਾ ਹੋ ਗਿਆ। ਹਾਂ, ਪਰ ਹੈਗਾ ਸਿਤਾਰਾ ਹੀ ਆ। ਤਾਂ ਇਹ ਵੀ ਰਿਸਰਚ ਦਾ, ਮੇਰੀ PhD ਦਾ ਹੀ ਇੱਕ ਪਾਰਟ ਸੀ। ਉਸ ਤੋਂ ਬਾਅਦ ਜਿਹੜੀ ਇੰਨੀ ਦਿਨ ਇੱਕ ਸ਼ਾਰਟ ਫਿਲਮ ਮੈਂ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਬਣਦੇ ਮੈਂ ਬਣਾਈ, ਉਹਦਾ ਨਾਮ ਟਜ਼ੇਲੀਅਰ ਹੈ। ਉਹ ਸ਼ਬਦ ਮੈਂ ਖੁਦ ਘੜਿਆ, ਅੰਗਰੇਜ਼ੀ ਦਾ ਸ਼ਬਦ ਆ, ਕਿਉਂਕਿ ਫਿਲਮ ਦੀ ਦੁਨੀਆ 'ਚ ਅਸੀਂ 3 ਚੀਜ਼ਾਂ ਨਾਲ ਜੁੜਦੇ ਹਾਂ, ਟੀਜ਼ਰ, ਟ੍ਰੇਲਰ ਤੇ ਫੀਚਰ। ਟੀਜ਼ਰ ਪਹਿਲੀ ਝਲਕ, ਟ੍ਰੇਲਰ ਮੁੱਖ ਝਲਕ ਤੇ ਫੀਚਰ ਪੂਰੀ ਝਲਕ। ਤਾਂ ਮੈਨੂੰ ਉਹਨਾਂ ਦੇ ਟੀਜ਼ਰ ਦੇ ਪਹਿਲੇ ਅੱਖਰ, ਟ੍ਰੇਲਰ ਦੇ ਵਿਚਕਾਰਲੇ ਤੇ ਫੀਚਰ ਦੇ ਅੰਤਲੇ ਲੈ ਕੇ ਮੈਂ ਟਜ਼ੇਲੀਅਰ ਬਣਾਇਆ। ਹਾਲਾਂਕਿ 1 ਮਿੰਟ ਦੀ ਫਿਲਮ ਆ, ਉਹ ਧਰਤੀ ਦੇ ਬਣਨ ਤੋਂ ਲੈ ਕੇ 2020 ਤੱਕ ਦੀ ਕਹਾਣੀ 1 ਮਿੰਟ 'ਚ ਕਹਿਣ ਦੀ ਕੋਸ਼ਿਸ਼ ਕੀਤੀ। ਤਾਂ ਮੈਨੂੰ ਖੋਜ ਕਰਨਾ ਇੱਕ ਆਨੰਦ ਦਿੰਦਾ ਅਸਲ ਵਿੱਚ। ਤੇ ਇਸੇ ਤਰ੍ਹਾਂ ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਜਿਹੜਾ ਵਿਸ਼ਾ ਸੀ ਉਹ ਵੀ ਖੋਜ ਵਾਲਾ ਸੀ। ਤਾਂ ਉਹ ਖੋਜ ਮੈਂ ਜਿੱਥੋਂ ਵੀ ਦੁਨੀਆ ਦੇ ਵੱਡੇ ਆਰਟਿਸਟਾਂ ਨਾਲ ਗੱਲ ਕਰੀ ਜਾਂ ਉਹਨਾਂ ਬਾਰੇ ਪੜ੍ਹਿਆ, ਤਾਂ ਹਮੇਸ਼ਾ ਹੀ ਆ, ਤੁਸੀਂ ਲਿਓਨਾਰਡੋ ਦਾ ਵਿੰਚੀ ਦੀਆਂ ਗੱਲਾਂ ਕਰੋ, ਤੁਸੀਂ ਜਿਹੜੇ ਵੱਡੇ ਆਰਟਿਸਟ ਦੀ ਗੱਲ ਕਰੋ, ਉਹਨਾਂ ਦੀਆਂ ਪੇਂਟਿੰਗਾਂ ਹਾਲੇ ਤੱਕ ਡੀਕੋਡ ਹੋ ਰਹੀਆਂ ਨੇ। ਇਹਦਾ ਮਤਲਬ ਉਹਨਾਂ ਦੇ ਵਿੱਚ ਉਹਨਾਂ ਨੇ ਕੁਝ ਖੋਜ ਕਰੀ ਹੋਊਗੀ ਨਾ, ਐਵੇਂ ਤਾਂ ਬੁਰਸ਼ ਨਹੀਂ ਘਮਾਏ ਹੋਣਗੇ। ਬਿਲਕੁਲ ਹੈ ਨਾ। ਤਾਂ ਉਹ ਚੀਜ਼ ਨੇ ਮੈਨੂੰ ਕਹਿ ਲਓ ਕਿ ਮੇਰੇ ਕੋਲ ਇੱਕ ਗੁਰਮੰਤਰ ਆ ਗਿਆ ਕਿ ਤੁਸੀਂ ਕੁਝ ਨਵਾਂ ਦੇਣਾ ਚਾਹੀਦਾ, ਖੋਜ ਵਾਲਾ ਦੇਣਾ ਚਾਹੀਦਾ, ਉਹਦੇ ਨਾਲ ਬਾਕੀਆਂ ਨੂੰ ਕੁਝ ਫਾਇਦਾ ਵੀ ਹੋਣਾ ਚਾਹੀਦਾ। ਜੀ, ਜਿਹੜੀ ਇਹ ਤੁਸੀਂ ਬਾਰ-ਬਾਰ ਗੱਲ ਕਰਦੇ ਹੋ ਖੋਜ ਦੀ, ਹੈਨਾ, ਇਹ ਬਾਹਰ ਦੀ ਖੋਜ 'ਚ ਕਿਤੇ ਪਰਮਜੀਤ ਕੱਟੂ ਦੀ ਆਪਣੀ ਕੋਈ ਅੰਦਰ ਦੀ ਖੋਜ ਪਈ ਹੈ? ਨਹੀਂ, ਮੈਂ ਗੱਲ ਇਹ ਤੋਂ ਸ਼ੁਰੂ ਕਰੀ ਕਿ ਮੈਂ ਬੰਦੇ ਦੀ ਕੰਸਟਰਕਸ਼ਨ ਸਮਝਣਾ ਚਾਹਣਾ, ਬੰਦਾ ਕਿਵੇਂ ਬਣਦਾ। ਤੇ ਮੈਂ ਤੇ ਜਦੋਂ ਬ੍ਰਿਗੇਡੀਅਰ ਸਾਹਿਬ ਦੀ ਹਸਤੀ ਬਾਰੇ ਮੈਂ ਫਿਕਸ਼ਨਲਾਈਜ਼ ਕਰ ਰਿਹਾ ਸੀ ਨਾ, ਤਾਂ ਮੈਨੂੰ ਲੱਗਦਾ ਹੁੰਦਾ ਸੀਗਾ ਕਿ ਜੇ ਮੈਂ ਇੱਥੇ ਹੁੰਦਾ ਤਾਂ ਮੈਂ ਕੀ ਕਰਦਾ ਹੈ ਨਾ। ਤਾਂ ਉਹ ਮੈਨੂੰ ਲੱਗਦਾ ਕਿ ਉਹਨਾਂ ਰਾਹੀਂ ਮੈਂ ਖੁਦ ਨੂੰ ਹੀ ਸਮਝ ਰਿਹਾ ਸੀਗਾ। ਮੈਂ ਅੱਡਾ ਖੱਡਾ ਰਾਹੀਂ ਖੁਦ ਨੂੰ ਸਮਝ ਰਿਹਾ ਸੀ ਕਿ ਮੈਂ ਖੇਡਦਾ ਰਿਹਾ। ਹਾਲਾਂਕਿ ਕੁੜੀਆਂ ਦੀ ਖੇਡ ਆ, ਪਰ ਸਾਡੇ ਖੇਡ ਲੈਂਦੇ ਪੰਜਾਬੀ 'ਚ ਸਾਰੇ ਮੁੰਡਿਆਂ ਨੇ ਲਗਭਗ ਥੋੜੀ ਬਹੁਤਾ ਸਟੈਪ ਖੇਡਿਆ ਹੋਊਗਾ, ਮੈਨੂੰ ਕੀ ਸਿਖਾਇਆ ਹੋਊਗਾ ਹੈਨਾ। ਤਾਂ ਫਿਰ ਜਦੋਂ ਮੈਂ ਪ੍ਰਵਾਸ ਕਰਦਾ ਤਾਂ ਇਹ ਚੀਜ਼ਾਂ ਅਸਲ ਵਿੱਚ ਮੈਨੂੰ ਐਂ ਲੱਗਦਾ ਹੁੰਦਾ ਕਿ ਕਲਾਕਾਰ ਆਪਣੇ ਆਪ ਨੂੰ ਜਾਣਨ ਲਈ ਹੀ ਕਰ ਰਿਹਾ। ਅਸਲ 'ਚ ਮੇਰਾ ਸਵਾਲ ਇੱਥੇ ਹੀ ਸੀਗਾ ਵੀ ਅਸਲ 'ਚ ਜਿਹੜੀ ਸਾਰੀ ਕਲਾ ਹੈਗੀ ਆ, ਅਸੀਂ ਬਾਹਰ ਭਟਕਦੇ ਹਾਂ, ਲੇਕਿਨ ਕਿਤੇ ਨਾ ਕਿਤੇ ਸੈਲਫ ਡਿਸਕਵਰੀ ਦੀ, ਆਪਣੀ ਲੱਭਤ, ਆਪਣੀ ਖੋਜ ਤੇ ਫੋਕਸ ਹੁੰਦੀ ਆ।
ਇੱਕ ਕਲਾਕਾਰ ਜਦੋਂ ਕੋਈ ਸਿਰਜਣਾ ਬਣਾ ਰਿਹਾ ਹੁੰਦਾ, ਸ਼ਾਇਦ ਤੁਸੀਂ ਸਹਿਮਤ ਹੋ ਇਸ ਗੱਲ ਨਾਲ, ਕਿ ਉਹ ਅਸਲ 'ਚ ਆਪਣੇ ਆਪ ਨੂੰ ਵੀ ਪੁਨਰ ਸਿਰਜਿਤ ਜਾਂ ਸਿਰਜਿਤ ਕਰ ਰਿਹਾ ਹੁੰਦਾ, ਬਿਲਕੁਲ ਆਪਣੀ ਘਾੜਤ ਘੜ ਰਿਹਾ, ਹਾਂ ਆਪਣੀ ਘਾੜਤ ਘੜ ਰਿਹਾ ਹੁੰਦਾ। ਸੋ ਇੱਕ ਪ੍ਰਵਾਸ ਦੀ ਵੀ ਗੱਲ ਹੋਈ ਆ, ਔਰ ਇਹ ਇੱਕ ਕਹਿ ਲਓ ਵੀ ਦੌਰ ਹੀ ਬਣ ਗਿਆ, ਜਾਂ ਕਹਿ ਲਓ ਪੰਜਾਬ ਦੀ ਪੀੜ੍ਹੀ ਜਿਹੜੀ ਲਗਭਗ ਸਾਡੇ ਤੋਂ ਨੇੜੇ ਤੇੜੇ ਜੀ ਸ਼ੁਰੂ, ਉਹ ਤਾਂ ਸਰਾਪੀ ਗਈ ਇੱਕਦਮ ਉੱਧਰ ਜਾਣ ਲਈ। ਕਦੇ ਤੁਹਾਡਾ ਨਹੀਂ ਮਨ ਕੀਤਾ ਪ੍ਰਵਾਸ ਲਈ? ਨਹੀਂ, ਮੈਨੂੰ ਜਦੋਂ ਨੈਸ਼ਨਲ ਅਵਾਰਡ ਮਿਲਿਆ ਨਾ, ਤਾਂ ਮੇਰਾ ਸਭ ਤੋਂ ਪਹਿਲਾਂ ਜੀ ਕਰਿਆ ਮੈਂ ਪਿੰਡ ਜਾਵਾਂ। ਤਾਂ ਮੈਨੂੰ ਲੱਗਦਾ ਵੀ ਪਹਿਲੀ ਵਾਰ 4-5 ਦਿਨ ਇਕੱਠਾ ਪਿੰਡ ਰਹਿ ਕੇ ਆਇਆਗਾ, ਤਾਂ ਮੈਨੂੰ ਪਿੰਡ ਹਮੇਸ਼ਾ ਖਿੱਚਦਾ ਰਹਿੰਦਾ। ਪਰਿਵਾਰ ਤੇ ਪਿੰਡ ਮੈਨੂੰ ਲੱਗਦਾ ਹੁੰਦਾ ਕਿ ਬੰਦੇ ਦੀਆਂ ਜੜ੍ਹਾਂ ਅਸਲ ਉਹੀ ਹੁੰਦੀਆਂ। ਪਰ ਆਲੇ ਦੁਆਲੇ ਤੋਂ ਵੀ ਕੋਈ ਪ੍ਰੈਸ਼ਰ ਹੁੰਦਾ, ਬੰਦਾ ਕਹਿੰਦਾ ਚੱਲ ਯਾਰ ਸਾਰੇ ਜਾ ਰਹੇ ਨੇ, ਇੱਥੇ ਕੀ ਆ, ਫਿਲਮਾਂ ਬਣਾਈ ਜਾਏਗਾ। ਮੈਨੂੰ ਲੱਗਦਾ ਕਿ ਮੈਂ ਦੁਨੀਆ ਘੁੰਮਣਾ ਚਾਹਣਾ। ਸਗਲੀ ਧਰਤੀ ਮਤਲਬ ਪਰਮਾਤਮਾ ਦੀ ਧਰਤੀ ਆ, ਸਾਡੀ ਆਪਣੀ ਧਰਤੀ ਆ। ਬਹੁਤ ਸ਼ੌਕ ਆ ਮੈਨੂੰ ਘੁੰਮਣ ਦਾ। ਔਰ ਮੈਨੂੰ ਕਦੇ ਕਦੇ ਜਦੋਂ ਤੁਸੀਂ ਪਹਿਲਾਂ ਸੋਚਿਆ ਨਾ ਕਿ ਮੈਨੂੰ ਇਹੀ ਲੱਗਿਆ ਕਿ ਸਾਹਿਤ ਦੀ ਇੱਕ ਸੀਮਾ ਆ, ਖਾਸ ਕਰਕੇ ਜਦੋਂ ਅਸੀਂ ਪੰਜਾਬੀ ਸਾਹਿਤ ਕਹਾਂਗੇ, ਤਾਂ ਉਸ ਕਰਕੇ ਮੈਨੂੰ ਲੱਗਿਆ ਕਿ ਮੈਂ ਵਿਜ਼ੂਅਲ ਮਾਧਿਅਮ ਰਾਹੀਂ ਸ਼ਾਇਦ ਦੁਨੀਆ ਵੀ ਘੁੰਮ ਲਾਂ। ਕਿਤੇ ਮੇਰੇ ਵਿਚੇਤ ਹੁੰਦਾ ਹੈ ਖਿਆਲ ਤੁਹਾਡੇ ਨਾਲ ਗੱਲਾਂ ਕਰਦੇ, ਜਿਵੇਂ ਤੁਸੀਂ ਕਹਿੰਦੇ ਖੁਦ ਨੂੰ ਸਮਝਦਾ ਮੈਂ ਤੁਹਾਡੇ ਨਾਲ ਗੱਲ, ਤਾਂ ਮੈਂ ਘੁੰਮਣਾ ਚਾਹਣਾ ਦੁਨੀਆ, ਪਰ ਇਸ ਲਈ ਨਹੀਂ ਆ ਕਿ PR ਲੈ ਕੇ ਕਿਤੇ ਸੈਟਲ ਹੋਣਾ। ਇੱਥੇ ਹੀ ਰਹਿਣਾ ਚਾਹੁੰਦਾ, ਐਸੀ ਮਿੱਟੀ ਦੀ ਖੁਸ਼ਬੂ 'ਚ। ਹਾਂ, ਇਹਦੇ ਰਾਹੀਂ ਦੁਨੀਆ ਨੂੰ ਘੁੰਮਿਆ ਜਾਵੇ ਤਾਂ ਇਹ ਮੇਰੇ ਲਈ ਵੱਡੀ ਗੱਲ। ਮਤਲਬ ਇਹ ਬੇਸਿਕ ਜਿਹੜਾ ਫਰੇਮ ਤੁਹਾਡਾ ਆਹੀ ਰਹੂਗਾ, ਤੇ ਉਹਦੇ 'ਚ ਫਰੇਮ ਕਿੰਨਾ ਵੀ ਐਕਸਪੈਂਡ ਹੁੰਦਾ ਰਹੇ, ਉਹ 'ਚ ਕੋਈ ਜੰਪ ਕੱਟ ਲੱਗਦਾ ਰਹੇ, ਉਹਦੇ 'ਚ ਕੋਈ ਟ੍ਰਾਂਜੀਸ਼ਨਸ ਚੱਲਦੀਆਂ ਰਹਿਣ, ਲੇਕਿਨ ਘੁੰਮ ਫਿਰ ਕੇ ਵਾਪਸ ਇੱਥੇ ਹੀ ਆਉਣਾ ਆ। ਸੋ ਇਹ ਵੀ ਇੱਕ ਇੰਪੋਰਟੈਂਟ ਚੀਜ਼ ਆ ਕਿ ਜਦੋਂ ਸਾਰੀ ਦੁਨੀਆ ਇੱਥੋਂ ਭੱਜ ਜਾਣਾ ਚਾਹੁੰਦੀ ਆ, ਪਾਤਰ ਸਾਹਿਬ ਦੀ ਕਵਿਤਾ ਵੀ ਹੈ ਇਹਦੇ ਬਾਰੇ, ਤੇ ਪਰ ਔਰ ਸ਼ਿਵ ਕੁਮਾਰ ਬਟਾਲਵੀ ਨੇ ਵੀ ਆਪਣੇ ਇੰਟਰਵਿਊ 'ਚ ਕਿਹਾ ਸੀਗਾ ਵੀ ਕ੍ਰੀਏਟਿਵ ਲੋਕ ਭੱਜ ਜਾਣਾ ਚਾਹੁੰਦੇ ਆ ਇੱਥੋਂ। ਪਰ ਇਹ ਵੱਡੀ ਗੱਲ ਆ ਜਦੋਂ ਖਾਸ ਕਰਕੇ ਮੈਨੂੰ ਪਤਾ ਨਹੀਂ ਇੱਥੇ ਜ਼ਿਕਰ ਕਰਨਾ ਚਾਹੀਦਾ ਕਿ ਨਹੀਂ, ਜਦੋਂ ਸਿੱਧੂ ਮੂਸੇਵਾਲੇ ਦੀ ਮਰਡਰ ਤੋਂ ਬਾਅਦ ਵੀ ਇਹ ਡਿਬੇਟ ਇੱਕ ਖੜੀ ਹੋਈ ਆ ਵੀ ਉਹ ਇਸ ਲਈ ਇੰਪੋਰਟੈਂਟ ਹੋ ਗਿਆ ਕਿ ਉਹ ਆਪਣੀ ਜੜ ਨਾਲ ਜੁੜ ਕੇ ਰਹਿਣਾ ਚਾਹੁੰਦਾ ਸੀ, ਜੁੜ ਕੇ ਰਹਿਣਾ। ਸੋ ਇਹ ਵੀ ਇੱਕ ਚੰਗੀ ਗੱਲ ਹੈਗੀ ਆ ਕਿ ਸਾਡੇ ਹਜੇ ਵੀ ਨੌਜਵਾਨ ਇਸ ਤਰ੍ਹਾਂ ਸੋਚ ਰਹੇ ਨੇ ਵੀ ਅਸੀਂ ਇੱਥੇ ਰਹਿਣਾ ਹੈਗਾ ਆ। ਸੋ ਇੱਥੇ ਰਹਿੰਦੇ ਹੋਏ, ਫਿਲਮਾਂ ਬਣਾਉਂਦੇ ਹੋਏ, ਕੀ ਅੱਗੇ ਦਾ ਜਿਹੜਾ ਤੁਹਾਡਾ ਵਿਜ਼ਨ ਹੈਗਾ, ਕੀ ਸੋਚਿਆ ਹੈਗਾ, ਕਿੱਧਰ ਨੂੰ ਜਾਣਾ ਹੈ, ਕੀ ਕਰਨਾ ਹੈ? ਪਹਿਲਾਂ ਮੈਂ ਇੱਥੇ ਰਹਿਣ ਬਾਰੇ ਇੱਕ ਗੱਲ ਹੋਰ ਕਰਦਾ ਹਾਂ ਕਿ ਇਸ ਵੇਲੇ ਇਹ ਫਿਜ਼ੀਕਲ ਸਪੇਸ ਹੈ। ਫਿਜ਼ੀਕਲ ਸਪੇਸ ਦੀ ਬਹੁਤੀ ਪ੍ਰੋਬਲਮ ਨਹੀਂ ਰਹਿਣੀ, ਤੁਸੀਂ ਕਿਤੇ ਵੀ ਰਹਿ ਕੇ ਕਿਤੇ ਵੀ ਕੰਮ ਕਰ ਸਕਦੇ। ਜਿਵੇਂ ਇੱਕ ਗੱਲ ਮੈਂ ਭੁੱਲ ਗਿਆ ਕਿ ਪਿਛਲੇ ਦਿਨੀ ਮੈਂ ਲਾਕਡਾਊਨ 'ਚ ਇੱਕ ਅਰਜਨਟੀਨਾ ਦੀ ਕੁੜੀ ਨਾਲ ਫਿਲਮ ਵੀ ਕੀਤੀ। ਓਕੇ, ਆਨਲਾਈਨ ਉਹਨੂੰ ਮੈਂ ਆਨਲਾਈਨ ਡਾਇਰੈਕਸ਼ਨ ਦਿੱਤੀ। ਉਹ ਫਿਲਮ ਦਾ ਨਾਮ ਵੀ ਲਲੂਵਾ ਆ। ਲਲੂਵਾ ਇਹ ਮੰਨਿਆ ਜਾਂਦਾ ਕਿ ਕਿਸੇ ਕੁੱਖ 'ਚੋਂ ਪੈਦਾ ਹੋਇਆ ਪਹਿਲਾ ਬੱਚਾ ਸੀ, ਪਹਿਲੀ ਬੇਟੀ ਸੀ ਕੁੱਖ। ਅਦਰਵਾਈਜ਼ ਆਦਮ ਤੇ ਈਵ ਅਸੀਂ ਮੰਨਦੇ ਹਾਂ ਕਿ ਉਹ ਤਾਂ ਉੱਥੋਂ ਆਏ, ਸੁਰਗਾਂ 'ਚੋਂ ਆਏ, ਪਰ ਉਹਨਾਂ ਦੇ ਪੇਟ 'ਚੋਂ ਪੈਦਾ ਹੋਇਆ ਪਹਿਲਾ ਬੱਚਾ ਲਲੂਵਾ ਸੀ। ਤੇ ਮੈਂ ਲਲੂਵਾ ਦੇ ਨਾਂ ਤੇ ਇੱਕ ਫਿਲਮ ਉਹ ਬਣ ਰਹੀ ਹੈ। ਤਾਂ ਇਸ ਲਈ ਕਿਉਂਕਿ ਇੰਟਰਨੈਟ ਤੇ ਵਰਚੁਅਲ ਸਪੇਸ ਨੇ ਤੁਹਾਡੇ ਲਈ ਜਿਹੜੀਆਂ ਚੀਜ਼ਾਂ ਵਧਾ ਦਿੱਤੀਆਂ ਨੇ, ਤਾਂ ਤੁਸੀਂ ਇੱਥੇ ਰਹਿ ਕੇ ਵੀ ਕੰਮ ਕਰ ਸਕਦੇ ਹੋ, ਇਹਦੇ ਨਾਲ ਕੋਈ ਸਮੱਸਿਆ ਨਹੀਂ ਹੈ। ਅਗਲੀਆਂ ਗੱਲਾਂ ਇਹ ਨੇ ਕਿ ਹਮੇਸ਼ਾ ਜਿਵੇਂ ਕਿਹਾ ਮੈਂ ਵਾਰ-ਵਾਰ ਇੱਕ ਗੱਲ, ਤੇ ਉਹ ਮੈਂ ਰਿਸਰਚ ਵਾਲੀ ਗੱਲ ਇਸ ਕਰਕੇ ਕਰਨਾ ਚਾਹੁੰਦਾ ਕਿ ਅਸੀਂ ਕਲਾ ਦਾ ਕੋਈ ਵੀ ਖੇਤਰ ਹੋਵੇ, ਇਹ ਗੱਲ ਰਜਿਸਟਰ ਹੋ ਜੇ ਕੋਈ ਸ਼ਾਇਦ ਜਿਹੜੇ ਕਲਾ ਨਾਲ ਜੁੜੇ ਹੋਏ ਲੋਕਾਂ ਨੂੰ ਇਹ ਪਸੰਦ ਵੀ ਆਵੇ ਕਿ ਖੋਜ ਉਹ ਕਰਦੇ ਰਹਿਣ, ਹੈ ਨਾ। ਤਾਂ ਆਉਣ ਵਾਲੇ ਸਬਜੈਕਟ ਵੀ ਅਸੀਂ ਉਸ ਤਰ੍ਹਾਂ ਦੇ ਕਰ ਰਹੇ ਹਾਂ ਕਿ ਹੁਣ ਇਸ ਤੋਂ ਇਹ ਸਟੈਪ ਹੁੰਦੇ ਆ। ਸ਼ਾਰਟ ਫਿਲਮ ਸੀ, ਇਹ ਫੀਚਰ ਲੈਂਥ ਸੀ, ਹੁਣ ਉਹ ਫੀਚਰ ਫਿਲਮ ਵੱਲ ਜਰਨੀ ਆ ਨਾ, ਕਿ ਆਉਣ ਵਾਲੇ ਸਮੇਂ 'ਚ ਫੀਚਰ ਫਿਲਮਾਂ ਦੇ ਪਲਾਨ ਨੇ, ਤੇ ਉਹ ਵੀ ਪਰ ਇਸੇ ਤਰ੍ਹਾਂ ਖੋਜ 'ਤੇ ਆਧਾਰਿਤ ਹੋਣਗੇ। ਪਹਿਲੀ ਫਿਲਮ 'ਤੇ ਹੀ ਅਸੀਂ ਨੈਸ਼ਨਲ ਅਵਾਰਡ ਦਾ ਮਿਸ਼ਨ ਲੈ ਕੇ ਚੱਲੇ ਸੀ, ਤੇ ਉਹ 'ਚ ਕਾਮਯਾਬ ਕੀਤੇ ਆ ਰੱਬ ਨੇ। ਤਾਂ ਅਗਲੀਆਂ ਫਿਲਮਾਂ 'ਤੇ ਇਸ ਤੋਂ ਅਗਲੇ ਜਿਹੜੇ ਆ ਅਵਾਰਡ ਤੇ ਸਨਮਾਨ ਟਾਰਗੇਟ 'ਤੇ ਵੀ ਰਹਿਣਗੇ, ਤੇ ਆਪਣੀ ਗੱਲ ਵੀ ਕਹਾਂਗੇ। ਤੇ ਪਰ ਉਹ ਪੰਜਾਬ ਨਾਲ ਜੁੜੇ ਹੋਏ, ਪੰਜਾਬ ਦੀ ਧਰਤੀ ਨਾਲ ਬੰਦੇ ਦੇ ਹੋਣ ਦੀ ਜਿਹੜੀ ਇੱਕ ਕਹਿ ਲਓ ਕਿ ਗੁੰਝਲ ਆ, ਉਹਦੇ ਨਾਲ ਜੁੜੇ ਹੋਣਗੇ। ਤੋ ਉਸ ਤੋਂ ਪਹਿਲਾਂ ਕਿ ਆਪਾਂ ਡਿਟੇਲ ਚਰਚਾ 'ਚ ਜਾਈਏ, ਫਿਲਮ ਹੈ ਕੀ ਆ, ਕਾਹਦੇ ਬਾਰੇ ਆ, ਥੋੜ੍ਹਾ ਜਿਹਾ ਉਹ ਦੱਸੋ ਜੀ। ਅਸਲ ਵਿੱਚ ਇਹ ਫਿਲਮ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਜਿਹੜੀਆਂ ਫੌਜ ਨਾਲ ਸੰਬੰਧਿਤ ਉਹਨਾਂ ਦੇ ਜੀਵਨ ਦੇ ਪਹਿਲੂ ਨੇ, ਉਹਨਾਂ ਬਾਰੇ ਆ। ਦੋ ਵੱਡੀਆਂ ਗੱਲਾਂ ਨੇ ਕਿ ਉਹ ਸੈਕੰਡ ਵਰਲਡ ਵਾਰ ਦੇ ਵਿੱਚ ਸਿੰਗਾਪੁਰ ਦੇ ਫਰੰਟ 'ਤੇ ਲੜਨ ਗਏ, ਉੱਥੇ ਉਹ ਪ੍ਰਿਜ਼ਨਰ ਆਫ ਵਾਰ, ਜੰਗੀ ਕੈਦੀ ਵਜੋਂ ਫੜੇ ਜਾਂਦੇ ਆ।
80,000 ਲੋਕ ਫੜੇ ਗਏ ਸੀ, ਜਾਪਾਨ ਨੇ ਫੜ ਲਏ ਸੀ। ਤੇ ਉੱਥੋਂ ਉਹ 3 ਲੋਕ GS ਪ੍ਰਭ, ਬਲਵੀਰ ਸਿੰਘ ਜੀ ਤੇ ਕੈਪਟਨ ਪ੍ਰੀਤਮ, ਉਦੋਂ ਕੈਪਟਨ ਸੀ, ਇਹ 3 ਲੋਕ ਉੱਥੋਂ ਨਿਕਲਣ 'ਚ ਕਾਮਯਾਬ ਹੁੰਦੇ ਆ। 6 ਮਹੀਨਿਆਂ ਦਾ ਸਫ਼ਰ ਆ, 3000 ਮੀਲ ਆ, ਇਹ ਭਾਰਤ ਪਹੁੰਚਦੇ ਆ। ਤੇ ਉਸ ਵੇਲੇ ਦਾ ਸਭ ਤੋਂ ਹਾਈਐਸਟ ਜਿਹੜਾ ਸੈਕਿੰਡ ਹਾਈਐਸਟ ਮੈਡਲ ਸੀ, ਮਿਲਟਰੀ ਕ੍ਰਾਸ ਮੈਡਲ ਦਿੱਤਾ ਬ੍ਰਿਟਿਸ਼ ਇੰਡੀਅਨ ਆਰਮੀ ਨੇ। ਦੂਜਾ ਫੇਜ਼ ਆ ਉਹਨਾਂ ਦਾ ਪੁੰਛ ਦਾ। ਤੇ 1947 'ਚ ਜਦੋਂ ਇਹ ਸਾਰੀ ਬਟਵਾਰੇ ਦੀ ਘਟਨਾ ਵਾਪਰਦੀ ਆ ਤਾਂ ਉਹਨਾਂ ਨੂੰ ਪੁੰਛ ਨੂੰ ਬਚਾਉਣ ਦੀ ਜ਼ਿੰਮੇਵਾਰੀ ਦਿੱਤੀ, ਜਿਹੜੀ ਬਾਖੂਬੀ ਨਿਭਾਈ। ਲਗਭਗ 50,000 ਲੋਕ ਬਚਾਏ, 1.5 ਸਾਲ ਦਾ ਆਪਰੇਸ਼ਨ ਚੱਲਿਆ। ਪਰ ਅੰਤ ਕੁਝ ਜਿਹੜੀਆਂ ਗਲਤ ਉਹਨਾਂ 'ਤੇ ਇਲਜ਼ਾਮ ਲਾ ਕੇ ਉਹਨਾਂ ਦਾ ਕੋਰਟ ਮਾਰਸ਼ਲ ਕਰਤਾ। ਤਾਂ ਇਹ ਇੱਕ ਉਹਨਾਂ ਦੀ ਕਹਾਣੀ ਦਾ ਜਿਹੜਾ ਮੁੱਖ ਨੁਕਤੇ ਨੇ ਜਿਹਨੂੰ ਅਸੀਂ ਇਹਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ। ਕੀ ਪਹਿਲਾ ਰਿਐਕਸ਼ਨ ਕੀ ਆ ਜਦੋਂ ਇਹ ਇਸ ਤਰ੍ਹਾਂ ਦੀ ਰੈਕੋਗਨੀਸ਼ਨ ਮਿਲਦੀ ਆ? ਦੇਖੋ, ਸਾਨੂੰ ਇਉਂ ਲੱਗਦਾ ਸੀਗਾ, ਅਸੀਂ ਪਹਿਲਾ ਅਵਾਰਡ ਨਾ ਜਦੋਂ ਫਿਲਮ ਬਣੀ ਜਨਵਰੀ 2021 ਦੇ ਵਿੱਚ, ਅਸੀਂ ਲਾਸ ਐਂਜਲਸ ਫਿਲਮ ਅਵਾਰਡ ਲਈ ਫਿਲਮ ਭੇਜੀ। ਤੇ ਸਾਨੂੰ ਲੱਗਦਾ ਸੀਗਾ ਕਿ ਕੀ ਸਾਡੀ ਗੱਲ ਅੰਤਰਰਾਸ਼ਟਰੀ ਪੱਧਰ ਤੇ ਕਹਿਣ ਜੋਗੇ ਹੋਏ ਅਸੀਂ। ਤਾਂ ਉਦੋਂ ਸਾਨੂੰ ਬੜੀ ਖੁਸ਼ੀ ਤੇ ਹੈਰਾਨੀ ਹੋਈ ਕਿ ਅਸੀਂ ਉਸ ਫੈਸਟੀਵਲ ਦੇ ਵਿਨਰ ਨਿਕਲੇ, ਆਨਰੇਰੀ ਮੈਂਸ਼ਨ ਮਿਲਿਆ। ਤਾਂ ਜਦੋਂ ਸਾਨੂੰ ਲੱਗਿਆ ਕਿ ਲਾਸ ਐਂਜਲਸ ਫਿਲਮ ਅਵਾਰਡ ਵਰਗਾ ਜਿਹਦੀ ਜਿਊਰੀ 'ਚ ਆਸਕਰ ਨੋਮੀਨੀਜ਼ ਹੋਣ, ਤੇ ਜੇ ਉੱਥੇ ਅਸੀਂ ਗੱਲ ਕਹਿਣ ਦੇ ਸਮਰੱਥ ਹੋਏ ਆ ਤਾਂ ਸਾਡਾ ਉਸ ਵੇਲੇ ਕਹਿ ਲਓ ਕਿ ਇੱਕ ਵਿਸ਼ਵਾਸ ਬਣ ਗਿਆ ਸੀ। ਮਿਹਨਤ ਆਪਣੀ ਥਾਂ ਹੁੰਦੀ ਆ, ਟੀਮ ਦੀ ਮਿਹਨਤ ਸੀ, ਵਿਸ਼ਵਾਸ ਤੇ ਕਰਦੇ ਕਰਦੇ ਵੀ ਪੈਦਾ ਹੋ ਜਾਂਦਾ। ਪਰ ਉਸ ਵੇਲੇ ਸਾਡੀ ਪਹਿਲਾ ਸਟੈਪ ਹੀ ਸਾਡਾ ਸਫਲ ਹੋਇਆ ਫੈਸਟੀਵਲਾਂ ਦੇ ਰੂਪ 'ਚ। ਫਿਰ ਲਗਾਤਾਰ ਅਸੀਂ 15 ਤੋਂ ਜ਼ਿਆਦਾ ਅਵਾਰਡ ਜਿੱਤੇ, 12ਵਾਂ ਦਾਦਾ ਸਾਹਿਬ ਫਾਲਕੇ ਫਿਲਮ ਫੈਸਟੀਵਲ ਵੀ ਜਿੱਤੇ। ਤਾਂ ਉੱਥੇ ਜਾ ਕੇ ਸਾਨੂੰ ਪੂਰੀ ਤਰ੍ਹਾਂ ਨਿਸ਼ਚਿਤ ਹੋ ਗਿਆ ਸੀ ਕਿ ਅਸੀਂ ਕਿਸੇ ਨਾ ਕਿਸੇ ਕੈਟੇਗਰੀ ਦੇ ਵਿੱਚ ਨੈਸ਼ਨਲ ਅਵਾਰਡ ਪਾ ਸਕਾਂਗੇ। ਇਸ ਲਈ ਅਸੀਂ ਰਿਲੀਜ਼ਿੰਗ ਥੋੜ੍ਹੀ ਜਿਹੀ ਡਿਲੇ ਕਰ ਰਹੇ ਸੀ ਤੇ ਕਿ ਫਿਲਮ ਉਦੋਂ ਹੀ ਰਿਲੀਜ਼ ਕਰੀਏ ਜਦੋਂ ਨੈਸ਼ਨਲ ਅਵਾਰਡ ਦਾ ਰਿਜ਼ਲਟ ਆਵੇ, ਤੇ ਜਿਹਦੇ ਬਾਰੇ ਸਾਨੂੰ ਖਾਸਾ ਭਰੋਸਾ ਸੀਗਾ ਤੇ ਉਹ ਭਰੋਸਾ ਸਾਡਾ ਕਾਮਯਾਬ ਵੀ ਹੋਇਆ। ਇੱਕ ਅਵਾਰਡਸ ਦੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਕੌਨਫੀਡੈਂਸ ਜਿਹੜਾ ਹੈਗਾ ਉਹ ਵਧਾ ਦਿੰਦੇ ਆ। ਜੀ। ਸੋ ਜੇ ਇਸ ਫਿਲਮ ਦੀ ਜਰਨੀ ਦੀ ਸ਼ੁਰੂਆਤ ਕਰੀਏ, ਉਹ ਪਹਿਲਾ ਮੂਮੈਂਟ ਜਾਂ ਉਹ ਕਿਹੜਾ ਸੀ ਪਲ ਵੀ ਜਦੋਂ ਲੱਗਿਆ ਵੀ ਨਹੀਂ ਇਹ ਫਿਲਮ ਬਣਾਉਣੀ ਚਾਹੀਦੀ ਆ? ਦੇਖੋ, ਜਦੋਂ ਇਸ ਤੋਂ ਪਹਿਲਾਂ ਮੈਂ 2012 ਤੋਂ ਫਿਲਮ ਮੇਕਿੰਗ ਨਾਲ ਜੁੜਿਆ, ਬਟ 18 ਦੇ ਵਿੱਚ ਨਾ ਜਦੋਂ ਸਟੇਜ ਸਟਾਰ ਬਣਾਈ ਤੇ ਉਹ ਫਿਲਮ ਅਸੀਂ ਦਿਖਾਈ ਸੰਗਰੂਰ ਲਿਟਰੇਚਰ ਫੈਸਟੀਵਲ ਦੇ ਵਿੱਚ, ਜਿਹਨੇ ਸਰਦਾਰ ਕਰਮਵੀਰ ਸਿੰਘ ਸੀਵੀਆ 2014-15 ਤੋਂ ਕਰਾਉਂਦੇ ਆ ਰਹੇ ਸੀ। ਤਾਂ ਉਸ ਵੇਲੇ ਉਹਨਾਂ ਨੇ ਫਿਲਮ ਦੇਖ ਕੇ ਕਿਹਾ ਕਿ ਤੁਸੀਂ ਵੱਖਰੀ ਕਿਸਮ ਦੀ ਫਿਲਮ ਬਣਾਈ, ਅੱਛੀ ਲੱਗੀ, ਅਮੂਕ ਫਿਲਮ ਆ। ਤਾਂ ਇੱਕ ਸਾਡੇ ਕੋਲ ਸਬਜੈਕਟ ਆ, ਕਾਫੀ ਚਿਰ ਤੋਂ ਸੋਚਿਆ ਹੋਇਆ ਸੀ ਉਹਨਾਂ ਨੇ ਕਿ ਕਦੇ ਇਹਦੇ ਉੱਤੇ ਫਿਲਮ ਬਣਾਵਾਂਗੇ। ਉਹਨਾਂ ਦੇ ਪਿਤਾ ਜੀ ਦੇ ਦੋਸਤ ਸੀ ਬ੍ਰਿਗੇਡੀਅਰ ਪ੍ਰੀਤਮ ਸਿੰਘ। ਜਦੋਂ ਉਹਨਾਂ ਨੇ ਕਿਹਾ ਕਿ ਮੈਂ ਆਖਿਆ ਵੀ ਠੀਕ ਹੈ, ਇੱਕ ਵਾਰ ਤੁਸੀਂ ਉਹਦੇ ਬਾਰੇ ਥੋੜ੍ਹਾ ਭੇਜੋ ਮਟੀਰੀਅਲ ਵੀ, ਸਬਜੈਕਟ ਕੀ ਹੈ। ਤਾਂ ਉਹਨਾਂ ਨੇ ਮੈਨੂੰ ਕੁਝ ਆਰਟੀਕਲ ਭੇਜੇ ਤੇ ਲੱਗਿਆ ਕਿ ਹਾਂ ਇਸ ਵਿਸ਼ੇ ਬਾਰੇ ਕੁਝ ਹੋਣਾ ਚਾਹੀਦਾ। ਫਿਰ ਹੌਲੀ ਹੌਲੀ ਰਿਸਰਚ ਕੀਤੀ ਤੇ ਫਿਰ ਜਦੋਂ ਲੱਗਿਆ ਕਿ ਉਹਨਾਂ ਦੀਆਂ ਜ਼ਿੰਦਗੀ ਦੀਆਂ ਐਡੀਆਂ ਵੱਡੀਆਂ ਘਾਲਣਾਵਾਂ ਨੇ, ਫਿਰ ਉਸ ਵੇਲੇ ਕਿਹਾ ਕਿ ਇੱਕ ਡਾਇਰੈਕਟਰ ਕਾਲ ਹੁੰਦੀ ਹੈ ਕਿ ਤੁਸੀਂ ਜਿਸ ਜਰਨੀ ਦੇ ਵਿੱਚ ਇਹ ਸਟੈਪ ਬਹੁਤ ਇੰਪੋਰਟੈਂਟ ਸੀਗਾ। ਤਾਂ ਫਿਰ ਉਸ ਵੇਲੇ ਮੈਂ ਫੈਸਲਾ ਕੀਤਾ ਕਿ ਹਾਂ ਇਸ ਤੇ ਹਰ ਹਾਲਤ ਦੇ ਵਿੱਚ ਅਸੀਂ ਫਿਲਮ ਬਣਾਵਾਂਗੇ। ਪਰ ਉਹ ਜੇ ਗੱਲ ਕਰੀਏ ਇੱਕ ਨੈਸ਼ਨਲਿਜ਼ਮ ਵਾਲਾ ਵੀ ਮਾਹੌਲ ਸੀਗਾ ਜੀ ਦੇਸ਼ ਦੇ ਵਿੱਚ, ਤੇ ਮੁੱਦਾ ਵੀ ਥੋੜਾ ਜਿਹਾ ਕੰਟਰੋਵਰਸ਼ੀਅਲ ਹੈ ਜੀ। ਦੇਖੋ, ਮਾਹੌਲ ਤੇ ਇਸ ਵੇਲੇ ਵੀ ਉਹ ਵੱਧਦਾ ਹੀ ਤੁਰਿਆ ਗਿਆ ਨਾ, ਪਰ ਅਸੀਂ ਉਸ ਵੇਲੇ ਸੋਚ ਕੇ ਨਹੀਂ ਕੁਛ ਇਸ ਫੈਸਲੇ ਨੂੰ ਵਿਸ਼ੇ ਨੂੰ ਹੱਥ ਪਾਇਆ। ਮਤਲਬ ਤੁਹਾਨੂੰ ਪਤਾ ਕਿ ਮੇਰੀ ਬੈਕਗ੍ਰਾਉਂਡ ਵੀ ਰਿਸਰਚ ਦੀ ਬੈਕਗ੍ਰਾਉਂਡ ਕਰਕੇ ਮੈਨੂੰ ਹਮੇਸ਼ਾ ਰਿਸਰਚ ਓਰੀਐਂਟਡ ਜਿਹੜੇ ਵਿਸ਼ੇ ਆ ਨਾ ਉਹ ਖਿੱਚ ਪਾਉਂਦੇ ਰਹਿੰਦੇ ਆ ਕਿ ਤੁਸੀਂ ਨਵਾਂ ਕੀ ਦੇ ਰਹੇ ਹੋ। ਫਿਕਸ਼ਨ ਦੀ ਆਪਣੀ ਇੱਕ ਕਹਿ ਲਓ ਖਾਸੀਅਤ ਹੁੰਦੀ ਆ, ਪਰ ਮੈਨੂੰ ਰਿਸਰਚ ਵਾਲੇ ਵਿਸ਼ੇ ਜ਼ਿਆਦਾ ਖਿੱਚ ਪਾਉਂਦੇ ਆ ਤੇ ਇਸ ਲਈ ਇਸ ਵਿਸ਼ੇ ਲਈ ਮੈਨੂੰ ਜ਼ਿਆਦਾ ਮਤਲਬ ਲੱਗਿਆ ਕਿ ਕਰਨਾ ਹੀ ਚਾਹੀਦਾ। ਨਹੀਂ, ਮੇਰਾ ਅਸਲ 'ਚ ਸਵਾਲ ਇਹ ਸੀ ਵੀ ਕੋਈ ਡਰ ਵੀ ਸੀ ਜਾਂ ਨਹੀਂ। ਉਹ ਦੇਖੋ ਕਿ ਅਸੀਂ ਇਹ ਫਿਲਮ ਦੇ ਸ਼ੁਰੂ ਦੇ ਵਿੱਚ ਨਾ ਮੈਂ ਇੱਕ ਅਰਨੈਸਟ ਹੈਮਿੰਗਵੇ ਦੀ ਕੋਟ ਦਿੱਤੀ ਹੈ। ਅੱਛਾ। ਕਿ ਮੈਨ ਕੈਨ ਬੀ ਡਿਸਟਰੋਇਡ ਬਟ ਨਾਟ ਡਿਫੀਟਡ। ਬੰਦੇ ਨੂੰ ਹਰਾਇਆ, ਤਬਾਹ ਤਾਂ ਕੀਤਾ ਜਾ ਸਕਦਾ, ਹਰਾਇਆ ਨਹੀਂ ਜਾ ਸਕਦਾ। ਤਾਂ ਮੈਨੂੰ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਹਸਤੀ ਦੇ ਵਿੱਚ ਇਹ ਗੱਲ ਲੱਗਦੀ ਸੀ। ਤੇ ਉਸ ਤੋਂ ਬਾਅਦ ਫਿਲਮ ਦਾ ਅੰਤ ਗੁਰੂ ਨਾਨਕ ਪਾਤਸ਼ਾਹ ਦੀ ਤੁਕ ਨਾਲ ਕੀਤਾ ਕਿ ਕੂੜ ਨਖੁੱਟਾ ਨਾਨਕਾ ਊੜਕ ਸੱਚ ਰਹੀ। ਕਿਤੇ ਨਾ ਕਿਤੇ ਇਹ ਵਿਸ਼ਵ ਸਾਹਿਤ ਤੋਂ ਲੈ ਕੇ ਸਾਡੇ ਆਪਣੇ ਮਹਾਨ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਦਾ ਅਸਰ ਸੀਗਾ। ਇਸ ਕਰਕੇ ਨੈਸ਼ਨਲਿਜ਼ਮ ਜਾਂ ਕੰਟਰੋਵਰਸੀ ਇਹ ਮੈਨੂੰ ਲੱਗਦਾ ਕਿ ਇਹਨਾਂ ਦੋ ਕਿਨਾਰਿਆਂ ਦੇ ਵਿੱਚ ਛੋਟੀਆਂ ਚੀਜ਼ਾਂ ਲੱਗੀਆਂ। ਇਸ ਲਈ
ਸਾਨੂੰ ਇਸ ਦੇ ਵਿੱਚ ਇਹ ਨਹੀਂ ਸੀ ਕਿ ਇੱਕ ਕੰਟਰੋਵਰਸੀ ਕ੍ਰੀਏਟ ਹੋਏਗੀ, ਸਰਕਾਰ ਦਰਬਾਰ ਦੀ ਕੋਈ ਗੱਲ ਹੋਏਗੀ, ਇਸ ਤਰ੍ਹਾਂ ਨਹੀਂ। ਸਾਨੂੰ ਲੱਗਦਾ ਸੀ ਕਿ ਇੱਕ ਵਿਅਕਤੀ ਨਾਲ ਜਿਹਨੇ ਏਡੀ ਵੱਡੀ ਘਾਲਣਾ ਕੀਤੀ ਆ ਉਹਦੇ ਨਾਲ ਇੱਕ ਅਨਿਆਂ ਹੋਇਆ ਤੇ ਇਹ ਤੇ ਗੱਲ ਹੋਣੀ ਚਾਹੀਦੀ ਆ, ਹਰ ਹਾਲ 'ਚ ਹੋਣੀ ਚਾਹੀਦੀ ਆ, ਉਹ ਰਿਸਕੀ ਹੋਵੇ ਭਾਵੇਂ ਨਾ ਹੋਵੇ। ਨਹੀਂ, ਬਹੁਤ ਬਹੁਤ ਵੱਡਾ ਮਤਲਬ ਹੌਸਲੇ ਵਾਲਾ ਇਹ ਕਦਮ ਕਿਹਾ ਜਾ ਸਕਦਾ, ਕਿਉਂਕਿ ਜਦੋਂ ਪਤਾ ਹੋਵੇ ਵੀ ਜਿਸ ਪਾਤਰ ਬਾਰੇ ਤੁਸੀਂ ਫਿਲਮ ਬਣਾ ਰਹੇ ਹੋ ਉਹ ਆਪ ਹੀ ਗਵਰਨਮੈਂਟ ਦੇ ਨਾਲ ਕਨਫਲਿਕਟ 'ਚ ਆ, ਜੀ ਜੀ, ਹਨਾ, ਤੇ ਫਿਰ ਉਹ ਜ਼ਾਹਿਰ ਹੁੰਦਾ ਕਿ ਉਹ ਕਨਫਲਿਕਟ ਤੁਸੀਂ ਮੁੱਲ ਲੈ ਲੈਂਦੇ ਹੋ, ਬਿਲਕੁਲ ਉਹਦਾ ਕਨਫਲਿਕਟ ਤੁਸੀਂ ਆਪਣੇ ਉੱਤੇ ਐਜ਼ ਅ ਫਿਲਮ ਕਰ ਲੈਂਦੇ ਹੋ। ਜੈਨਰ ਦਾ ਵੀ ਲਿਆ ਹਾਂ ਕਿ ਡਾਕੂ ਡਰਾਮਾ ਲਈ ਜਿਵੇਂ ਤੁਸੀਂ ਕਿਹਾ ਕਿ ਦਰਸ਼ਕ ਨਹੀਂ ਉਸ ਤਰ੍ਹਾਂ ਪੰਜਾਬ ਕੀ ਭਾਰਤ ਦੇ ਵਿੱਚ ਵੀ ਨਹੀਂ ਹੈਗੇ, ਤਾਂ ਇਸ ਲਈ ਉਹ ਰਿਸਕ ਤੇ ਸਾਰੇ ਚੀਜ਼ਾਂ ਦਾ ਸੀ, ਜੈਨਰ ਦਾ ਵੀ ਰਿਸਕ ਸੀ ਤੇ ਵਿਸ਼ੇ ਦਾ ਵੀ ਰਿਸਕ ਸੀ। ਪਰ ਉਹ ਮੈਨੂੰ ਲੱਗਦਾ ਹੁੰਦਾ ਕਿ ਤੁਹਾਨੂੰ ਕੁਝ ਨਵਾਂ ਕਰਨ ਲਈ ਰਿਸਕ ਲੈਣਾ ਚਾਹੀਦਾ। ਜਿਵੇਂ ਅਸੀਂ ਇਸ ਟਾਈਮ ਵੀ ਰਿਸਕ ਲੈ ਰਹੇ ਹਾਂ, ਹਲਕੀ ਹਲਕੀ ਕਣੀਆਂ ਪੈ ਰਹੀਆਂ ਨੇ, ਸਾਡਾ ਸਾਰਾ ਇਕਵਿਪਮੈਂਟ ਇੱਥੇ ਪਿਆ ਆ, ਤੇ ਅਸੀਂ ਤਾਂ ਚਲੋ ਨਹੀਂ ਇੰਨਾ ਡਰਦੇ ਮੀਂਹ ਤੋਂ, ਪਰ ਇਕਵਿਪਮੈਂਟ ਦਾ ਥੋੜਾ ਜਿਹਾ ਡਰ ਆ। ਅਸੀਂ ਦੇਖਦੇ ਹਾਂ ਇੱਥੇ 5 ਮਿੰਟ ਹੋਰ ਕਰਦੇ ਹਾਂ, ਜੇ ਮੀਂਹ ਨੇ ਸਾਨੂੰ ਥੋੜਾ ਜਿਹਾ ਤੰਗ ਕੀਤਾ ਤਾਂ ਫਿਰ ਹੋ ਸਕਦਾ ਆਪਾਂ ਲੋਕੇਸ਼ਨ ਬਦਲੀਏ, ਪਰ ਫਿਲਹਾਲ ਗੱਲਾਂ ਨਾਲ ਪੂਰਾ ਚੱਲ ਰਿਹਾ ਵੀ ਮੀਂਹ ਵੀ ਸਾਡੀ ਸ਼ਾਇਦ ਮੋਰੀ ਰੁਣਚਣ ਲਾਇਆ ਦਾ ਆਨੰਦ ਆ ਰਿਹਾ। ਜੀ ਜੀ ਜੀ, ਸਾਉਣ ਦੇ ਮਹੀਨੇ ਮੀਂਹ ਇੰਟਰਵਿਊ ਓਪਨ 'ਚ ਕਰਨ ਦਾ ਇੱਕ ਇਹ ਵੀ ਹੁੰਦਾ ਆ। ਸੋ ਹਾਂ, ਇਹ ਤੁਸੀਂ ਵਧੀਆ ਗੱਲ ਕੀਤੀ ਹੈ ਵੀ ਜਨਰ ਦਾ ਵੀ ਤੁਸੀਂ ਰਿਸਕ ਲਿਆ, ਸਬਜੈਕਟ ਵੀ ਰਿਸਕੀ ਸੀਗਾ, ਤੇ ਉਹ ਆਪਣੇ ਆਪ 'ਚ ਉਹਨਾਂ ਦੀ ਇੱਕ ਹਿਸਟਰੀ 'ਚ ਕੰਟਰੋਵਰਸੀਜ਼ ਪਈਆਂ ਹੋਈਆਂ ਸੀਗੀਆਂ। ਸੋ ਪਰ ਇਹ ਵਧੀਆ ਗੱਲ ਹੈ ਕਿ ਪੰਜਾਬੀ 'ਚ ਸਾਡਾ ਮੈਂ ਕਹੂੰਗਾ ਆਪਣੇ ਹਾਣ ਦੇ ਨੌਜਵਾਨ ਇੱਦਾਂ ਦੇ ਰਿਸਕ ਲੈਣ ਦੀ ਸੋਚ ਰਹੇ ਆ, ਨਹੀਂ ਤਾਂ ਹਮੇਸ਼ਾ ਸਿਨੇਮਾ 'ਚ ਇੱਕ ਸੇਫ ਗੇਮ ਖੇਡਣ ਦਾ, ਫਾਰਮੂਲੇ ਤੇ ਚੱਲਣ ਦਾ ਹਨਾ ਇੱਕ ਹੁੰਦਾ ਆ। ਸੋ ਇਸ ਲਈ ਤੁਸੀਂ ਵਧਾਈ ਦੇ ਹੱਕਦਾਰ ਹੋ। ਸੋ ਜਦੋਂ ਇਸ ਜਰਨੀ ਦੀ ਇੱਕ ਸ਼ੁਰੂਆਤ ਹੁੰਦੀ ਆ, ਤੁਹਾਨੂੰ ਤੁਸੀਂ ਦੱਸਿਆ ਵੀ ਸਿਵੀਆ ਹੋਣਾ ਨੇ ਇਹ ਕਿਹਾ ਵੀ ਇੱਦਾਂ ਕਰਨਾ ਹੈ ਆਪਾਂ, ਕੁਝ ਡਾਕੂਮੈਂਟਸ ਉਹਨਾਂ ਨੇ ਤੁਹਾਡੇ ਨਾਲ ਜਾਂ ਆਰਟੀਕਲਸ ਸ਼ੇਅਰ ਕੀਤੇ, ਕਿਹੜਾ ਉਹਦੇ 'ਚ ਟ੍ਰਿਗਰ ਪੁਆਇੰਟ ਸੀਗਾ ਐਜ਼ ਅ ਫਿਲਮ ਮੇਕਰ ਜਿਹੜਾ ਤੁਹਾਨੂੰ ਲੱਗਿਆ ਵੀ ਨਹੀਂ ਯਾਰ ਇਹ ਮੈਨੂੰ ਇੱਕ ਫਿਲਮ ਜਾਂ ਇੱਕ ਸਬਜੈਕਟ ਜਾਂ ਇੱਕ ਆਈਡੀਆ ਮਿਲ ਗਿਆ ਵਾ ਐਜ਼ ਅ ਫਿਲਮ ਮੇਕਰ ਜਿਹੜਾ ਮੈਂ ਹੁਣ ਨਿਭਾਊਂਗਾ? ਜੀ, ਇੱਕ ਨਾਲੋਂ ਮੈਨੂੰ ਲੱਗਦਾ ਕਈ ਗੱਲਾਂ ਸੀਗੀਆਂ। ਇੱਕ ਇਹ ਗੱਲ ਕਿ ਜਿਸ ਵਿਅਕਤੀ ਨੇ ਪਹਿਲੇ ਸੈਕੰਡ ਵਰਲਡ ਵਾਰ ਦੇ ਵਿੱਚ ਇੱਕ ਵੱਡੀ ਘਾਲਣਾ ਘਾਲੀ ਤੇ ਫਿਰ ਪੁੰਛ ਦੇ ਵਿੱਚ ਘਾਲੀ, ਤੇ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਐਸਾ ਨੁਕਤਾ ਆਉਂਦਾ ਕਿ ਉਹ ਮਤਲਬ ਆਪਣੇ ਖੇਤਰ ਦਾ ਸਭ ਤੋਂ ਬਦਨਾਮ ਜਿਹੜਾ ਕਾਰਜ ਜਾਂ ਉਹਦੇ ਹੋ ਜਾਂਦਾ, ਕੋਰਟ ਮਾਰਸ਼ਲ ਹੋ ਜਾਂਦਾ। ਤਾਂ ਉਸ ਬਾਰੇ ਜਾਣਨਾ ਕਿ ਉਸ ਤੋਂ ਬਾਅਦ ਉਹ ਵਿਅਕਤੀ ਲਗਾਤਾਰ ਸਮਾਜ ਸੇਵਾ 'ਚ ਰਿਹਾ। ਬ੍ਰਿਗੇਡੀਅਰ ਸਾਹਿਬ ਆਪਣੇ ਕੋਰਟ ਮਾਰਸ਼ਲ ਤੋਂ 25 ਸਾਲ ਬਾਅਦ ਤੱਕ ਕਾਰਜਸ਼ੀਲ ਰਹੇ ਆਪਣੇ ਖੇਤਰ ਦੇ ਵਿੱਚ, ਤਾਂ ਉਹ ਕਿੰਨਾ ਹੌਸਲੇ ਵਾਲਾ ਵਿਅਕਤੀ ਹੋਊਗਾ ਜਿਹਨੇ ਮੌਤ ਨੂੰ ਵਾਰ-ਵਾਰ ਦੇਖਿਆ। ਤਾਂ ਔਰ ਜਦੋਂ ਅਸੀਂ ਪਹੁੰਚ ਗਏ ਤਾਂ ਅਸੀਂ ਦੇਖਿਆ ਕਿ ਲੋਕ ਉਹਨੂੰ ਰੱਬ ਵਾਂਗੂ ਪੂਜਦੇ, ਅੱਜ ਵੀ ਪੂਜਦੇ ਆ। ਤਾਂ ਇਉਂ ਲੱਗਦਾ ਸੀ ਕਿ ਇਹ ਕਹਾਣੀ ਹਰ ਹਾਲ 'ਚ ਕਹਿਣੀ ਚਾਹੀਦੀ ਆ, ਔਰ ਐਜ਼ ਏ ਮੇਕਰ ਇਹ ਮੈਨੂੰ ਲੱਗਿਆ ਕਿ ਮੇਰੇ ਲਈ ਇੱਕ ਵੱਡਾ ਮੌਕਾ ਕਿ ਤੁਸੀਂ ਇੱਕ ਵੱਖਰੀ ਗੱਲ ਕਹਿਣ ਲਈ ਤੁਹਾਨੂੰ ਇੱਕ ਵੱਖਰਾ ਵਿਸ਼ਾ ਮਿਲਿਆ ਆ। ਉਹ ਬਹੁਤ ਚੁਣੌਤੀਆਂ ਭਰਿਆ ਸੀ ਕਿਉਂਕਿ ਪੌਣੀ ਸਦੀ ਦਾ ਇੱਕ ਸਫ਼ਰ ਹੋ ਚੁੱਕਾ ਸੀ। ਸੈਕੰਡ ਵਰਲਡ ਵਾਰ ਤੋਂ ਲੈ ਕੇ ਅਸੀਂ 2019 'ਚ ਗੱਲ ਸ਼ੁਰੂ ਹੁੰਦੀ ਆ ਫਿਲਮ ਬਣਨ ਦੀ, ਤਾਂ ਪੌਣੀ ਸਦੀ ਬੀਤ ਚੁੱਕੀ ਸੀ। ਤਾਂ ਪੌਣੀ ਸਦੀ ਦੀਆਂ ਰਿਸਰਚ ਕਰਨੀ, ਪੌਣੀ ਸਦੀ ਦੀਆਂ ਦਸਤਾਵੇਜ਼ ਇਕੱਠੇ ਕਰਨੇ ਔਰ ਪੌਣੀ ਸਦੀ ਨੂੰ ਤੁਸੀਂ ਪਰਦੇ ਤੇ ਪੇਸ਼ ਕਰਨਾ, ਜਿਹੜਾ ਸਭ ਤੋਂ ਵੱਡਾ ਰਿਸਕ ਸੀਗਾ। ਮੇਰਾ ਅਗਲਾ ਸਵਾਲ ਉਹਦੇ ਨਾਲ ਹੀ ਜੁੜਿਆ ਹੋਇਆ ਸੀ, ਕਿਉਂਕਿ ਦੇਖੋ ਥੀਸਿਸ ਲਿਖਣਾ ਆ, ਉਹ ਤਾਂ ਤੁਸੀਂ ਕਿਤੋਂ ਕੁਝ ਪੜ੍ਹਿਆ ਆ ਉਹਨੂੰ ਕੋਟ ਕਰ ਦੋਗੇ, ਤੁਸੀਂ ਲਿਖ ਦੋਗੇ, ਲੇਕਿਨ ਫਿਲਮ ਦੇ ਲਈ ਤਾਂ ਵਿਜ਼ੂਅਲਸ ਚਾਹੀਦੇ ਨੇ ਤੁਹਾਨੂੰ, ਔਰ ਵਿਜ਼ੂਅਲਸ ਦੇ ਲਈ ਇੱਕ ਬੜੀ ਇੰਪੋਰਟੈਂਟ ਚੀਜ਼ ਹੁੰਦੀ ਕਿ ਤੁਹਾਡੇ ਕੋਲ ਮਤਲਬ ਉਹ 'ਚ ਤੁਹਾਡੀ ਸਬਜੈਕਟਿਵਿਟੀ ਨਾ ਹਾਵੀ ਹੋਵੇ, ਜਿਹੜੀ ਤੁਹਾਡੀ ਰਿਸਰਚ ਆ, ਤੁਹਾਡੀ ਰੈਫਰੈਂਸਿਸ ਆ, ਉਹ ਉਸ ਤਰ੍ਹਾਂ ਆਉਣ ਵਿਜ਼ੂਅਲੀ, ਠੀਕ ਹੈ। ਸੋ ਉਹ ਕਿੱਦਾਂ ਫਿਰ ਤੁਸੀਂ ਉਹਦੇ ਲਈ ਤੁਸੀਂ ਫਿਰ ਡਰਾਮਾ ਨੂੰ ਚੂਜ਼ ਕੀਤਾ ਵੀ ਜਿਹੜੇ ਗੈਪਸ ਨੇ ਉਹ, ਕਿਉਂਕਿ ਬ੍ਰਿਗੇਡੀਅਰ ਸਾਹਿਬ ਨੂੰ ਇਸ ਦੁਨੀਆ 'ਚ ਗਏ ਕਾਫੀ ਸਾਲ ਹੋ ਚੁੱਕੇ ਸੀਗੇ ਤੇ ਸਾਡੇ ਕੋਲੇ ਉਹਨਾਂ ਦੀ ਕੋਈ ਓਰੀਜਨਲ ਵੀਡੀਓ ਦੇ ਰੂਪ 'ਚ ਕੁਝ ਨਹੀਂ ਸੀ। ਫੋਟੋਗ੍ਰਾਫਸ ਵੀ ਅਸੀਂ ਬਹੁਤ ਘਾਲਣਾ ਨਾਲ ਇਕੱਠੀਆਂ ਕੀਤੀਆਂ, ਤਾਂ ਉਹਦੇ ਲਈ ਫਿਰ ਇਹੀ ਸੀਗਾ ਕਿ ਪਰਦੇ ਤੇ ਇਸ ਕਹਾਣੀ ਨੂੰ ਕਿਵੇਂ ਲੈ ਕੇ ਆਈਏ। ਸਾਡੇ ਕੋਲੇ ਉਹ ਸ਼ਬਦ ਰੂਪ 'ਚ ਕਹਾਣੀ ਆ ਗਈ ਸੀ, ਪਰ ਪਰਦੇ ਤੇ ਲਿਆਉਣਾ ਬੜਾ ਵੱਡਾ ਇੱਕ ਚੁਣੌਤੀ ਸੀ। ਤੇ ਉਹ ਅਕਸਰ ਹੀ ਵੱਡੇ ਲੋਕਾਂ ਨੇ ਵੀ ਕਿਹਾ ਕਿ ਚੁਣੌਤੀ ਭਰੇ ਕਾਰਜ ਹੀ ਚੰਗੇ ਹੁੰਦੇ ਆ, ਰਿਸਕ ਹੀ ਲਾਈਫ ਦਾ ਸਭ ਤੋਂ ਵਧੀਆ ਫੰਡਾ ਹੁੰਦਾ। ਪਰ ਉਹ ਜਦੋਂ ਉਹਦੇ ਵਿੱਚੋਂ ਲੰਘੇ ਤਾਂ ਉਹ ਸੱਚਮੁੱਚ ਇਹੀ ਹੋਇਆ। ਤਾਂ ਉਹਦੇ ਲਈ ਅਸੀਂ ਕੁਝ ਫਿਰ ਵਿਸ਼ਵ ਪੱਧਰ ਦੀਆਂ ਤਕਨੀਕਾਂ ਨਾਲ ਸਾਂਝ ਪਾਈ ਕਿ ਆਖਰ ਕਹਾਣੀ ਨੂੰ ਇੱਕ ਲੜੀ ਦੇ ਵਿੱਚ ਕਿਵੇਂ ਲੈ ਕੇ ਜਾਇਆ ਜਾਵੇ। ਉਹਦੇ ਵਿੱਚ ਕਿਉਂਕਿ ਦਸਤਾਵੇਜ਼ੀ ਪਾਰਟ ਸੀ, ਅਸੀਂ ਇੰਟਰਵਿਊ ਕੀਤੀਆਂ, ਦਸਤਾਵੇਜ਼ ਇਕੱਠੇ ਕੀਤੇ, ਫਿਰ ਗ੍ਰਾਫਿਕਸ ਰਾਹੀਂ ਚੀਜ਼ਾਂ ਡਿਜ਼ਾਈਨ ਕੀਤੀਆਂ,
ਫਿਰ ਅੰਤ ਨੂੰ ਅਸੀਂ ਡਰਾਮਾ ਪੋਰਸ਼ਨ, ਕਿਉਂਕਿ ਇੱਕ ਹੋਰ ਚੈਲੰਜ ਸੀਗਾ ਕਿ ਤੱਥਾਂ ਨੂੰ ਨਹੀਂ ਸੀ ਦੱਸਣਾ, ਇੱਕ ਵਿਅਕਤੀ ਦੀ ਕੰਸਟਰਕਸ਼ਨ ਨੂੰ ਦੱਸਣਾ ਸੀ। ਜਰਨੀ ਆਫ ਮੈਨ ਮੇਰੇ ਲਈ ਸਭ ਤੋਂ ਇੰਪੋਰਟੈਂਟ ਸੀ ਕਿ ਉਹ ਵਿਅਕਤੀ ਪਹਿਲਾਂ ਤਾਂ ਐਡਾ ਮਹਾਨ ਕਿਵੇਂ ਬਣਿਆ, ਫਿਰ ਇਹ ਸਾਰੀ ਚੀਜ਼ ਦੇ ਵਿੱਚ ਉਹਨੇ ਕਿਵੇਂ ਸਹਿ ਸਕਿਆ ਹੋਏ ਇਹ ਘਟਨਾਵਾਂ ਨੂੰ, ਇਸ ਵਿੱਚ ਉਹਦੇ ਵਿੱਚ ਕਿੱਦਾਂ ਸਬਰ ਸੰਤੋਖ ਆ ਗਿਆ ਹੋਏਗਾ। ਤਾਂ ਉਹ ਸਾਰੀ ਜਿਹੜੀ ਉਹਦੀ ਕੰਸਟਰਕਸ਼ਨ ਆਫ ਹਿਊਮਨ ਬੀਇੰਗ ਸੀ ਨਾ, ਵਿਅਕਤੀ ਕਿਵੇਂ ਬਣਦਾ, ਉਹਦੇ ਲਈ ਫਿਰ ਅਸੀਂ ਫਿਕਸ਼ਨ ਦਾ ਕੁਝ ਹਿੱਸਾ, ਉਹਦੇ ਬਚਪਨ ਦਾ ਕੁਝ ਹਿੱਸਾ ਲਿਆ ਸੀ। ਉਹ ਕਿਉਂਕਿ ਉਹਨਾਂ ਦਾ ਜਨਮ ਉਸ ਧਰਤੀ ਤੇ ਹੋਇਆ ਜਿੱਥੇ ਦਸਮ ਪਾਤਸ਼ਾਹ ਨੇ ਜ਼ਫਰਨਾਮਾ ਉਚਾਰਿਆ ਸੀ, ਠੀਕ ਆ। ਤੇ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖਿਆ ਕਿ ਉਹਨਾਂ ਦੇ ਵਿੱਚ ਗੁਰੂ ਸਾਹਿਬ ਦੀ ਵੀ ਇੱਕ ਜਿਹੜੀ ਆ ਰੌਸ਼ਨੀ ਸੀ ਉਹਨਾਂ ਦੇ। ਤਾਂ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਫਿਕਸ਼ਨ ਦੇ ਵਿੱਚ, ਇਸ ਲਈ ਡਾਕੂ ਡਰਾਮਾ ਕੈਟਾਗਰੀ 'ਚ ਆਇਆ। ਕਿਹੜੀਆਂ ਤੁਸੀਂ ਉਦੋਂ ਫਿਲਮਾਂ ਵੇਖੀਆਂ ਇਹਨੂੰ ਤਸੱਵਰ ਕਰਨ ਲਈ ਜਾਂ ਉਹ ਟੈਕਨੀਕਸ ਲੱਭਣ ਲਈ? ਜੀ ਅਸੀਂ ਦੇਖੋ ਹਰ ਵਿਅਕਤੀ, ਜਾਪਾਨ ਦੀ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗਦੀ ਹੈ, ਕਹਿੰਦੇ ਵੀ ਜਾਪਾਨ ਵਾਲੇ ਨਾ ਕਾਪੀ ਸ਼ਬਦ ਦੀ ਜਗ੍ਹਾ ਉਹ ਕਹਿੰਦੇ ਆ ਕਿ ਤੁਸੀਂ ਚੀਜ਼ਾਂ ਨੂੰ ਦੇਖੋ ਤੇ ਉਸ ਤੋਂ ਅੱਗੇ ਲੰਘ ਜਾਓ, ਹੈ ਨਾ, ਜਾਪਾਨੀ ਕਲਚਰ ਦੀ ਖਾਸੀਅਤ ਆ। ਤਾਂ ਅਸੀਂ ਦੇਖਿਆ ਕਿ ਹੁਣ ਅਸੀਂ ਡਾਕੂਮੈਂਟਰੀ ਤੋਂ ਜਦੋਂ ਅਸੀਂ ਡਰਾਮਾ ਪੋਰਸ਼ਨ ਵੱਲ ਸੋਚਿਆ ਤੇ ਮੈਂ ਦੇਖਿਆ ਕਿ ਵਿਸ਼ਵ ਦੇ ਵਿੱਚ ਕੀ ਚੱਲ ਰਿਹਾ, ਤੇ ਸਭ ਤੋਂ ਵੱਡਾ ਨਾਂ ਸਾਡੇ ਕੋਲੇ ਨੈਟਫਲਿਕਸ ਦਾ ਹੈ। ਤੇ ਨੈਟਫਲਿਕਸ ਤੇ ਮੈਂ ਦੇਖਿਆ ਕਿ ਆਰਮੀ ਬਾਰੇ ਸਭ ਤੋਂ ਵੱਡੇ ਸਬਜੈਕਟ ਕਿਹੜੇ ਨੇ, ਤਾਂ ਉਹਨਾਂ ਦਾ ਇੱਕ USA ਦੀ ਸੀਰੀਜ਼ ਆ ਮੈਡਲ ਆਫ ਆਨਰ। ਉਹਨਾਂ ਨੇ ਮੈਡਲ ਆਫ ਆਨਰ ਇੱਕ 6-7 ਐਪੀਸੋਡ ਨੇ, ਮੈਂ 2-3 ਦੇਖੇ। ਤਾਂ ਉਹਦੇ ਵਿੱਚ ਹਾਲਾਂਕਿ ਉਹਨਾਂ ਨੇ 20 ਮਿੰਟਾਂ ਦਾ ਐਪੀਸੋਡ, 20-25 ਮਿੰਟ ਦਾ ਐਪੀਸੋਡ ਰੱਖਦੇ ਸੀ। ਤਾਂ ਉੱਥੋਂ ਇੱਕ ਥੋੜਾ ਆਈਡੀਆ ਮਿਲਿਆ ਕਿ ਇਹ ਚੀਜ਼ ਇਸ ਤਰ੍ਹਾਂ ਬਿਹਤਰ ਢੰਗ ਨਾਲ ਕਹੀ ਜਾ ਸਕਦੀ। ਇਸ ਲਈ ਫਿਰ ਅਸੀਂ ਸਾਰਾ ਮਿਆਰ ਅੰਤਰਰਾਸ਼ਟਰੀ ਪੱਧਰ ਦਾ ਰੱਖਿਆ। ਤਾਂ ਉਹ ਮੈਡਲ ਆਫ ਆਨਰ ਤੋਂ ਸਾਨੂੰ ਕੁਝ ਕਾਫੀ ਜਿਹੜੀ ਆ ਆਈਡੀਆ ਹੋਏ ਕਿ ਤੁਸੀਂ ਕਿਵੇਂ ਇਸ ਗੱਲ ਨੂੰ ਹੋਰ ਵਧੀਆ ਢੰਗ ਨਾਲ ਕਹਿ ਸਕਦੇ ਹੋ। ਇੰਪੋਰਟੈਂਟ ਗੱਲ ਇਹ ਹੈਗੀ ਆ ਵੀ ਇੱਕ ਤਾਂ ਕੰਟੈਂਪਰੇਰੀ ਚੱਲ ਕੀ ਰਿਹਾ ਹੈਗਾ, ਇੱਕ ਫਿਲਮਕਾਰ ਹੋਣ ਦੇ ਨਾਤੇ ਤੁਹਾਨੂੰ ਉਹਦੇ ਵਿੱਚ ਜਾਂ ਕਹਿ ਲਓ ਉਹਦੇ ਨਾਲ ਵਾਬਸਤਾ ਹੋਣਾ ਜ਼ਰੂਰੀ ਹੈਗਾ ਆ। ਦੂਸਰਾ ਤੁਸੀਂ ਟੈਕਨੀਕ ਨੂੰ ਕਿਵੇਂ ਉਹ ਤੋਂ ਇੰਸਪਾਇਰ ਹੋਣਾ ਆ ਜਾਂ ਉਹਦੇ ਤੋਂ ਲੈਣਾ ਆ ਤੁਸੀਂ, ਨਾ ਕਿ ਉਹਨੂੰ ਕਾਪੀ ਕਰਨਾ। ਇਹ ਦੋ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹਦੇ 'ਚੋਂ ਸਿੱਖਣ ਵਾਲੀਆਂ। ਜਿਹੜੇ ਨਵੇਂ ਫਿਲਮ ਮੇਕਰ ਜਾਂ ਸਾਡੇ ਪੰਜਾਬੀ ਦੇ ਹੋਰ ਇਸ ਫਿਲਮ ਨੂੰ ਅਵਾਰਡ ਮਿਲਣ ਤੋਂ ਬਾਅਦ ਮੈਨੂੰ ਲੱਗਦਾ ਇੰਸਪੀਰੇਸ਼ਨ ਮਿਲੇਗੀ, ਹੋਰ ਵੀ ਲੋਕ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣੀਆਂ ਚਾਹਣਗੇ, ਕਿਉਂਕਿ ਸਾਡੇ ਆਲੇ ਦੁਆਲੇ ਇਸ ਤਰ੍ਹਾਂ ਦੀਆਂ ਬਹੁਤ ਕਹਾਣੀਆਂ ਨੇ, ਬਹੁਤ ਪਾਤਰ ਨੇ, ਜਿਸ ਤਰ੍ਹਾਂ ਦੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਪਾਤਰ ਹੈਗਾ। ਸੋ ਤੁਸੀਂ ਰਿਸਰਚ ਲਈ ਪਹੁੰਚ ਕੇ ਜੀ ਉਸ ਤੋਂ ਪਹਿਲਾਂ ਤੁਸੀਂ ਕਦੇ ਉੱਥੇ ਗਏ? ਮੈਂ ਪਹਿਲੀ ਵਾਰ ਪਹੁੰਚ ਗਿਆ ਸੀ, ਤੇ ਜਦੋਂ ਮੈਂ ਪਹੁੰਚ ਜਾ ਕੇ ਦੇਖਿਆ ਕਿ ਅਸਲ ਵਿੱਚ ਨਾ ਕਹਾਣੀ ਲੋਕਾਂ 'ਚ ਹੀ ਵੱਸਦੀ ਹੁੰਦੀ ਆ। ਜਦੋਂ ਅਸੀਂ ਉਹਦੇ ਬਾਰੇ ਆਰਟੀਕਲ ਜਾਂ ਕੁਝ ਲਿਖਦੇ ਹਾਂ ਬਹੁਤ ਥੋੜਾ ਹਿੱਸਾ ਹੁੰਦਾ, ਤੇ ਜਦੋਂ ਅਸੀਂ ਕਹਾਣੀ ਲੋਕਾਂ 'ਚੋਂ ਸੁਣੀ ਤੇ ਉਸ ਵੇਲੇ ਬਹੁਤ ਜ਼ਿਆਦਾ ਹੈਰਾਨੀਜਨਕ ਪੱਖ ਸਾਹਮਣੇ ਆਇਆ ਬ੍ਰਿਗੇਡੀਅਰ ਸਾਹਿਬ ਬਾਰੇ ਵੀ ਤੇ ਉਹਨਾਂ ਦੀ ਜ਼ਿੰਦਗੀ ਬਾਰੇ ਵੀ। ਔਰ ਮੈਂ ਪਹਿਲੀ ਵਾਰ ਹੈਰਾਨੀਜਨਕ ਢੰਗ ਨਾਲ ਇਹ ਦੇਖਿਆ ਕਿ ਪੰਜਾਬ 'ਚ ਜਿਵੇਂ ਅਸੀਂ ਕਹਿ ਦਿੰਦੇ ਹਾਂ ਨਾ ਕਿ ਦੀਵਾਲੀ ਨੂੰ ਦਿਨ ਰਾਤ ਪਟਾਕੇ ਚੱਲਦੇ ਆ, ਤੇ ਇਹ ਉਦਾਹਰਨ ਮੈਂ ਇਸ ਲਈ ਦੇ ਰਿਹਾ ਕਿ ਸ਼ਾਇਦ ਅਸੀਂ ਥੋੜਾ ਤਸੱਵਰ ਕਰ ਸਕੀਏ ਕਿ ਪੁੰਛ ਦੇ ਉਸ 2019 ਚ ਉਦੋਂ ਬਾਅਦ ਥੋੜਾ ਘਟਿਆ ਤੇ ਉੱਥੇ ਦਿਨ ਰਾਤ ਅਸੀਂ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ, ਔਰ ਕਈ ਵਾਰ ਤਾਂ ਡਰ ਕੇ ਨੀਂਦ ਵੀ ਨਹੀਂ ਸੀ ਆਉਂਦੀ, ਕਾਫੀ ਦਿਨ ਰੁਕੇ ਅਸੀਂ। ਤਾਂ ਉਹ ਕਿਸ ਤਰ੍ਹਾਂ ਜਿਉਂਦੇ ਆ ਲੋਕ, ਔਰ ਉੱਥੇ ਜਾ ਕੇ ਮੈਂ ਨਵਾਂ ਪੰਜਾਬ ਦੇਖਿਆ। ਉਹ ਪੰਜਾਬੀ ਨੂੰ ਬੜਾ ਪਿਆਰ ਕਰਦੇ ਆ, ਉਹ ਸਿੱਖੀ ਨੂੰ ਬੜਾ ਪਿਆਰ ਕਰਦੇ ਆ। ਮੈਨੂੰ ਲੱਗਦਾ ਹੁੰਦਾ ਕਈ ਵਾਰ ਉਹ ਸਾਡੇ ਨਾਲੋਂ ਅੱਛੇ ਸਿੱਖ ਹੈ, ਸਾਡੇ ਨਾਲੋਂ ਅੱਛੇ ਪੰਜਾਬੀ ਆ, ਔਰ ਸਾਡੇ ਨਾਲੋਂ ਜ਼ਿਆਦਾ ਉਹ ਆਪਣੇ ਸੂਰਵੀਰਾਂ ਬਾਰੇ ਜਿਹੜੇ ਆ ਉਹ ਫਿਕਰਮੰਦ ਨੇ। ਔਰ ਪੁੰਛ ਦੇ ਵਾਸੀ ਬੜੇ ਲੰਮੇ ਸਮੇਂ ਤੋਂ ਸਟਰਗਲ 'ਚ ਵੀ ਨੇ ਕਿ ਬ੍ਰਿਗੇਡੀਅਰ ਸਾਹਿਬ ਦਾ ਜਿਹੜਾ ਆਨਰ ਰੀਸਟੋਰ ਹੋਵੇ। ਉਹ ਲੰਮੇ ਸਮੇਂ ਤੋਂ ਉਹਨਾਂ ਨੇ ਤੇ ਕੋਸ਼ਿਸ਼ਾਂ ਕੀਤੀਆਂ, ਪਰ ਮੈਨੂੰ ਉਹ ਲੱਗਦਾ ਕਿ ਇਸ ਵੇਲੇ ਦਾ ਜਿਹੜਾ ਵੱਡਾ ਮਾਧਿਅਮ ਆ ਉਹ ਸਿਨੇਮਾ ਹੈ। ਇਹ ਤਾਂ ਸਾਨੂੰ ਹੁਣ ਪਤਾ, ਸਕਰੀਨ ਕਹਿ ਸਕਦੇ ਹਾਂ ਸਿਨੇਮਾ। ਤਾਂ ਉਹ ਫਿਰ ਇਸ ਰਾਹੀਂ ਜਦੋਂ ਗੱਲ ਆਈ ਤਾਂ ਉਹਨੇ ਜ਼ਿਆਦਾ ਪ੍ਰਭਾਵਿਤ ਕੀਤਾ। ਸੋ ਜਿਹੜਾ ਪੁੰਛ ਹੈ, ਕਿਉਂਕਿ ਮੈਂ ਫਿਲਮ ਨਹੀਂ ਦੇਖੀ ਇਸ ਲਈ, ਉਹ ਐਜ਼ ਏ ਕੈਰੈਕਟਰ ਵੀ ਉਹ ਲੋਕੇਲ ਜਿਹੜਾ ਆ ਇਹਦੇ ਵਿੱਚ ਆਉਂਦਾ ਆ ਜਾਂ ਕੀ ਉਹ ਸਿਰਫ ਇੱਕ ਲੋਕੇਸ਼ਨ ਆ? ਨਹੀਂ, ਉਹ ਐਜ਼ ਏ ਕਰੈਕਟਰ ਹੀ ਆ। ਤੇ ਕਈ ਵਾਰ ਮੈਨੂੰ ਪੁੱਛਿਆ ਕਿ ਬ੍ਰਿਗੇਡੀਅਰ ਸਾਹਿਬ ਦਾ ਬਚਪਨ ਕਿੰਨਾ ਦਿਖਾਇਆ, ਤਾਂ ਇਸ ਅਸਲ ਵਿੱਚ ਇਹ ਫਿਲਮ ਨਾ ਉਹਨਾਂ ਦੀ ਆਰਮੀ ਲਾਈਫ ਤੇ ਆ ਜ਼ਿਆਦਾ। ਇਹਦੇ ਵਿੱਚ ਅਸੀਂ ਉਹਨਾਂ ਦਾ ਨਿੱਜੀ ਜੀਵਨ ਤਾਂ ਲੋੜ ਅਨੁਸਾਰ ਹੀ ਵਰਤਿਆ। ਅਦਰਵਾਈਜ਼ ਇਹਦੇ ਵਿੱਚ ਦੋ ਵੱਡੀਆਂ ਘਟਨਾਵਾਂ ਨੇ, ਸੈਕੰਡ ਵਰਲਡ ਵਾਰ ਤੇ ਪੁੰਛ ਦਾ, ਹਨਾ। ਤਾਂ ਪੁੰਛ ਦਾ ਜਿਹੜਾ ਖਿੱਤਾ ਹੈ ਉਹ ਆਪਣੇ ਆਪ 'ਚ ਇੱਕ ਕਰੈਕਟਰ ਦੇ ਰੂਪ ਦੇ ਵਿੱਚ ਆ, ਉਹ ਕਹਾਣੀ ਨੂੰ ਅੱਗੇ ਲੈ ਕੇ ਜਾਂਦਾ। ਉੱਥੋਂ ਦੇ ਜਿਹੜੇ ਸ਼ਾਟ ਨੇ ਉਹ ਕਹਾਣੀ ਸੁਣਾਉਂਦੇ ਨੇ, ਉੱਥੋਂ ਦੀ ਜਿਹੜੀ ਵਾਇਰ ਲੱਗੀ ਹੋਈ ਹੈ ਨਾ ਬਾਰਡਰ ਦੀ ਉਹ ਕਹਾਣੀ ਸੁਣਾਉਂਦੀ ਆ, ਉੱਥੋਂ ਦੇ ਪਹਾੜ ਤੁਹਾਨੂੰ ਕਹਾਣੀ ਸੁਣਾਉਂਦੇ ਆ। ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਕਰੈਕਟਰ ਦੇ ਰੂਪ 'ਚ ਆ ਕੇ ਇਸ ਧਰਤੀ ਤੇ ਅੱਜ ਵੀ ਕੀ ਵਾਪਰ ਰਿਹਾ ਤੇ ਬ੍ਰਿਗੇਡੀਅਰ ਸਾਹਿਬ ਵੇਲੇ ਵੀ ਕੀ ਵਾਪਰ ਰਿਹਾ ਸੀ, ਉਹ ਪੂਰੇ ਕਰੈਕਟਰ ਦੇ ਤੌਰ ਤੇ। ਤੇ ਇੱਥੋਂ ਹੀ ਮੇਰਾ ਸਵਾਲ ਜੁੜਦਾ, ਜਦੋਂ ਤੁਸੀਂ ਗੱਲ ਕਰਦੇ ਹੋ ਵਰਲਡ ਵਾਰ 2 ਦੀ, ਤੇ ਉਹ 'ਚ ਇੱਕ ਇੰਪੋਰਟੈਂਟ ਜਿਹੜੀ ਉਹਨਾਂ ਦੀ ਜਰਨੀ ਆ, 6 ਮਹੀਨੇ ਦੀ ਸ਼ਾਇਦ ਜਰਨੀ ਆ, 3350 ਕਿਲੋਮੀਟਰ ਦੀ ਜਰਨੀ ਆ, ਜਿਹੜਾ ਉਹ ਪੂਰਾ ਬਰਮਾ ਲੰਘ ਕੇ ਜੰਗਲਾਂ ਦੇ ਵਿੱਚ ਦੀ ਆਉਂਦੇ ਹੋ।
ਆਉਂਦੇ ਆ ਤਾਂ ਉਹ ਕਿਵੇਂ, ਉਹ ਮੇਰੇ ਖਿਆਲ 'ਚ ਕਿਵੇਂ ਤੁਸੀਂ ਉਹਨੂੰ ਵਿਜ਼ੂਅਲਾਈਜ਼ ਕੀਤਾ ਹੋਊਗਾ? ਇਹ ਮੇਰੇ ਮਨ 'ਚ ਬੜੀ ਇੱਕ ਬੇਸਬਰੀ ਆ ਫਿਲਮ ਦੇਖਣ ਦੀ, ਇਸ ਕਰਕੇ ਵੀ। ਇਸ ਬਾਰੇ ਨਾ ਇੱਕ ਬਹੁਤ ਇੰਟਰਸਟਿੰਗ ਫੈਕਟਰ ਇਹ ਆ ਕਿ ਬਹੁਤ ਘੱਟ ਲੋਕਾਂ ਨੇ ਐਵੇਂ ਕੀਤਾ। ਤੁਹਾਨੂੰ ਮਤਲਬ ਤੁਸੀਂ ਰਿਸਰਚ ਕਰਨ ਨਿਕਲੋ ਨਾ, ਤੁਹਾਡੇ ਕੋਲ ਉੱਥੇ ਵੀ ਇੰਨੀ ਸਪੇਸ ਨਹੀਂ ਹੈ, ਕਿਉਂਕਿ ਦੁਨੀਆ 'ਚ ਬਹੁਤ ਘੱਟ ਚੀਜ਼ਾਂ ਇਸ ਤਰ੍ਹਾਂ ਵਾਪਰੀਆਂ ਕਿ ਕੋਈ ਵਿਅਕਤੀ ਪਹਿਲੇ ਤੇ escape ਕਰਨ ਦੀ ਹਿੰਮਤ ਨਹੀਂ ਕਰਦੇ, ਕਿਉਂਕਿ ਹਿੰਮਤ ਕਰੋਗੇ ਤੇ ਤੁਸੀਂ ਯਕਦਮ ਗੋਲੀ ਮਾਰਨ ਦਾ ਆਰਡਰ ਹੈ। ਤਾਂ ਉਹਨਾਂ ਨੇ ਹਿੰਮਤ ਕਰੀ ਤੇ ਐਡੀ ਲੰਮੀ ਵਾਟ ਜਿਹੜੀ ਆ ਉਹਨਾਂ ਨੇ ਤੈਅ ਕਰੀ। ਤਾਂ ਇਹਦੇ ਲਈ ਸਾਡੇ ਕੋਲ ਇੱਕ ਫਸਟ ਹੈਂਡ ਸੋਰਸ ਸੀਗਾ, ਕਹਿ ਲਓ ਕਿ ਇਹਨਾਂ ਨਾਲ GS ਪ੍ਰਭ ਸੀਗੇ ਕੈਪਟਨ, ਔਰ ਕੈਪਟਨ ਜਿਹੜੇ ਬਲਵੀਰ ਸਿੰਘ ਸੀ, ਜਿਹੜੇ 2 ਬੰਦੇ ਉਹਨਾਂ ਦੇ ਨਾਲ ਭੱਜੇ ਸੀਗੇ। ਉਹਨਾਂ ਦੇ ਬੇਟੇ ਜਿਹੜੇ ਬਲਵੀਰ ਸਿੰਘ ਜੀ ਦੇ ਬੇਟੇ ਨੇ ਖੁਦ ਕਿਤਾਬ ਲਿਖੀ, ਉਹਦਾ ਨਾਮ escape from ਸਿੰਗਾਪੁਰ। ਓਕੇ, ਇੱਕ ਤਾਂ ਫਸਟ ਹੈਂਡ ਇਨਫੋਰਮੇਸ਼ਨ ਸੀ ਸਾਡੇ ਕੋਲੇ, ਪਰ ਉਹ ਵੀ ਕਿਤਾਬੀ ਸੀ, ਵਿਜ਼ੂਅਲ ਨਹੀਂ ਸੀ ਜੀ। ਫਿਰ ਲਗਾਤਾਰ ਅਸੀਂ ਜਿਹੜੇ ਇੰਟਰਨੈਟ ਤੋਂ ਵੱਖ-ਵੱਖ ਥਾਵਾਂ ਤੋਂ ਅਸੀਂ ਸਰਚ ਕੀਤਾ ਕਿ ਉਹਨਾਂ ਪ੍ਰਿਜ਼ਨਰ ਆਫ ਵਾਰ ਦਾ ਹਾਲ ਕੀ ਹੋਊਗਾ। ਈਵਨ ਕਿ ਅਸੀਂ ਫਿਰ ਜੰਗਲ ਦੇਖੇ, ਕਿਉਂਕਿ ਜਦੋਂ ਤੁਸੀਂ ਸਕਰੀਨ ਤੇ ਇਹ ਤਾਂ ਹੈ ਨਹੀਂ ਕਿ ਹਾਲਾਂਕਿ ਅਸੀਂ ਇੱਕੋ ਲੋਕੇਸ਼ਨ ਦੇ ਜੰਗਲ ਵਰਤੇ, ਪਰ ਦੇਖਿਆ ਕਿ ਬਰਮਾ ਦੇ ਜੰਗਲ ਕਿੱਦਾਂ ਦੇ ਨੇ, ਸਿੰਗਾਪੁਰ ਦੇ ਕਿੱਦਾਂ ਦੇ ਨੇ, ਥਾਈਲੈਂਡ ਦੇ ਕਿੱਦਾਂ ਦੇ ਨੇ, ਸਕਰੀਨ ਦਾ ਜਿਹੜਾ ਆ ਟੈਂਪਰੇਚਰ ਕਿਵੇਂ ਬਦਲਣਾ ਚਾਹੀਦਾ। ਉਹ ਫਿਰ ਪੂਰੀ ਰਿਸਰਚ ਕਰਕੇ 6 ਮਹੀਨਿਆਂ ਦੀ ਜਰਨੀ ਨੂੰ ਅਸੀਂ 2 ਦਿਨਾਂ 'ਚ ਸ਼ੂਟ ਕਰ ਲਿਆ ਸੀਗਾ। ਮਤਲਬ ਇੰਨੀ ਮਿਹਨਤੀ ਟੀਮ ਸੀ ਸਾਡੀ। ਤੇ ਤੁਸੀਂ ਸਕਰੀਨ ਤੇ ਜਦੋਂ ਦੇਖੋਗੇ ਤੁਹਾਨੂੰ ਇਹ ਨਹੀਂ ਲੱਗੂਗਾ ਕਿ 2 ਦਿਨਾਂ ਦੀ ਸ਼ੂਟਿੰਗ ਹੈ, ਤੁਹਾਨੂੰ ਲੱਗੂਗਾ ਕਿ 6 ਮਹੀਨਿਆਂ ਦੀ ਜਰਨੀ ਆ ਗਈ ਹੈ। ਪਰ ਇਹਦੇ 'ਚ ਇਹ ਵੀ ਗੱਲ ਹੈਗੀ ਵੀ ਜਿਹੜੀ ਚੀਟਿੰਗ ਵੀ ਕਰਨੀ ਹੈਗੀ ਆ, ਉਹ ਵੀ ਥੋੜੀ ਜੀ ਸਿਆਣਪ ਨਾਲ ਕ੍ਰੀਏਸ਼ਨ ਕਹਾਂਗਾ, ਕਿਉਂਕਿ ਹੁਣ ਆਪਾਂ ਬਰਮਾ ਤੇ ਗਏ ਨਹੀਂ ਜੰਗਲ, ਹਨਾ। ਇਹ ਇੱਕ ਸਿਨੇਮੈਟਿਕ ਲਿਬਰਟੀ ਹੁੰਦੀ ਆ ਇੱਕ ਫਿਲਮਕਾਰ ਦੇ ਕੋਲ ਕਿ ਵੀ ਆਪਾਂ ਇੱਕ ਮਾਹੌਲ ਕ੍ਰੀਏਟ ਕਰਨਾ ਆ, ਹਨਾ। ਤੇ ਕਈ ਬਹੁਤ ਸਿਚੁਏਸ਼ਨਸ ਐਸੀ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਰੀਕ੍ਰੀਏਟ ਨਹੀਂ ਕਰ ਸਕਦੇ, ਜਾਂ ਉਹ ਹੁਣ ਉਦਾਂ ਦੀਆਂ ਹੋਣਗੀਆਂ ਹੀ ਨਹੀਂ, ਕਿਉਂਕਿ ਹੁਣ ਬਰਮਾ ਹੀ ਨਹੀਂ ਹੋ ਰਿਹਾ, ਹਨਾ। ਸੋ ਪਰ ਇੱਕ ਇਹਦੇ 'ਚ ਜੋ ਗੱਲ ਇਹ ਹੈਗੀ ਆ ਵੀ ਰਿਸਰਚ ਕਰਕੇ ਤੁਸੀਂ ਉਹ ਇੱਕ ਜੇ ਕਹਿ ਲਓ ਵੀ 19-21 ਦਾ ਫਰਕ ਭਾਵੇਂ ਹੋਏਗਾ, ਪਰ ਤੁਸੀਂ ਬਿਲਕੁਲ ਨੇੜੇ ਜਾਣ ਦੀ ਜਿਹੜੀ ਕੋਸ਼ਿਸ਼ ਹੈਗੀ ਆ ਕੀਤੀ ਆ। ਮੈਂ ਇਸ ਲਈ ਕਹਿ ਰਿਹਾ ਕਿ ਸਾਡੇ ਪੰਜਾਬੀ ਨਕਲ ਮਾਰਦੇ ਪਰ ਉਹ 'ਚ ਅਕਲ ਘੱਟ ਵਰਤਦੇ ਆ। ਤੇ ਅਸਲ ਵਿੱਚ ਮੈਂ ਇਸ ਪੱਖ ਤੋਂ ਇੱਕ ਗੱਲ ਇੱਕੋ ਹੀ ਕਹਾਂਗਾ, ਨਹੀਂ ਨਾ ਕੰਟਰਾਸਟ ਬਣ ਜਾਂਦਾ। ਕਿਸੇ ਨਾਲ ਨੁਕਸ ਕੱਢਣ ਲਈ ਤੁਸੀਂ ਆਪਣੀ ਬਿਹਤਰ ਗੱਲ ਦੱਸ ਦਿਓ, ਨੁਕਸ ਆਪੇ ਨਿਕਲ ਸਕਦਾ। ਜੀ ਜੀ। ਮੈਂ ਜਿੰਨੀਆਂ ਆਰਮੀ ਦੀਆਂ ਫਿਲਮਾਂ ਦੇਖੀਆਂ ਨਾ, ਇੰਡੀਆ ਦੀਆਂ, ਪੰਜਾਬੀ ਦੀਆਂ, ਤਾਂ ਉਹ ਆਰਮੀ ਦੇ ਐਂਗਲ ਤੋਂ ਆਲਮੋਸਟ ਗਲਤ ਨਹੀਂ ਯੈਸ, ਹੈ ਨਾ। ਜਿਵੇਂ ਮੈਂ ਇੱਕੋ ਗੱਲ ਦੱਸਾਂ ਕਿ ਜਦੋਂ ਕੋਈ ਵੀ ਲੜਾਈ ਹੁੰਦੀ ਹੈ ਨਾ, ਤਾਂ ਜਿਹੜਾ ਲੜਾਕਾ ਹੁੰਦਾ, ਜਿਹੜਾ ਮਰਜ਼ੀ ਅਫਸਰ ਹੋਵੇ, ਉਹ ਆਪਣੀ ਕੋਈ ਆਇਡੈਂਟੀਟੀ ਪਛਾਣ ਨਹੀਂ ਰੱਖਦਾ। ਤੇ ਤੁਸੀਂ ਬਹੁਤੀਆਂ ਫਿਲਮਾਂ ਦੇਖੋਗੇ ਕਿ ਸਾਡੇ ਬੈਚ ਲਾ ਕੇ ਤੇ ਸਾਰੀ ਪਛਾਣ ਲਾ ਕੇ ਬੰਦੇ ਲੜ ਰਹੇ ਹੁੰਦੇ, ਈਵਨ ਸਾਡੇ ਡਾਇਲੌਗ ਬੋਲ ਰਹੇ ਹੁੰਦੇ ਆਪਣੀ ਜੀ ਬਹਾਦਰੀ ਦੇ ਕਿਸੇ ਆਪਣੇ ਮੂੰਹ ਆਪਸਣ। ਉਹ ਚੀਜ਼ਾਂ ਤੋਂ ਅਸੀਂ ਪੂਰੀ ਆਰਮੀ ਦੇ ਲੋਕਾਂ ਤੋਂ ਬਹੁਤ ਮਦਦ ਲਈ। ਅਸੀਂ ਉਹਨਾਂ ਦੀ ਡਰੈਸ ਤੋਂ ਲੈ ਕੇ, ਖੜਨ ਦਾ ਢੰਗ ਤੋਂ ਲੈ ਕੇ, ਬੋਲਣ ਦੇ ਢੰਗ ਤੋਂ ਲੈ ਕੇ, ਜਦੋਂ ਮੈਂ ਜਿਵੇਂ ਇੱਕ ਚਿੱਠੀ ਆ, ਜਦੋਂ ਪੁੰਛ ਦੇ ਵਿੱਚ ਬੜਾ ਸੰਕਟ ਆਉਂਦਾ ਤੇ ਉਹ ਇੱਕ ਕਹਿ ਲਓ ਕਿ ਸਿਨੇਮੈਟਿਕ ਐਂਗਲ ਤੋਂ ਮੈਨੂੰ ਲੱਗਿਆ ਕਿ ਚਿੱਠੀ ਰਾਹੀਂ ਅਸੀਂ ਕਹਾਣੀ ਅੱਗੇ ਲੈ ਕੇ ਜਾਣੀ ਆ। ਤਾਂ ਮੈਂ ਬ੍ਰਿਗੇਡੀਅਰ ਰੈਂਕ ਦੇ ਬਹੁਤ ਸਾਰੇ ਅਫਸਰਾਂ ਨੂੰ ਮਿਲ ਕੇ ਪੁੱਛਿਆ ਕਿ ਤੁਸੀਂ ਕੀ ਚਿੱਠੀ ਲਿਖਦੇ, ਤੁਸੀਂ ਕਿਹੜੇ ਲੋਕਾਂ ਨੂੰ ਸੰਬੋਧਿਤ ਹੁੰਦੇ ਹੋ ਉਸ ਵੇਲੇ। ਤਾਂ ਉਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਫਿਰ ਅਸੀਂ ਕਰਦੇ ਰਹੇ। ਤੇ ਮੈਨੂੰ ਲੱਗਦਾ ਹੁੰਦਾ ਕਿ ਖੋਜ ਕਿਸੇ ਵੀ ਰਚਨਾ ਦੀ ਵੱਡੀ ਜਿਹੜੀ ਪ੍ਰਾਪਤੀ ਹੁੰਦੀ ਆ, ਅਸੀਂ ਭਾਵੇਂ ਫਿਕਸ਼ਨ ਹੀ ਕਿਉਂ ਨਾ ਕਰ ਰਹੇ, ਬਿਲਕੁਲ ਤੇ ਖੋਜ ਬਹੁਤ ਮਹੱਤਵਪੂਰਨ ਹੈ। ਵੈਸੇ ਵੀ ਇੱਕ ਡਿਬੇਟ ਦੁਨੀਆ 'ਚ ਇੱਕ ਇਸ ਟਾਈਮ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਆ, ਵੈਸੇ ਹਮੇਸ਼ਾ ਤੋਂ ਚੱਲਦੀ ਰਹੀ ਆ, ਪਰ ਇਸ ਟਾਈਮ ਇਹ ਸਿਖਰ ਤੇ ਆ ਵੀ ਅਸਲ 'ਚ ਜਿਹੜਾ ਜਿਹਨੂੰ ਅਸੀਂ ਫਿਕਸ਼ਨ ਕਹਿ ਦਿੰਦੇ ਆ ਉਹ ਕਿੰਨਾ ਅਸਲ 'ਚ ਰੀਅਲ ਆ, ਤੇ ਜਿਹਨੂੰ ਆਪਾਂ ਰਿਐਲਿਟੀ ਕਹਿ ਦਿੰਦੇ ਆ ਉਹ ਕਿੰਨੀ ਕੁ ਰਿਐਲਿਟੀ ਆ ਜਾਂ ਫਿਕਸ਼ਨ ਹੈਗੀ ਆ। ਕਿਉਂਕਿ ਹਿਸਟਰੀ ਸਾਡੇ ਕੋਲ ਜਿਸ ਰੂਪ 'ਚ ਆਉਂਦੀ ਆ, ਉਹਦੇ 'ਚ ਵੀ ਜੇ ਅਸੀਂ ਲੱਭਣ ਜਾਈਏ ਤਾਂ ਸਾਨੂੰ ਉਹ 'ਚ ਬਹੁਤ ਸਾਰੀਆਂ ਚੀਜ਼ਾਂ ਫਿਕਸ਼ਨਲਾਈਜ਼ ਕੀਤੀਆਂ ਹੋਈਆਂ ਮਿਲਣਗੀਆਂ। ਤੇ ਇੱਕ ਪੁਆਇੰਟ ਤੇ ਜਾ ਕੇ ਜਿਹੜਾ ਹਿਸਟਰੀ ਜਾਂ ਜਿਹਨੂੰ ਫੈਕਟ ਕਹਿ ਲੈਂਦੇ ਆ, ਫੈਕਟ ਤੇ ਫਿਕਸ਼ਨ ਦਾ ਜਿਹੜਾ ਇਹ ਪਤਲੀ ਜੀ ਲਕੀਰ ਆ ਉਹ ਮਿਟ ਜਾਂਦੀ ਆ ਜਾਂ ਧੁੰਦਲੀ ਪੈ ਜਾਂਦੀ ਆ। ਸੋ ਇਹ ਵੈਸੇ ਹੀ ਆਪਣੇ ਆਪ 'ਚ ਸਵਾਲ ਚੱਲ ਰਿਹਾ ਇਸ ਟਾਈਮ ਦੁਨੀਆ 'ਚ ਵੀ ਫੈਕਟ ਕੀ ਆ ਤੇ ਫਿਕਸ਼ਨ ਕੀ ਆ, ਹਨਾ। ਕਿਉਂਕਿ ਜੋ ਇਤਿਹਾਸ 'ਚੋਂ ਅਸੀਂ ਚੀਜ਼ਾਂ ਨੂੰ ਲੱਭ ਕੇ ਲਿਆਵਾਂਗੇ, ਉਹਨੂੰ ਨਰੇਟ ਕਰਨ ਲਈ ਫਿਰ ਸਾਨੂੰ ਕੋਈ ਨਾ ਕੋਈ ਬਿਰਤਾਂਤ ਜਿਹੜਾ ਆ ਉਹ ਘੜਨਾ ਪਊਗਾ। ਕਿਉਂਕਿ ਜਿਹੜੇ ਤੱਥ ਆ, ਕੋਈ ਇੱਟ ਮਿਲੀ ਆ, ਕੋਈ ਸਿੱਕਾ ਮਿਲਿਆ, ਉਹ ਤੇ ਆਪਣੇ ਆਪ ਬੋਲੇਗਾ ਨਹੀਂ, ਉਹਦੇ ਆਲੇ ਦੁਆਲੇ ਸਾਨੂੰ ਕਹਾਣੀ ਘੜਨੀ ਪਏਗੀ। ਸੋ ਇਹ ਆਪਣੇ ਆਪ 'ਚ ਇੱਕ ਚੈਲੰਜਿੰਗ ਹੁੰਦਾ ਆ। ਸੋ ਜਿੱਦਾਂ ਤੁਸੀਂ ਗੱਲ ਕੀਤੀ ਕਿ ਤੁਸੀਂ ਉਹਨਾਂ ਦੀ ਲਾਈਫ ਦਾ ਇੱਕ ਛੋਟਾ ਜਿਹਾ ਹਿੱਸਾ ਜਿਹੜਾ ਜਿਹਨੂੰ ਰੀਕ੍ਰੀਏਟ ਕੀਤਾ ਡਰਾਮਾ ਦੇ ਰੂਪ ਦੇ ਵਿੱਚ, ਤੇ ਇਹਦੇ ਵਿੱਚ
ਇੱਕ ਤਾਂ ਦਿੱਖ ਦਾ ਬੜਾ ਵੱਡਾ ਮਸਲਾ ਹੁੰਦਾ, ਖਾਸ ਕਰਕੇ ਜਦੋਂ ਇਤਿਹਾਸਕ ਫਿਲਮਾਂ ਬਣਾਉਂਦੇ ਆ ਜਿਹਦੇ ਪਾਤਰ ਸਾਡੇ ਨੇੜਲੇ ਇਤਿਹਾਸ ਦੇ ਹੋਣ, ਜਿਨ੍ਹਾਂ ਦੀਆਂ ਤਸਵੀਰਾਂ ਸਾਡੇ ਕੋਲ ਉਪਲਬਧ ਹੋਣ, ਤਾਂ ਚੈਲੰਜ ਹੋ ਜਾਂਦਾ ਵੀ ਬੰਦਾ ਉਹ ਜਿਹਾ ਘੱਟੋ ਘੱਟ ਲੱਗੇ। ਨਹੀਂ ਤਾਂ ਸਾਡੇ ਲੋਕ ਹਜੇ ਉਨੇ ਵੀ ਨਹੀਂ ਪ੍ਰੀਪੇਅਰਡ ਹੈਗੇ ਵੀ ਜੇ ਥੋੜੀ ਜਿਹੀ ਸ਼ਕਲ ਨਹੀਂ ਵੀ ਮਿਲੀ ਤੇ ਚੱਲ ਜੂਗਾ ਵੀ ਕਰੈਕਟਰ ਦੀ ਆਪਾਂ ਗੱਲ ਕਰ ਰਹੇ ਹਾਂ ਅੱਜ, ਹਨਾ। ਪਰ ਉਹਦੇ ਲਈ ਵੀ ਤੁਹਾਨੂੰ ਕੋਈ ਚੈਲੰਜ ਫੇਸ ਕਰਨਾ ਪਿਆ? ਕਿਸ ਤਰ੍ਹਾਂ ਸਿਲੈਕਸ਼ਨ ਹੋਈ ਕਾਸਟ ਦੀ? ਦੇਖੋ ਸਾਡੇ ਕੋਲ ਤਸਵੀਰਾਂ ਸੀ, ਇਸ ਲਈ ਸਾਨੂੰ ਲੱਗਿਆ ਕਿ ਇੱਕ ਤਾਂ ਇਹ ਸੀਗਾ ਕਿ ਜਿਹੜਾ ਘੱਟੋ ਘੱਟ ਲੀਡ ਰੋਲ ਆ ਜਿਹਦੇ ਵਿੱਚ ਬ੍ਰਿਗੇਡੀਅਰ ਦਿਖਾਉਣਾ ਇੱਕ ਵਿਅਕਤੀ ਨੂੰ, ਤਾਂ ਉਹ ਜਿਹੜਾ ਅਦਾਕਾਰ ਆ ਉਹਨੂੰ ਆਰਮੀ ਦਾ ਪਤਾ ਹੋਣਾ ਚਾਹੀਦਾ। ਤੇ ਇਸ ਲਈ ਜਦੋਂ ਮੈਂ, ਕਿਉਂਕਿ ਇਹਦੇ ਵਿੱਚ ਬ੍ਰਿਗੇਡੀਅਰ ਸਾਹਿਬ ਦਾ ਰੋਲ ਆ ਜਿਹੜਾ ਤਨਵੀਰ ਨੇ ਕੀਤਾ, ਮੈਂ ਤੇ ਤਨਵੀਰ ਐਸਡੀ ਕਾਲਜ ਦੇ ਅਸੀਂ ਪੁਰਾਣੇ ਵਿਦਿਆਰਥੀ ਰਹੇ ਹਾਂ, ਤੇ ਮੈਨੂੰ ਪਤਾ ਤਨਵੀਰ NCC ਦਾ ਬਹੁਤ ਸ਼ਾਨਦਾਰ ਕੈਡਿਟ ਰਿਹਾ। ਓਕੇ, ਤਾਂ ਉਹਨੂੰ ਆਰਮੀ ਵਾਲੀ ਗੱਲ ਬਹੁਤੀ ਸਮਝਾਉਣ ਦੀ ਲੋੜ ਨਹੀਂ ਸੀ। ਫਿਰ ਦੇਖਦਾ, ਫਿਰ ਅਸੀਂ ਉਹੀ ਕਿ ਆਰਮੀ ਜਿਹੜੇ ਐਕਸਪਰਟ ਸੀ ਉਹਨਾਂ ਨੂੰ ਪੁੱਛਿਆ ਕਿ ਕਿੱਦਾਂ ਦੀ ਡਰੈਸ ਹੁੰਦੀ ਆ, ਉਹ ਸਾਰਾ ਕੁਝ। ਔਰ ਸਭ ਤੋਂ ਜਿਹੜਾ ਵਧੀਆ ਇਹਦੇ ਬਾਰੇ ਸਾਨੂੰ ਇੱਕ ਕੰਪਲੀਮੈਂਟ ਮਿਲਿਆ ਨਾ, ਹੈਰਾਨੀਜਨਕ ਮਿਲਿਆ, ਜਿੱਦਣੇ ਪ੍ਰੀਮੀਅਰ ਹੋਇਆ ਬ੍ਰਿਗੇਡੀਅਰ ਸਾਹਿਬ ਦੇ ਜਿਹੜੇ ਸਪੁੱਤਰ ਨੇ ਕਰਨਲ DP ਸਿੰਘ, ਤਾਂ ਉਹਨਾਂ ਨੇ ਫਿਲਮ ਦੇਖਣ ਤੋਂ ਤੁਰੰਤ ਬਾਅਦ ਤਨਵੀਰ ਨੂੰ ਕਿਹਾ ਕਿ ਸਕਰੀਨ ਤੇ ਮੈਨੂੰ ਮੇਰੇ ਪਿਤਾ ਜੀ ਦਿਸ ਰਹੇ ਸੀ। ਕੀ ਬਾਤ! ਇਹ ਤਨਵੀਰ ਲਈ ਵੀ ਬਹੁਤ ਵੱਡਾ ਕੰਪਲੀਮੈਂਟ ਹੈ ਮੇਰੇ ਖਿਆਲ ਚ। ਤਨਵੀਰ ਜੇ ਉੱਥੇ ਹੋਊਗਾ ਤੇ ਭਾਵੁਕ ਹੋ ਗਿਆ ਹੋਊਗਾ, ਜਾਂ ਜਦੋਂ ਤੁਸੀਂ ਦੱਸਿਆ ਹੋਊਗਾ ਤਾਂ? ਨਹੀਂ, ਤਨਵੀਰ ਨੂੰ ਸਿੱਧਾ ਹੀ ਕਿਹਾ, ਮੈਂ ਵੀ ਨਾਲ ਹੀ ਸੀ। ਓਕੇ, ਤੇ ਇਹ ਸੀਗਾ ਕਿ ਇੱਕ ਪਾਤਰ ਜਿਹਦਾ ਬੇਟਾ ਉੱਥੇ ਸ਼ਾਮਲ ਆ, ਇੱਕ ਅਦਾਕਾਰ ਨੇ ਜੇ ਇੰਨਾ ਵਧੀਆ ਕਰਤਾ ਕਿ ਉਹਨੂੰ ਆਪਣਾ ਪਿਤਾ ਦਿਖਿਆ, ਤਾਂ ਇਹ ਸਾਡੇ ਲਈ ਅਵਾਰਡ ਹੀ ਸੀ ਇੱਕ। ਬਿਲਕੁਲ ਬਿਲਕੁਲ। ਤੇ ਆਰਮੀ ਦੇ ਲੈਫਟੀਨੈਂਟ ਜਨਰਲ ਲੈਵਲ ਦੇ ਲੋਕ ਸੀਗੇ ਦੇਖਣ ਵਾਲੇ, ਤੇ ਸਾਨੂੰ ਇੱਕ ਵੀ, ਮਤਲਬ ਕਿਉਂਕਿ ਮੈਂ ਔਨ ਰਿਕਾਰਡ ਬੋਲ ਰਿਹਾ, ਸਾਨੂੰ ਇੱਕ ਵੀ ਗਲਤੀ ਨਹੀਂ ਉਹਨਾਂ ਨੇ ਆਰਮੀ ਐਂਗਲ ਤੋਂ ਕਹੀ ਕਿ ਤੁਸੀਂ ਇੱਥੇ ਸਲੂਟ ਗਲਤ, ਨਹੀਂ ਤਾਂ ਆਰਮੀ ਵਾਲੇ ਬਹੁਤ ਪਾਰਟਿਕੂਲਰ ਹੁੰਦੇ ਆ, ਉਹ ਇਸ ਤੋਂ ਬਹੁਤ ਹੁੰਦੇ ਆ ਕਿ ਤੁਸੀਂ ਸਾਡੇ ਡਿਸਪਲਿਨ ਨੂੰ ਇਹ ਗਲਤ ਦਿਖਾਇਆ। ਤਾਂ ਉਹਨਾਂ ਨੇ ਕਦੇ ਸਾਨੂੰ ਇੱਕ ਵੀ ਚੀਜ਼ ਦੀ ਕਦੇ ਮਤਲਬ ਪੋਜ਼ਿਟਿਵ ਫੀਡਬੈਕ ਆਈ ਕਿ ਸਭ ਕੁਝ ਪਰਫੈਕਟ ਹੈ, ਤੇ ਇਸ ਲਈ ਸਾਨੂੰ ਲੱਗਦਾ ਰਿਹਾ ਕਿ ਅਸੀਂ ਕਿਸੇ ਅੱਛੇ ਮੁਕਾਮ ਤੇ ਪਹੁੰਚੇ। ਉਹ ਜਿਹੜੀ ਇੱਕ ਫਿਕਸ਼ਨ ਚ ਸਿਨੇਮੈਟਿਕ ਲਿਬਰਟੀ ਹੁੰਦੀ ਆ, ਫਿਰ ਉਹ ਡਾਕੂ ਡਰਾਮਾ ਜਾਂ ਡਾਕੂਮੈਂਟਰੀ ਵਾਲੇ ਨੂੰ ਨਹੀਂ ਮਿਲਦੀ ਨਾ। ਇਹ ਵੀ ਇੱਕ ਵੱਡਾ ਚੈਲੰਜ ਹੁੰਦਾ ਆ। ਸੋ ਇਹ ਕੋਈ ਫਿਲਮ ਬਾਰੇ ਗੱਲਾਂ ਨੇ, ਤੇ ਥੋੜੀ ਜਿਹੀ ਅਵਾਰਡ ਬਾਰੇ, ਜਿੱਦਾਂ ਆਪਾਂ ਸ਼ੁਰੂ 'ਚ ਵੀ ਗੱਲ ਕੀਤੀ ਆ, ਬਹੁਤ ਸਾਰੇ ਅਵਾਰਡ ਮਿਲੇ ਆ ਇਸ ਫਿਲਮ ਨੂੰ, ਜਾਂ ਇੰਟਰਨੈਸ਼ਨਲ ਫਿਲਮ ਫੈਸਟੀਵਲਾਂ 'ਚ ਇਹ ਫਿਲਮ ਗਈ ਆ, ਬਹੁਤ ਸਾਰੀ ਜਗ੍ਹਾ ਤੇ ਤੁਸੀਂ ਆਪ ਗਏ ਹੋਵੋਗੇ, ਜਾਂ ਉਹ ਇੱਕ ਪੀਰੀਅਡ ਲੋਕਡਾਊਨ ਦਾ ਵੀ ਸੀਗਾ, ਉਹ ਆਪਣੇ ਆਪ 'ਚ ਇੱਕ ਚੈਲੰਜਿੰਗ ਪੀਰੀਅਡ ਸੀਗਾ। ਸੋ ਜਿਹੜੇ ਲੋਕਾਂ ਲਈ ਇਹ ਬਿਲਕੁਲ ਇੱਕ ਏਲੀਅਨ ਜਾਂ ਕਹਿ ਲਓ ਵੀ ਫੋਰਨ ਕਰੈਕਟਰ ਸੀ, ਪਾਤਰ ਸੀ, ਇੱਕ ਹੀਰੋ ਸੀ, ਉਹਨਾਂ ਦੇ ਕਿਸ ਤਰ੍ਹਾਂ ਦੇ ਤੁਹਾਨੂੰ ਰਿਐਕਸ਼ਨ ਮਿਲੇ? ਕੋਈ ਜੇ ਖਾਸ ਕੋਟ ਕਰ ਸਕਦੇ? ਜੀ, ਜਿਵੇਂ ਮੈਂ ਲਾਸ ਐਂਜਲਸ ਫਿਲਮ ਅਵਾਰਡ ਦਾ ਇੱਥੇ ਜਗਦੀਪ ਜੀ, ਮੈਂ ਉਹੀ ਗੱਲ ਕਿ ਐਜ ਏ ਮੇਕਰ ਨਾ, ਮਤਲਬ ਤੁਹਾਨੂੰ ਨਾ ਸੂਈ ਧਾਗੇ ਦਾ ਵੀ ਖਿਆਲ ਰੱਖਣਾ ਪੈਂਦਾ। ਤਾਂ ਮੈਂ ਜਦੋਂ ਅਸੀਂ ਫਿਲਮ ਨੂੰ ਐਡਿਟ ਕੀਤਾ ਫਾਈਨਲੀ, ਤੇ ਮੈਂ ਕਿਹਾ ਵੀ ਇੰਟਰਨੈਸ਼ਨਲ ਸਟੈਂਡਰਡ ਦੀ ਤਾਂ ਬਣਾ ਲਈ ਆ, ਤੇ ਇੰਟਰਨੈਸ਼ਨਲ ਆਡੀਅנס ਕੀ ਕਰੇਗੀ ਇਹਨੂੰ। ਤਾਂ ਉਦੋਂ ਫਿਰ ਮੈਂ ਅਰਨੈਸਟ ਹਮਿੰਗਵੇ ਦਾ ਕੋਟ ਪਾਇਆ ਕਿ ਤਾਂ ਕਿ ਸਕਰੀਨ ਤੇ ਦੇਖਣ ਵਾਲਾ ਦੇਖੇ ਕਿ ਇਹਨੇ ਨੋਬਲ ਲੋਰੀਐਂਟ ਬੰਦਾ ਪੜਿਆ ਹੋਇਆ, ਦਾ ਓਲਡ ਮੈਨ ਐਂਡ ਸੀ ਨੂੰ ਜਾਣਦਾ ਡਾਇਰੈਕਟਰ, ਤੇ ਉਹਦੀ ਮੇਨ ਕੋਟ ਜਾਣਦਾ। ਤਾਂ ਇਹ ਦਰਸ਼ਕ ਤੱਕ ਰਸਾਈ ਕਰਨ ਦੀ ਇੱਕ ਟੈਕਨੀਕ, ਬਹੁਤ ਇੰਨੀ ਬਾਰੀਕੀ ਨਾਲ ਤੁਹਾਨੂੰ ਕੰਮ ਕਰਨਾ ਪੈਂਦਾ। ਮੈਂ ਸਿਫਤ ਦੀ ਗੱਲ ਨਹੀਂ ਕਰ ਰਿਹਾ, ਮੈਂ ਸਿਰਫ ਇੱਕ ਪ੍ਰੋਸੈਸ ਦੀ ਗੱਲ ਕਰ ਰਿਹਾ। ਜੀ ਕਿ ਜਦੋਂ ਤੁਸੀਂ ਮੰਨ ਲਓ ਅਸੀਂ ਪੰਜਾਬੀ ਆ, ਅਸੀਂ ਕੋਈ ਬਾਹਰਲੀ ਫਿਲਮ ਦੇਖੀਏ ਤੇ ਅਸੀਂ ਇੰਡੀਆ ਦੀ ਜਾਂ ਕੋਈ ਅਸੀਂ ਆਪਣੇ ਕਿਸੇ ਵਿਅਕਤੀ ਦੀ ਕੋਟ ਦੇਖ ਲਈਏ ਤਾਂ ਅਸੀਂ ਉਹਦੇ ਨਾਲ ਇੱਕਮਿਕ ਹੋ ਜਾਵਾਂਗੇ, ਔਰ ਜਦੋਂ ਫਿਲਮ 'ਚੋਂ ਕੋਟ ਪਸਰਦੀ ਤੁਰੀ ਜਾਊਗੀ ਤਾਂ ਤੁਸੀਂ ਹੋਰ ਉਹਦੇ ਨਾਲ ਜੁੜਦੇ ਤੁਰੇ ਜਾਓਗੇ। ਤਾਂ ਇਸ ਤਰ੍ਹਾਂ ਦੀ, ਔਰ ਫਿਰ ਆਖਰ ਦੇ ਉੱਤੇ ਅਸੀਂ ਆਪਣੀ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਵੀ ਕਹੀ। ਤੇ ਇਸ ਤਰ੍ਹਾਂ ਬਹੁਤੇ ਜਿਹੜੇ ਫੈਸਟੀਵਲ ਸੀ, ਪਰ ਉਹ ਸਾਡੇ ਲੋਕਡਾਊਨ 'ਚ ਹੀ ਰਹੇ ਜਿਹੜੇ ਇੰਟਰਨੈਸ਼ਨਲ ਸੀ। ਜਦੋਂ ਅਸੀਂ ਇੱਥੇ ਵਾਰਮਾ ਦਾਦਾ ਸਾਹਿਬ ਫਾਲਕੇ ਗਏ, ਉਹਨਾਂ ਦੀ ਜੂਰੀ ਨੇ ਬਹੁਤ ਹੈਰਾਨੀਜਨਕ ਉਹ ਕਹਿੰਦੇ ਇਟਸ ਮੋਰ ਦੈਨ ਫੀਚਰ, ਕਿ ਫੀਚਰ ਫਿਲਮ ਨਾਲੋਂ ਵੀ ਜ਼ਿਆਦਾ ਪ੍ਰਭਾਵਸ਼ਾਲੀ ਆ। ਈਵਨ ਕਿ ਇੱਕ ਮੁੰਬਈ ਦਾ ਫੈਸਟੀਵਲ ਸੀ, ਉਹਨਾਂ ਨੇ ਸਾਨੂੰ ਮਤਲਬ ਕਹੀ ਦਿੱਤਾ ਕਿ ਅਸੀਂ ਤੁਹਾਨੂੰ ਫੀਚਰ ਕੈਟਾਗਰੀ 'ਚ ਅਵਾਰਡ ਦੇ ਰਹੇ ਹਾਂ, ਕਿਉਂਕਿ ਇਟਸ ਮੋਰ ਦੈਨ ਫੀਚਰ। ਉਹ ਬਾਰ-ਬਾਰ ਪਿਛਲੇ ਦਿਨ ਇੱਕ ਫੈਸਟੀਵਲ ਹੋਇਆ ਜਿਹੜਾ ਆ, ਉਹ ਕਲਚਰ ਟੂ ਸਿਨੇਮਾ ਫੈਸਟੀਵਲ ਹੈ, ਇੰਡੀਆ ਦਾ ਅੱਛਾ ਫੈਸਟੀਵਲ ਹੈ। ਤਾਂ ਉਹਨਾਂ ਦੀ ਜਿਊਰੀ ਨੇ ਲਾਈਵ ਸੈਸ਼ਨ ਦੇ ਵਿੱਚ ਕਿਹਾ ਕਿ ਅਸੀਂ ਪਹਿਲੀ ਇੰਨੀ ਸ਼ਾਨਦਾਰ ਫਿਲਮ ਦੇਖੀ, ਇੱਕ ਨੰਬਰ। ਸਾਡੀ ਸਕਰੀਨ ਦੇ ਸ਼ੁਰੂਆਤ 'ਚ ਹੀ ਆਉਂਦਾ ਕਿ ਹਰ ਫੈਕਟ ਲਈ ਫਿਲਮ ਮੇਕਰ ਦੀ ਸੋਲ ਰਿਸਪੌਂਸਿਬਿਲਿਟੀ ਹੈ। ਉਹ ਕਹਿੰਦੇ ਅਸੀਂ ਪਹਿਲੀ ਵਾਰ ਦੇਖਿਆ, ਨਹੀਂ ਤਾਂ ਫਿਲਮ ਮੇਕਰ ਇਹ ਕਹਿ ਦਿੰਦਾ ਕਿ ਮੇਰੀ ਕੋਈ ਰਿਸਪੌਂਸਿਬਿਲਿਟੀ ਨਹੀਂ ਹੈ ਫੈਕਟ ਦੀ।
ਹਨਾ। ਤਾਂ ਉਹ ਇਸ ਤਰ੍ਹਾਂ ਦੇ ਫੈਕਟ ਸੀਗੇ ਲੰਮੇ ਸਮੇਂ ਦੀ ਘਾਲਣਾ ਤੋਂ ਬਾਅਦ ਜਦੋਂ ਇਦਾਂ ਦੀਆਂ ਚੀਜ਼ਾਂ ਦੇ ਕਮੈਂਟ ਆਉਂਦੇ ਤਾਂ ਚੰਗੇ ਲੱਗੇ। ਜੇ ਗੱਲ ਕਰੀਏ ਕਿ ਟੈਕਨੀਕ ਦੇ ਪੱਖੋਂ ਜੀ ਕਿੰਨਾ ਕੁ ਅੱਗੇ ਨਾਲੋਂ ਜਿਹੜਾ ਆਸਾਨ ਜਾਂ ਮੁਸ਼ਕਲ, ਜਾਂ ਕਿਉਂਕਿ ਪੂਰਾ ਇੱਕ ਸਿਸਟਮ ਹੀ ਬਦਲ ਰਿਹਾ। ਪਹਿਲਾਂ ਖਾਸ ਕਰਕੇ ਲੋਕਡਾਊਨ ਦੇ ਅਸਰ ਨੂੰ ਆਪਾਂ ਨਹੀਂ ਵਿੱਚੋਂ ਮਨਫੀ ਕਰ ਸਕਦੇ। ਜੀ ਜੀ ਪਹਿਲਾਂ ਸਿਨੇਮਾ ਸ਼ਬਦ ਵਰਤਣ ਲੱਗਿਆ ਸੋਚਣਾ ਨਹੀਂ ਸੀ ਪੈਂਦਾ, ਜੀ ਹਨਾ। ਫਿਲਮ ਬਣਾਉਣ ਲੱਗਿਆ ਮਤਲਬ ਇਹੀ ਸੀ ਸਿਨੇਮਾ ਆ, ਹਨਾ। ਲੇਕਿਨ ਹੁਣ ਇੰਨੇ ਪਲੇਟਫਾਰਮ ਹੋ ਗਏ, ਸਥਿਤੀਆਂ ਨੇ ਇਹ ਕਰਤਾ। ਪਲੇਟਫਾਰਮ ਪਹਿਲਾਂ ਵੀ ਸੀ ਲੇਕਿਨ ਉਨੇ ਵੱਡੇ ਲੈਵਲ ਤੇ ਨਹੀਂ ਸੀ ਆਏ। ਲੋਕਡਾਊਨ 'ਚ ਕੁਝ ਮੈਂ ਸਟੂਡੈਂਟਸ ਤੋਂ ਵੀ ਰਿਸਰਚਸ ਕਰਾਈਆਂ ਵੀ ਕਿਉਂ ਕਿੱਦਾਂ ਸ਼ਿਫਟ ਆਇਆ ਲੋਕਾਂ ਦੇ ਨਜ਼ਰੀਏ 'ਚ OTT ਪਲੇਟਫਾਰਮਸ ਤੇ ਫਿਲਮ ਦੇਖਣ ਦਾ, ਔਰ ਸਾਡੇ ਲੋਕ ਫਿਲਮਾਂ ਦੇਖ ਰਹੇ ਨੇ। ਔਰ ਚੰਗੀ ਗੱਲ ਇਹ ਵੀ ਆ ਵੀ ਪੰਜਾਬੀ ਦੇ ਵੀ ਬਹੁਤ ਸਾਰੇ OTT ਪਲੇਟਫਾਰਮ ਆਏ ਆ, ਉਹਨਾਂ ਦੇ ਵਿੱਚ ਹੋਰ ਵੀ ਰੀਜਨਲ ਸਿਨੇਮਾ ਦੇ ਆਏ ਆ, ਜਾਂ ਕਈ ਨੈਸ਼ਨਲ ਇੰਟਰਨੈਸ਼ਨਲ ਪਲੇਟਫਾਰਮਸ ਤੇ ਵੀ ਰੀਜਨਲ ਸਿਨੇਮਾ ਜਿਹੜਾ ਦਿਖਾਇਆ ਜਾ ਰਿਹਾ ਆ। ਈਵਨ ਬੀਤੇ ਦਿਨਾਂ 'ਚ ਜਿਹੜੀ ਸਾਊਥ ਦੀਆਂ ਫਿਲਮਾਂ ਨੇ ਉਹ ਵੱਡੇ ਪੱਧਰ ਤੇ, ਹਨਾ, ਉਹ OTT ਪਲੇਟਫਾਰਮਸ ਦੇ ਜ਼ਰੀਏ ਨੋਨ ਸਾਊਥ ਲੈਂਗੁਏਜ ਵਾਲੀਆਂ ਆਡੀਅੰਸਸ ਤੱਕ ਪਹੁੰਚੀਆਂ। ਹੁਣ ਜੇ ਤੁਸੀਂ ਸ਼ਾਇਦ ਟ੍ਰੈਂਡ ਨੋਟ ਕੀਤਾ ਹੋਵੇ ਵੀ ਰੀਸੈਂਟ ਹੁਣ ਜਿਹੜੀਆਂ ਹਿੰਦੀ ਫਿਲਮਾਂ ਆਈਆਂ ਨੇ 2-3, ਉਹ ਮਤਲਬ ਭਾਰਤ ਦੀਆਂ 6 ਹੋਰ ਭਾਸ਼ਾਵਾਂ 'ਚ, ਸਾਊਥ ਦੀਆਂ ਭਾਸ਼ਾਵਾਂ 'ਚ ਨਾਲ ਬਣ ਕੇ ਆ ਰਹੀਆਂ ਨੇ, ਹਨਾ। ਜਾਂ ਜਿੱਦਾਂ ਹੁਣ ਯਾਰ ਰਣਬੀਰ ਕਪੂਰ ਦੀ ਨਵੀਂ ਫਿਲਮ ਆ ਰਹੀ ਆ ਬ੍ਰਹਮਾਸਤਰਾ, ਇਹਦਾ ਪਹਿਲਾ ਗਾਣਾ ਆਇਆ ਕੇਸਰੀਆ, ਉਹ ਵੀ 6 ਭਾਸ਼ਾਵਾਂ 'ਚ ਨਾਲ ਦੀ ਨਾਲ ਰਿਲੀਜ਼ ਕੀਤਾ ਗਿਆ। ਸੋ ਇਹ ਇੱਕ ਜਿਹੜਾ ਸਾਂਝਾ ਸਥਾਨ ਆ ਜਾਂ ਇੱਕ ਪਲੇਟਫਾਰਮ ਬਣ ਰਿਹਾ ਜਿਸ 'ਚ ਭਾਸ਼ਾਵਾਂ ਵੀ ਇਕੱਠੀਆਂ ਹੋ ਰਹੀਆਂ ਨੇ, ਹਨਾ। ਤੇ ਕਹਿ ਲਓ ਵੀ ਪਲੇਟਫਾਰਮ ਦੀ ਜਿਹੜੀ ਬੰਦਿਸ਼ ਆ ਉਹ ਵੀ ਟੁੱਟ ਰਹੀ ਆ ਵੀ ਨਹੀਂ ਸਿਨੇਮਾ ਜਾ ਕੇ ਫਿਲਮ ਦੇਖਣੀ ਆ ਜਾਂ TV ਤੇ ਹੀ ਦੇਖਣੀ ਆ, ਹਨਾ, ਵੀ ਜਿਹਨੂੰ ਜਿਵੇਂ ਸਹੂਲਤ ਉਵੇਂ ਵੇਖ ਲਊਗਾ ਉਹ। ਸੋ ਇਹਦੇ ਨਾਲ ਕੀ ਐਜ਼ ਏ ਫਿਲਮਕਾਰ ਤੁਹਾਨੂੰ ਚੈਲੰਜ ਲੱਗਦਾ ਤੇ ਕੀ ਜਾਂ ਸਹੂਲਤ ਹੋਣਾ ਲੱਗਦਾ? ਦੋਵੇਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਾਹਮਣਾ ਕਰਨਾ? ਦੇਖੋ, ਚੈਲੰਜ ਇਹ ਆ ਕਿ ਤੁਹਾਡੇ ਕੋਲੇ ਦਰਸ਼ਕਾਂ ਦੀ ਵੈਰਾਈਟੀ ਬਦਲ ਗਈ ਆ। ਤੁਸੀਂ ਪਹਿਲੇ ਪੰਜਾਬੀ ਲਈ ਬਣਾਉਣੀ ਸੀ, ਤੁਹਾਡਾ ਇੱਕ ਦਾਇਰਾ ਸੀ। ਇਸ ਵੇਲੇ ਤੁਸੀਂ ਫਿਲਮ ਬਣਾਉਣੇ ਹੋ, ਤੁਸੀਂ ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ 'ਚ ਜਾ ਕੇ ਦੇਖੀ ਜਾਣੀ ਹੈ। ਤੇ ਪਲੇਟਫਾਰਮ ਵੀ ਫੇਰ ਹੀ ਖਰੀਦੂਗਾ ਜੇ ਉਹ ਸਾਰੇ, ਮਤਲਬ ਜਿਵੇਂ ਨੈਟਫਲਿਕਸ ਵਰਗੇ ਪਲੇਟਫਾਰਮ 150 ਮੁਲਕਾਂ 'ਚ ਉਹਨਾਂ ਦੀ ਫਿਲਮ ਦੇਖੀ ਜਾਂਦੀ ਹੈ। ਜੀ ਬਿਲਕੁਲ, ਹਨਾ। ਤਾਂ ਉਹਦੇ ਲਈ ਚੈਲੰਜ ਹੈ ਇੱਕ ਫਿਲਮ ਮੇਕਰ ਦੇ ਤੌਰ ਤੇ ਕਿ ਤੁਸੀਂ ਦੁਨੀਆ ਭਰ ਦੇ ਹਰ ਕਲਚਰ ਦੇ, ਹਰ ਸੱਭਿਆਚਾਰ ਤੋਂ ਲੈ ਕੇ, ਸਰਹੱਦਾਂ ਤੋਂ ਪਾਰ ਤੋਂ ਲੈ ਕੇ ਤੁਸੀਂ ਉਹਦੇ ਤੱਕ ਗੱਲ ਕਹਿਣੀ ਹੈ। ਇਹ ਗੱਲ ਸਿਰਫ ਪਹਿਲਾਂ ਵਾਲੀ ਜਿਹੜੀ ਤਕਨੀਕ ਰਾਹੀਂ, ਤਕਨੀਕ ਮਤਲਬ ਵੇ ਆਫ ਮੇਕਿੰਗ ਆ ਜਿਹੜਾ, ਐਜ ਜਿਹੜੀ ਤੁਹਾਡੀ ਨਿਰਦੇਸ਼ਕ ਦੀ ਅਪਰੋਚ ਆ ਉਹ ਬਦਲ ਜਾਊਗੀ। ਇਹ ਸਭ ਤੋਂ ਵੱਡੀ ਚੁਣੌਤੀ ਆ। ਔਰ ਇਹਦੇ ਕਰਕੇ ਸਾਡੀਆਂ ਫਿਲਮਾਂ ਬਹੁਤੀਆਂ ਵੱਡੇ ਪਲੇਟਫਾਰਮਾਂ ਤੇ ਸਿੱਧੀਆਂ ਓਰੀਜਨਲ ਫਿਲਮਾਂ ਆਉਂਦੀਆਂ ਨੇ। ਦੇਖੋ, ਸਿਨੇਮੇ 'ਚ ਰਿਲੀਜ਼ ਹੋ ਕੇ OTT ਤੇ ਚਲੇ ਜਾਣਾ ਵੱਖਰੀ ਗੱਲ ਆ, ਪਰ ਸਿੱਧੀ OTT ਓਰੀਜਨਲ ਹੋਵੇ ਇਹ ਵੱਖਰੀ ਗੱਲ ਆ। ਤੇ ਇਸ ਲਈ ਮੇਰੇ ਧਿਆਨ 'ਚ ਕੋਈ ਨਹੀਂ ਆ ਕਿ ਹਾਲੇ ਤੱਕ ਕੋਈ ਪੰਜਾਬੀ ਫਿਲਮ ਸਿੱਧੀ ਓਰੀਜਨਲ OTT ਓਰੀਜਨਲ ਆਈ ਹੋਵੇ। ਵੱਡੇ ਜਿਹੜੇ ਵੱਡੇ 4-5 ਨੇ, ਇਹ ਸਭ ਤੋਂ ਵੱਡੀ ਚੁਣੌਤੀ ਆ ਕਿ ਤੁਸੀਂ ਆਪਣੀ ਗੱਲ, ਆਪਣਾ ਵਿਸ਼ਾ, ਆਪਣੀ ਤਕਨੀਕ ਰਾਹੀਂ ਦੁਨੀਆ ਭਰ 'ਚ ਕਿਵੇਂ ਦਿਖਾ ਸਕਦੇ ਹੋ। ਫਾਇਦਾ ਇਹ ਹੋ ਗਿਆ ਕਿ ਸਿਨੇਮੇ ਦੇ ਵਿੱਚ ਤੁਸੀਂ ਜਿਹੜਾ ਆ ਉਹ ਵੱਡੇ ਚਿਹਰਿਆਂ ਨਾਲ ਹੀ ਉਤਰ ਸਕਦੇ ਸੀ, ਹਨਾ। ਇਸ ਵੇਲੇ ਤੱਕ ਹਲੇ ਭਾਰਤ ਦੇ ਵਿੱਚ ਤਾਂ ਘੱਟੋ ਘੱਟ ਉਹਦੇ ਪਿੱਛੇ ਜਿਹੜਾ ਕਮਰਸ਼ੀਅਲ ਸਾਰਾ ਬਾਜ਼ਾਰ ਜੁੜਿਆ ਹੋਇਆ ਉਹ ਸਾਰਾ ਉਹਦੇ ਵਿੱਚ ਹੀਰੋ ਜ਼ਿਆਦਾ, ਜਿਹੜਾ ਅਭਿਨੇਤਾ ਜ਼ਿਆਦਾ ਇੰਪੋਰਟੈਂਟ ਰਹਿੰਦਾ ਹਮੇਸ਼ਾ। ਪਰ OTT ਰਾਹੀਂ ਇਹ ਗੱਲ ਘਟ ਗਈ ਹੈ। OTT ਦੇ ਉੱਤੇ ਨਿਰਦੇਸ਼ਕ ਵੀ ਉਨਾ ਹੀ ਮਹੱਤਵਪੂਰਨ ਹੋ ਗਿਆ, ਔਰ ਫਿਲਮਾਂ ਬਹੁਤੀਆਂ ਨਿਰਦੇਸ਼ਕ ਦੇ ਨਾਲ ਜ਼ਿਆਦਾ ਦੇਖਦੇ ਆ ਲੋਕ ਜਦੋਂ ਇੰਟਰਨੈਸ਼ਨਲ ਦਰਸ਼ਕ ਹੋ ਜਾਂਦਾ। ਤਾਂ ਇਹ ਦੋਨੇ ਨੇ ਚੁਣੌਤੀ ਕਿ ਤੁਸੀਂ ਦੁਨੀਆ ਭਰ ਦੇ ਦਰਸ਼ਕਾਂ ਨੂੰ ਗੱਲ ਕਹਿਣੀ ਆ। ਸੰਭਾਵਨਾ ਇਹ ਆ ਕਿ ਤੁਹਾਡੇ ਕੋਲ ਰਿਲੀਜ਼ਿੰਗ ਲਈ ਜ਼ਿਆਦਾ ਸਪੇਸ ਆ ਗਿਆ ਹੈ, ਜੇ ਮੇਕਰ ਬਹੁਤ ਜ਼ਿਆਦਾ ਸਪੇਸ ਆ ਗਈ ਆ। ਪਹਿਲਾਂ ਤਾਂ ਤੁਸੀਂ ਕੁਝ ਚਿਹਰਿਆਂ ਦੇ ਉਹਦੇ ਆਲੇ ਦੁਆਲੇ ਘੁੰਮਦੇ ਸੀ, ਪਰ ਹੁਣ ਐਜ ਏ ਮੇਕਰ ਵੀ ਤੁਸੀਂ ਆਪਣੀ ਗੱਲ ਕਹਿ ਸਕਦੇ। ਯਾਨੀ ਕਿ ਫਿਰ ਇੱਥੇ ਉਹੀ ਗੱਲ ਆਉਂਦੀ ਕਿ ਆਈਡੀਆ ਪ੍ਰਧਾਨ ਹੋ ਰਿਹਾ ਚਿਹਰਿਆਂ ਦੇ ਨਾਲੋਂ। ਬਿਲਕੁਲ। ਸੋ ਇਹਦੇ ਨਾਲ ਜਿਹੜੇ ਰੀਜਨਲ ਜਾਂ ਖੇਤਰੀ ਵਿਸ਼ੇ ਹੈਗੇ ਆ, ਖੇਤਰੀ ਮੇਕਰ ਹੈਗੇ ਪਰਮਜੀਤ ਕੱਟੂ ਹੋਣਾ ਵਰਗੇ, ਉਹਨਾਂ ਲਈ ਬਹੁਤ ਵੱਡੇ ਰਸਤੇ ਖੁੱਲ੍ਹੇ ਆ। ਸੋ ਜੇ ਤੁਹਾਡੇ ਕੋਲੇ ਵੀ ਕੋਈ ਗੱਲ ਹੈ, ਕੋਈ ਕਹਾਣੀ ਹੈ, ਕੋਈ ਵਿਚਾਰ ਹੈ, ਉਹਨੂੰ ਤੁਸੀਂ ਫਿਲਮ ਦਾ ਰੂਪ ਦੇ ਸਕਦੇ ਹੋ। ਘੱਟੋ ਘੱਟ ਤੁਹਾਨੂੰ ਕੋਈ ਨਾ ਕੋਈ ਮਾਧਿਅਮ ਜਿਹੜਾ ਹੈਗਾ ਉਹ ਮਿਲ ਜੂਗਾ ਉੱਥੇ ਤੱਕ ਲੈ ਕੇ ਜਾਣ ਦਾ। ਇਹਦੇ ਵਿੱਚ ਹੀ ਗੱਲ ਕਰ ਲੈਂਦੇ ਹਾਂ, ਟੈਕਨੋਲੋਜੀ ਦੀ ਵੀ ਗੱਲ ਕਰ ਲੈਂਦੇ ਹਾਂ। ਟੈਕਨੋਲੋਜੀ ਨੇ ਵੀ ਕਾਫੀ ਰਸਤੇ ਖੋਲ੍ਹੇ ਆ। ਬਿਲਕੁਲ।
ਜਿਵੇਂ ਪਿੱਛੇ ਤਾਂ ਗੱਲ ਕਰੀ ਕਿ ਮੈਂ ਅਰਜਨਟੀਨਾ ਦੀ ਕੁੜੀ ਨਾਲ ਇੱਥੇ ਬੈਠ ਕੇ ਫਿਲਮ ਡਾਇਰੈਕਟ ਕਰ ਲਈ ਹੈ ਨਾ, ਇਹ ਟੈਕਨੋਲੋਜੀ ਉਹਦੇ ਕਰਕੇ, ਇੰਟਰਨੈਟ ਤੇ ਬਾਕੀ ਟੈਕਨੋਲੋਜੀ ਕਰਕੇ ਹੋਇਆ। ਤਾਂ ਹੁਣ ਸਾਡੇ ਕੋਲ ਇਹ ਚੀਜ਼ਾਂ ਬਹੁਤ ਆ ਗਈਆਂ, ਸਾਡੇ ਫੋਨ ਦੇ ਵਿੱਚ ਬਹੁਤ ਸਾਰੇ ਵਧੀਆ ਕੈਮਰੇ ਆ ਗਏ ਆ, ਸੌਫਟਵੇਅਰ ਤੁਹਾਡੀ ਰੀਚ ਦੇ ਵਿੱਚ ਆ ਗਏ ਆ। ਇਸ ਵੇਲੇ ਮੈਨੂੰ ਲੱਗਦਾ ਹੈਗਾ ਕਿ ਇੱਕ ਬਹੁਤ ਸਾਰੇ ਹੋਰ ਪੱਖ ਹੋਣਗੇ, ਪਰ ਜੇ ਕਲਾ ਖਾਸ ਕਰਕੇ ਦ੍ਰਿਸ਼ ਮਾਧਿਅਮ ਨਾਲ ਜੁੜਨਾ ਤਾਂ ਜੇ ਤੁਸੀਂ ਮਿਹਨਤੀ ਹੋ, ਜੇ ਤੁਹਾਡੇ ਕੋਲੇ ਕੋਈ ਮੌਲਿਕਤਾ ਆ, ਇਹ ਦੋ ਸ਼ਬਦ ਮਿਹਨਤ ਤੇ ਮੌਲਿਕਤਾ ਆ, ਦੋ ਮੰਮੇ ਯਾਦ ਰੱਖਿਓ, ਤਾਂ ਤੁਸੀਂ ਮਤਲਬ ਆਪਣੀ ਪਛਾਣ ਦੁਨੀਆ 'ਚ ਬਣਾ ਸਕਦੇ ਹੋ। ਮੈਂ ਇੱਕ ਫਿਲਮ ਦੀ ਉਦਾਹਰਨ ਨਹੀਂ ਦੇ ਹੀ ਦਿੰਦਾ। ਤਾਂ ਇੱਕ ਫਿਲਮ ਨੈਟਫਲਿਕਸ ਰਿਲੀਜ਼ ਹੈ, 150 ਮੁਲਕਾਂ ਦੀ ਰਿਲੀਜ਼ ਹੋਈ ਫਿਲਮ ਆਈ ਐਮ ਪੈਰਿਸ। ਓਕੇ। ਤਾਂ ਉਹ 4-5 ਦਾ ਕ੍ਰਿਊ ਨੇ ਹੀ ਫਿਲਮ ਬਣਾ ਦਿੱਤੀ ਆ। ਤਾਂ ਉਹਨਾਂ ਨੇ ਮਤਲਬ ਇਸ ਤੋਂ ਸਸਤੀ ਫਿਲਮ ਦੁਨੀਆ 'ਚ ਸ਼ਾਇਦ ਨਾ ਹੋ ਸਕੇ, ਪਰ ਉਹ ਨੈਟਫਲਿਕਸ ਨੇ ਰਿਲੀਜ਼ ਕਰੀ ਕਿਉਂਕਿ ਉਹਨਾਂ ਨੇ ਇੱਕ ਐਕਸਪੈਰੀਮੈਂਟ ਕਰਿਆ, ਉਹਦੇ ਵਿੱਚ ਮੌਲਿਕਤਾ ਸੀਗੀ, ਉਹਦੇ ਵਿੱਚ ਇੱਕ ਮਿਹਨਤ ਸੀਗੀ, ਹੈ ਨਾ। ਤਾਂ ਕਿਉਂਕਿ ਤੁਸੀਂ ਜਦ ਓਰੀਜਨਲ ਉੱਥੇ ਆਉਂਦਾ ਨੈਟਫਲਿਕਸ ਓਰੀਜਨਲ, ਐਮਾਜ਼ੋਨ ਓਰੀਜਨਲ ਦਾ ਮਤਲਬ ਤੁਹਾਡਾ ਮੌਲਿਕ ਹੋਣਾ ਚਾਹੀਦਾ। ਇਸ ਵੇਲੇ ਵਿਸ਼ਾ ਇੰਨਾ ਇੰਪੋਰਟੈਂਟ ਹੋ ਗਿਆ ਨਾ ਕਿ ਵਿਸ਼ੇ ਦੀ ਮੌਲਿਕਤਾ ਹੀ ਚੀਜ਼ਾਂ ਨੂੰ ਖਿੱਚ ਲੈਂਦੀ ਹੈ। ਉਹ ਫਿਰ ਉਹ ਪੈਸੇ ਦੇ ਕੇ ਜਿਹੜਾ ਨੈਟਫਲਿਕਸ ਹੈ ਜਾਂ ਕੋਈ ਵੀ OTT ਪਲੇਟਫਾਰਮ ਉਹ ਖਰੀਦ ਲੈਂਦਾ, ਤੇ ਉਹ ਇਸ ਲਈ ਉਹ ਅਮੇਜ਼ੋਨ ਜਾਂ ਉਹਦੀ ਓਰੀਜਨਲ ਹੋ ਜਾਂਦੀ ਆ, ਉਹ ਉਹਨਾਂ ਦੀ ਪ੍ਰੋਡਕਸ਼ਨ ਬਣ ਜਾਂਦੀ ਆ। ਇਹੀ ਕੁਆਲਿਟੀ ਹੈ। ਜੇ ਤੁਹਾਡੇ ਕੋਲ ਸ਼ਾਨਦਾਰ ਕੋਈ ਵਧੀਆ ਆਈਡੀਆ ਹੈਗਾ ਆ, ਤੁਸੀਂ ਉਹਨੂੰ ਬਣਾ ਲਓ, ਸ਼ੂਟ ਕਰ ਲਓ, ਜੋ ਤੁਹਾਡੇ ਕੋਲੇ ਰਿਸੋਰਸਿਸ ਹੈਗੇ ਨੇ, ਤੇ ਹੋ ਸਕਦਾ ਤੁਹਾਡਾ ਆਈਡੀਆ। ਗੱਲ ਮੈਂ ਐਡ ਕਰਾਂ ਕਿ ਜਦੋਂ ਅਸੀਂ ਬਣਾਉਣੇ ਆ ਤਾਂ ਸਾਨੂੰ ਉਹਨਾਂ ਦੇ ਸਟੈਂਡਰਡ ਚੈੱਕ ਕਰ ਲਏ, ਉਹ ਪਤਾ ਹੋਣਾ ਚਾਹੀਦਾ। ਹਾਂ ਕਿ ਉਹਨਾਂ ਨੇ ਤੁਸੀਂ ਕਿਸੇ ਵੀ ਜਿਹੜੇ ਵੀ ਵੱਡੇ ਪਲੇਟਫਾਰਮ ਨੇ, ਉਹਨਾਂ ਦੀ ਵੈਬਸਾਈਟਸ ਨੇ, ਉਹਨਾਂ ਨੇ ਆਪਣੀਆਂ ਟੈਕਨੀਕਲ ਜਿਹੜੀਆਂ ਸਪੈਸੀਫਿਕੇਸ਼ਨ ਨੇ ਉਹ ਦੱਸੀਆਂ ਹੋਈਆਂ ਨੇ। ਕੈਮਰੇ ਦੀ ਸਪੈਸੀਫਿਕੇਸ਼ਨ, ਸਾਊਂਡ ਦੀ ਆ, ਵੀ ਕਿੰਨਾ ਫਰੇਮ ਚਾਹੀਦਾ, ਕਿੰਨਾ ਫਰੇਮ ਰੇਟ ਚਾਹੀਦਾ, ਕਿੰਨੀ ਰੈਜ਼ੋਲੂਸ਼ਨ ਚਾਹੀਦੀ ਆ, ਸਾਊਂਡ ਦੀ ਕੁਆਲਿਟੀ, ਸਾਊਂਡ ਦੀ 5.1 ਚਾਹੀਦਾ, ਕਿਹੜੀ ਕੁਆਲਿਟੀ ਚਾਹੀਦੀ, ਕਿਹੜੇ ਫਾਈਲ ਦੇ ਫਾਰਮੈਟ ਚਾਹੀਦੇ, ਜਿਹੜੇ ਤੁਸੀਂ ਫਾਈਲ ਸਬਮਿਟ ਕੀਤੀ ਆ ਉਹ ਕਿਹੜਾ ਫਾਰਮੈਟ ਚਾਹੀਦਾ, ਇਹ ਵੀ ਉਹ ਉੱਥੇ ਸਾਰਾ ਦੱਸਿਆ ਹੋਇਆ। ਸੋ ਇੱਕ ਵਾਰੀ ਉਹ ਦੇਖ ਲਓ ਤੇ ਸ਼ੂਟ ਕਰ ਲਓ, ਉਸ ਹਿਸਾਬ ਨਾਲ ਤਾਂ ਤੁਹਾਡੀ ਈਜ਼ੀਲੀ ਹੋ ਜੂਗੀ। ਨਹੀਂ ਤਾਂ ਫਿਰ ਬਣੀ ਹੋਈ ਫਿਲਮ ਦੁਬਾਰਾ ਬਣਾਉਣੀ ਬੜੀ ਔਖੀ ਹੁੰਦੀ ਆ, ਉਹੋ ਜਿਹੀ ਦੁਬਾਰਾ ਨਹੀਂ ਬਣਦੀ। ਸੋ ਇਹ ਫਿਲਮ ਬਹੁਤ ਸਾਰੇ ਦਰਸ਼ਕਾਂ ਦੇ ਮਨ 'ਚ ਇਸ ਉਤਸੁਕਤਾ ਹੋਣੀ ਆ ਵੀ ਫਿਲਮ ਬਾਰੇ ਬਹੁਤ ਗੱਲਾਂ ਹੋ ਗਈਆਂ, ਹੁਣ ਅਸੀਂ ਫਿਲਮ ਕਿਵੇਂ ਵੇਖੀਏ। ਸੋ ਮੈਨੂੰ ਪਤਾ ਬਹੁਤ ਜ਼ਿਆਦਾ ਤੁਸੀਂ ਨਹੀਂ ਹਜੇ ਦੱਸ ਸਕਦੇ ਹੈਗੇ, ਨਹੀਂ ਦੱਸ ਸਕਦੇ ਕਿੱਦਾਂ ਪਹੁੰਚੂਗੀ ਦਰਸ਼ਕਾਂ ਤੱਕ ਇਹ ਫਿਲਮ। ਦੇਖੋ ਜੀ, ਇਹ ਅਸੀਂ ਨੈਸ਼ਨਲ ਅਵਾਰਡ ਦੀ ਉਡੀਕ 'ਚ ਸੀਗੇ, ਸਾਨੂੰ ਖਾਸਾ ਭਰੋਸਾ ਸੀਗਾ, ਤੇ ਹੁਣ ਇਹਦੀ ਡੀਲ ਚੱਲ ਰਹੀ ਹੈ ਕਿਉਂਕਿ 80 ਮਿੰਟ ਦਾ ਪ੍ਰੋਡਕਟ ਆ, ਡਾਕੂ ਡਰਾਮਾ ਆ। ਇਹ ਸਿਨੇਮਾ ਲਈ ਅਸੀਂ ਬਣਾਇਆ ਹੀ ਨਹੀਂ ਸੀ, OTT ਲਈ ਬਣਾਇਆ ਸੀ, ਤੇ ਤੁਸੀਂ ਦੁਨੀਆ ਦੇ ਕਿਸੇ ਬਿਹਤਰ OTT ਪਲੇਟਫਾਰਮ ਤੇ 1-2 ਮਹੀਨਿਆਂ ਦੇ ਵਿੱਚ ਹੀ ਇਹ ਫਿਲਮ ਨੂੰ ਦੇਖ ਸਕੋਗੇ। ਜਿਨ੍ਹਾਂ ਨੂੰ OTT ਨਹੀਂ ਪਤਾ ਹੈਗਾ, ਕਈ ਮੇਰੇ ਵਰਗੇ ਦੇਸੀ ਹੁੰਦੇ ਆ, ਉਹਨਾਂ ਲਈ ਵੀ ਕੋਈ ਨੈਟਫਲਿਕਸ, ਐਮਾਜ਼ੋਨ ਪ੍ਰਾਈਮ, ਜ਼ੀ, ਮਤਲਬ ਬਹੁਤ ਸਾਰੇ ਹੈਗੇ ਆ। ਹਜੇ ਇਹ ਨਹੀਂ ਦੱਸ ਸਕਦੇ ਕਿ ਕਿਤੇ ਆਊਗੀ, ਕਿਤੇ ਵੀ ਆ ਸਕਦੀ ਹੈ, ਕਿਸੇ ਵੱਡੇ ਵਧੀਆ ਇੰਟਰਨੈਸ਼ਨਲ ਪਲੇਟਫਾਰਮ ਤੇ ਆਊਗੀ, ਗੱਲ ਚੱਲ ਰਹੀ ਹੈ। ਤੇ ਵੈਸੇ ਮੈਂ ਤੁਹਾਨੂੰ ਦੱਸ ਦਿਆਂ ਵੀ ਟ੍ਰੇਲਰ ਥੋੜ੍ਹਾ ਜਿਹਾ ਮੈਂ ਵੇਖਿਆ, ਤੇ ਬਸ ਇੰਨਾ ਹੀ ਬਹੁਤ ਆ। ਉਹਦੇ ਬਾਰੇ ਫਿਰ ਕਿਤੇ ਗੱਲ ਕਰਾਂਗੇ ਜਦੋਂ ਥੋੜ੍ਹਾ ਜਿਹਾ ਨੇੜੇ ਟਾਈਮ ਆ ਗਿਆ, ਤੇ ਹੋ ਸਕਦਾ ਉਦੋਂ ਟ੍ਰੇਲਰ ਰਿਲੀਜ਼ ਤੇ ਅਸੀਂ ਗੱਲ ਕਰੀਏ। ਤੇ ਪਰ ਜਲਦੀ ਤੁਹਾਡੇ ਤੱਕ ਇਹ ਫਿਲਮ ਪਹੁੰਚੂਗੀ, ਔਰ ਜਿੰਨਾ ਕੁ ਮੈਂ ਮਤਲਬ ਉਹਦਾ ਦੇਖਿਆ ਹੈ, ਬਹੁਤ ਹੀ ਸ਼ਾਨਦਾਰ ਜਿਹੜਾ ਕੰਮ ਹੈਗਾ, ਚਾਹੇ ਉਹ ਕੈਮਰਾ ਵਰਕ ਹੋਵੇ, ਚਾਹੇ ਐਡੀਟਿੰਗ ਹੋਵੇ, ਚਾਹੇ ਸਾਊਂਡ ਹੋਵੇ, ਔਰ ਬਹੁਤ ਅੱਛੀਆਂ ਆਵਾਜ਼ਾਂ ਵੀ ਨੇ ਉਹਦੇ ਵਿੱਚ, ਤੇ ਬੈਕਗਰਾਊਂਡ ਸਕੋਰ ਬਹੁਤ ਸ਼ਾਨਦਾਰ ਆ। ਸੋ ਇੱਕ ਪੰਜਾਬ ਦਾ ਹੀਰੋ, ਜਿਹਨੂੰ ਮੈਂ ਆਪਣੀ ਪਿਛਲੀ ਖਬਰ 'ਚ ਲਿਖਿਆ ਵੀ ਸੀ ਵੀ ਸ਼ੇਰ ਬੱਚਾ ਕਿਹਾ ਜਾਂਦਾ, ਮੈਨੂੰ ਇਹਨਾਂ ਤੋਂ ਹੀ ਪਤਾ ਚੱਲਿਆ, ਤਾਂ ਉਹ ਪੰਜਾਬ ਦਾ ਸ਼ੇਰ ਬੱਚਾ ਸੱਚੀ ਜਿਹੜਾ ਆ ਹੁਣ ਸਕਰੀਨ ਤੇ ਗੱਜੂਗਾ, ਤੇ ਮੈਨੂੰ ਲੱਗਦਾ ਤੁਹਾਨੂੰ ਚੰਗਾ ਲੱਗੂਗਾ ਉਹ। ਸੋ ਕੋਈ ਇਹੋ ਜਿਹੀ ਗੱਲ ਜਿਹੜੀ ਤੁਹਾਨੂੰ ਲੱਗਦਾ ਵੀ ਤੁਹਾਡੇ ਦਿਲ 'ਚ ਹੈਗੀ ਆ, ਤੁਸੀਂ ਕਹਿਣਾ ਚਾਹੁੰਦੇ ਹੋ? ਦੇਖੋ, ਵਿਅਕਤੀ ਸਾਰੀ ਉਮਰ ਸਿੱਖਦਾ ਰਹਿੰਦਾ ਆ। ਮੈਨੂੰ ਲੱਗਦਾ ਹਾਲੇ ਮੈਂ ਸਿੱਖ ਰਿਹਾ ਆ, ਤੇ ਉਸ ਸਿੱਖੇ ਹੋਏ ਨੂੰ ਜਿਹੜੀ ਆ ਪ੍ਰਵਾਨਗੀ ਮਿਲ ਰਹੀ ਆ, ਇਹ ਧੰਨ ਭਾਗ ਨੇ। ਤੇ ਇਹੀ ਕਹਿਣਾ ਚਾਹੁੰਦਾ ਕਿ ਕੁਦਰਤ ਨੇ, ਜਿਹੜੇ ਕੁਦਰਤ ਨੂੰ ਮੰਨਦੇ ਆ, ਜਿਹੜੇ ਪਰਮਾਤਮਾ ਨੂੰ ਮੰਨਦੇ ਆ, ਪਰਮਾਤਮਾ ਨੇ ਸਾਨੂੰ ਕਿਸੇ ਨਾ ਕਿਸੇ ਮਕਸਦ ਲਈ ਬਣਾਇਆ ਹੁੰਦਾ। ਉਹਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਵੀ ਆਉਣਗੀਆਂ, ਉਹ ਕਹਿ ਲਓ ਕਿ ਉਹ ਤੁਹਾਡੀਆਂ ਪ੍ਰੀਖਿਆਵਾਂ ਵੀ ਹੋ ਸਕਦੀਆਂ ਨੇ। ਤਾਂ ਤੁਹਾਨੂੰ ਲਗਾਤਾਰ ਲੱਗੇ ਰਹਿਣਾ ਚਾਹੀਦਾ, ਆਪਣੇ ਆਪ 'ਤੇ ਵਿਸ਼ਵਾਸ ਹੋਣਾ ਚਾਹੀਦਾ, ਤੇ ਦੁਨੀਆ ਦੀ ਕੋਈ ਤਾਕਤ ਨਹੀਂ ਆ ਜਿਹੜੀ ਤੁਹਾਨੂੰ ਰੋਕ ਸਕੇ ਜੇ ਤੁਹਾਡੇ ਵਿੱਚ ਮਿਹਨਤ, ਲਗਨ ਅਤੇ ਮੌਲਿਕਤਾ ਹੈ। ਸੋ ਜ਼ਿੰਦਗੀ 'ਚ ਇਹ ਸੰਘਰਸ਼ ਚੱਲਦੇ ਰਹਿਣਗੇ। ਬਹੁਤ ਬਹੁਤ ਧੰਨਵਾਦ ਪਰਮਜੀਤ, ਥੈਂਕ ਯੂ ਜੀ। ਹਮੇਸ਼ਾ ਹੀ ਜਦੋਂ ਮਿਲਦੇ ਆ ਵਧੀਆ ਗੱਲਾਂ ਹੁੰਦੀਆਂ, ਔਰ ਮਤਲਬ ਇੱਕ ਇੱਦਾਂ ਨਹੀਂ ਫੀਲਿੰਗ ਹੁੰਦੀ ਵੀ ਕਿਸੇ ਉੱਪਰੇ ਬੰਦੇ ਨਾਲ ਗੱਲ ਕਰ ਰਹੇ ਹਾਂ, ਦੋਸਤਾਂ ਵਾਲੀ ਹੁੰਦੀ ਆ।
ਤੇ ਬੜੀ ਖੁਸ਼ੀ ਹੁੰਦੀ ਜਦੋਂ ਵੀ ਤੁਸੀਂ ਵਧੀਆ ਕੰਮ ਕਰਦੇ ਹੋ ਤੇ ਉਹਦੇ ਬਾਰੇ ਫਿਰ ਅੱਗੇ ਗੱਲ ਕਰੀਏ। ਬਹੁਤ ਬਹੁਤ ਧੰਨਵਾਦ ਸਮਾਂ ਕੱਢਿਆ ਤੇ ਆਪਾਂ ਗੱਲਾਂ ਕੀਤੀਆਂ। ਬਹੁਤ ਬਹੁਤ ਸ਼ੁਕਰੀਆ ਜਗਦੀਪ ਜੀ, ਤੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਤੇ ਆਸ ਹੈ ਕਿ ਅਸੀਂ ਅੱਜ ਕੋਈ ਤੁਹਾਡੇ ਲਈ ਨਵੀਂ ਗੱਲ ਕਰ ਸਕੇ ਹੋਵਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਚੜ੍ਹਦੀ ਕਲਾ 'ਚ